सत श्री अकाल दोस्तों, मैं हाँ राजदीप सिंह बराड़। चैनल ईटेशन के माध्यम राही अज असी पहुँचे हाँ जिला बठिंडा के पिंड महिमा सरजा विखे। नवा खेती कानून अजकल हरेक बंदे की जबान से यही दो शब्द ने होने भी चाहिए ने, क्योंकि बेशक असी दुकानदार हाँ, बेशक असी सरमाएदार हाँ, बेशक साडियां फैक्ट्रियां ने, कारखाने ने। जे गल करिए पंजाब की, तो किते ना किते असी मुड़ कुट के खेती नाल आ जुड़ते हैं। जे साडी खेती मर गई, जे साडा किसान डुब गया, तो तैरते असी भी नहीं रह सकते। खेती कानून दी बहुत सारिया अजिहियां मदां, बहुत सारिया जिहड़ियां अजिहियां चीज़ां ने इस कानून दे विच, जिहड़ियां हजे भी साडे बहुते लोकां नूं, बेशक धरने ते बैठे साडे किसान वीर ने, बरीकी दे विच नहीं पता। सो दोस्तों, किस तरह दियां ने इस कानून दियां मदां, किहड़े-किहड़े अहम हिस्से ने, किस तरीके दे नाल, टेढ़े तरीके दे नाल किसान दा गल घुट्टिया गया, ये सारियां गल्लां बातां एक समझदार, एक विद्वान किसान जे दसे तो मेरा ख्याल सोने तो सुहागे वाली गल हो जाती है। साडे समझ दे विच भी पैणगियां कि किस तरह दीयां गल्लां बातां ते किस तरह दी साडे नाल राजनीति खेडी जा रही है। सो अजिहे ही एक किसान महिमा सरजा तो सरदार जगतार सिंह बराड़ मेरे नाल जुड़े ने। जद्दी पुश्ती किसान ने, ते जिहड़े खास करके पंजाब दे आलू उत्पादक ने, वो इन्हां नूं बहुत चंगी तरह जानते हैं। होर भी दूर दूर तक ये विचरे ने, वो तो चलो खैर ये बराड़ साहब खुद ही दसणगे। पर खेती दीयां बरीकियां, खेती दी नियमावली, खेती दे संबंध विच पॉलिसी, ये सारियां चीज़ां नूं ये बाखूबी समझते हैं। तो मैनूं लग्या कि जिहड़ा नवें खेती कानून के संबंध दे विच ये बहुत वधिया तरीके नाल शुद्ध पंजाबी दे विच तुहानूं जानकारी दे सकदे आ। सो बराड़ साहब स्वागत है जी। बहुत मेहरबानी। बराड़ साहब, किस तरह दीयां मदां ने, किहड़ी चीज़ है नवां जिहड़ा खेती कानून आ, तुहाडे हिसाब नाल की आ? देसी शब्दां दे विच असीं जे देसी बंदिआं नूं साडिआं नूं दस्सीए। ये देखो जी, ਜਿਹੜੇ ਆਰਡੀਨੈਂਸ ਜਾਰੀ ਹੋਏ ਨੇ, ਹਾਂਜੀ, ਇਹਦੇ ਵਿੱਚ ਤਿੰਨ ਗੱਲਾਂ ਮੋਟੇ ਜਿਹੇ ਹਿਸਾਬ ਨਾਲ। ਜੇ ਆਪਾਂ ਟੈਕਨੀਕਲੀ ਉਹਦਾ ਮਤਲਬ ਆਪਾਂ ਵਿਸ਼ਲੇਸ਼ਣ ਕਰੀਏ ਤਾਂ ਬਹੁਤ ਲੰਮੀ ਚੌੜੀ ਕਹਾਣੀ, ਬਹੁਤ ਸਮਾਂ ਲੱਗਦਾ ਜੀ। ਤਿੰਨ ਗੱਲਾਂ ਇਹਦੇ 'ਚ ਕੀ ਹੈ। ਇੱਕ ਜਿਹੜਾ ਜ਼ਰੂਰੀ ਵਸਤਾਂ ਦਾ ਕਾਨੂੰਨ ਸੀ, ਉਹਨੂੰ ਇਹਨਾਂ ਨੇ ਸੋਧ ਕੇ ਲਿਆਂਦਾ। ਹਾਂਜੀ ਦੂਸਰਾ ਜਿਹੜਾ ਵਣਜ ਵਪਾਰ, ਜਿਵੇਂ ਅਸੀਂ ਫਸਲਾਂ ਵੇਚਦੇ ਸੀ, ਕੁਛ ਖਰੀਦਦੇ ਸੀ ਲੋਕ, ਜੀ, ਉਸ ਦੇ ਵਿੱਚ ਤਬਦੀਲੀ ਕਰੀਏ। ਤੀਸਰਾ ਜਿਹੜਾ ਆਰਡੀਨੈਂਸ ਹੈ, ਉਹ ਸੰਬੰਧਿਤ ਹੈ ਜੀ ਸਾਡੀ ਕੰਟਰੈਕਟ ਫਾਰਮਿੰਗ ਦੇ ਨਾਲ, ਠੇਕਾ ਪ੍ਰਣਾਲੀ। ਜੀ। ਜਿਵੇਂ ਅਸੀਂ ਕਿਸੇ ਨੇ ਲੰਮੇ ਸਮੇਂ ਜਾਂ ਕੋਈ ਅਸੀਂ ਜਾਂ ਭਾਵੇਂ 1 ਸਾਲ ਦੀ ਫਸਲ ਦਾ ਅਸੀਂ ਕਿਸੇ ਨਾਲ ਠੇਕਾ ਕਰਕੇ, ਕੋਈ ਸ਼ਰਤਾਂ ਕਰਕੇ, ਉਹ ਸ਼ਰਤਾਂ 'ਤੇ ਆਧਾਰਿਤ ਕੀਤੀ ਆਪਾਂ ਕਹਿ ਸਕਦੇ ਹਾਂ ਵੀ ਉਹ, ਜੇ ਮੰਨ ਲਓ ਵੀ ਕੋਈ ਅਸੀਂ, ਕਿਉਂਕਿ ਮੈਂ ਤਾਂ ਇਸ ਤਰ੍ਹਾਂ ਦੀ ਖੇਤੀ ਕੀਤੀ ਹੈ ਕਈ ਸਾਲਾਂ ਤੋਂ, ਬਿਲਕੁਲ। ਤਾਂ ਉਹਦੇ ਵਿੱਚ ਬਹੁਤ ਸ਼ਰਤਾਂ ਹੁੰਦੀਆਂ ਨੇ। ਉਹ ਜਿਹੜੀ ਕੰਪਨੀ ਸਾਤੋਂ ਖੇਤੀ ਕਰਾਊਗੀ, ਉਹਦੀਆਂ ਕੋਈ ਸ਼ਰਤਾਂ ਹੋਣਗੀਆਂ। ਅਤੇ ਹੁਣ ਤੱਕ ਜੋ ਮੈਂ ਦੇਖਿਆ ਵੀ ਕਿਸਾਨ ਦੀਆਂ ਕੋਈ ਸ਼ਰਤਾਂ ਉਹਦੇ 'ਚ ਨਹੀਂ ਕੰਸੀਡਰ ਕੀਤੀਆਂ, ਉਹਨਾਂ ਨੂੰ ਕੋਈ ਮਹੱਤਤਾ ਨਹੀਂ ਦਿੱਤੀ ਜਾਂਦੀ ਵੀ ਕਿਸਾਨ ਦੀ ਇਹਨਾਂ ਆਰਡੀਨੈਂਸਸ ਦੇ ਨਾਲ ਦੁਰਦਸ਼ਾ ਹੋਰ ਵੀ ਜ਼ਿਆਦਾ ਹੋਊਗੀ ਅਤੇ ਖੇਤੀ ਹੋਰ ਵੀ ਜ਼ਿਆਦਾ ਘਾਟੇ ਦਾ ਸੌਦਾ ਬਣ ਜੂਗੀ। ਕਿਸਾਨ ਕੋਲੇ ਜਿਹੜਾ ਇਹ ਕਹਿੰਦੇ ਆ ਵਣਜ ਵਪਾਰ ਦਾ ਕਾਨੂੰਨ ਜਾਏ, ਕਿਸਾਨ ਕੋਲੇ ਕਿੱਥੇ ਸੀ ਵਿਚਾਰੇ ਕੋਲੇ ਵਣਜ ਵਪਾਰ ਕਰਨ ਦੀ ਪਾਵਰ। ਅਤੇ ਇਹ ਬਿਲਕੁਲ ਇਹਦੀ ਪਾਵਰ ਹੱਥਾਂ 'ਚ ਨਹੀਂ ਰਹਿਣੀ ਜੀ। ਅਤੇ ਬਾਕੀ ਜੇ ਆਪਾਂ 1 ਬਾਈ 1 ਆਪਾਂ ਇੱਕ ਇੱਕ ਕਰਕੇ ਕਰਦੇ ਹਾਂ ਵੀ ਜਿਵੇਂ ਜ਼ਰੂਰੀ ਵਸਤਾਂ ਦਾ ਕਾਨੂੰਨ ਹੈ। ਹਾਂਜੀ, ਬਿਲਕੁਲ। ਕਿਉਂਕਿ ਵਪਾਰੀ ਦਾ ਤਾਂ ਕੰਮ ਹੀ ਇਹ ਹੁੰਦਾ, ਵਪਾਰੀ ਨੇ ਕੋਈ ਹਲ ਨਹੀਂ ਚਲਾਉਣਾ ਹੁੰਦਾ। ਬਿਲਕੁਲ। ਉਹਨੇ ਤਾਂ ਚੀਜ਼ ਖਰੀਦਣੀ ਹੈ ਅਤੇ ਮਹਿੰਗੇ ਭਾਅ 'ਤੇ ਵੇਚਣੀ ਹੈ, ਅਤੇ ਫਿਰ ਉਹ ਵਪਾਰੀ ਬਚ ਸਕਦਾ ਹੈ। ਔਰ ਉਹਦੀ ਵੀ ਚੀਜ਼ ਮਹਿੰਗੀ ਵਿਕਣੀ ਵੀ ਚਾਹੀਦੀ ਹੈ। ਬਿਲਕੁਲ। ਕਿਉਂਕਿ ਜੇ ਉਹਨੂੰ 2 ਰੁਪਏ ਬਚਣਗੇ ਨਹੀਂ ਤਾਂ ਅਗਲੇ ਸਾਲ ਸਾਡੀ ਚੀਜ਼ ਖਰੀਦਣ ਕਿਵੇਂ ਆਊਗਾ। ਬਿਲਕੁਲ। ਪਰ ਜਿਹੜੇ ਹੁਣ ਕਾਨੂੰਨ ਬਣਾ ਰਹੇ, ਇਹ ਤਾਂ ਸਿੱਧਾ ਇੱਕ ਡਾਕਾ ਹੋਊਗਾ ਕਿਸਾਨਾਂ ਦੇ ਹੱਕਾਂ 'ਤੇ। ਜੀ। ਮੈਂ ਤੁਹਾਨੂੰ ਵੀ ਫਾਰ ਐਗਜ਼ਾਮਪਲ ਦੱਸਦਾ ਵੀ ਅਸੀਂ ਆਲੂਆਂ ਦੀ ਖੇਤੀ ਕਰ ਰਹੇ ਹਾਂ 42 ਸਾਲਾਂ ਤੋਂ। ਜੀ। ਤਾਂ ਆਲੂਆਂ 'ਤੇ ਸਾਡੇ ਆਲੂ ਪਹਿਲਾਂ ਤਾਂ 5-4 ਸਾਲਾਂ 'ਚ ਇਹਨਾਂ ਗੱਲਾਂ ਦਾ ਪਤਾ ਨਹੀਂ ਸੀ ਹੁੰਦਾ। ਹਾਂਜੀ। ਹੌਲੀ ਹੌਲੀ ਬੰਦੇ ਨੂੰ ਸਮਝ ਆਉਣ ਲੱਗਦੀ ਹੈ। ਤਾਂ ਜਦੋਂ ਵੀ ਆਲੂਆਂ ਦੀਆਂ ਕੀਮਤਾਂ ਵੱਧਦੀਆਂ ਤਾਂ ਇਹ ਐਕਸਪੋਰਟ ਬੈਨ ਕਰ ਦਿੰਦੇ। ਬਿਲਕੁਲ। ਜਦੋਂ ਆਲੂ ਸਾਡਾ, ਕਿੰਨੇ ਵਾਰੀ ਤੁਸੀਂ ਸੁਣਿਆ, ਕਿੰਨੇ ਵਾਰੀ ਇਹ ਦੇਖਿਆ ਹੋਣਾ, ਖਬਰਾਂ 'ਚ ਪੜ੍ਹਿਆ ਹੋਣਾ, ਅਖਬਾਰਾਂ 'ਚ ਪੜ੍ਹਿਆ ਹੋਣਾ, TV 'ਤੇ ਦੇਖਿਆ ਹੋਣਾ ਵੀ ਆਲੂ ਕਿਸਾਨ ਸੜਕਾਂ 'ਤੇ ਸਿੱਟਦੇ। ਬਿਲਕੁਲ। ਉਦੋਂ ਕੋਈ ਸਰਕਾਰ ਸਾਡੀ ਸਪੋਰਟ ਨਹੀਂ ਕਰਦੀ। ਬਿਲਕੁਲ। ਜਦੋਂ ਆਲੂ ਮਹਿੰਗਾ ਹੋਣ ਲੱਗਦਾ ਹੈ, ਵੀ ਸਾਨੂੰ ਇਹ ਹੁੰਦਾ ਪਿਛਲੇ 2-4 ਸਾਲਾਂ ਦੇ ਘਾਟੇ ਪੂਰੇ ਹੋਣਗੇ, ਤਾਂ ਉਦੋਂ ਇਹ ਐਕਸਪੋਰਟ 'ਤੇ ਬੈਨ ਕਰ ਦਿੰਦੇ। ਬਿਲਕੁਲ। ਵੀ ਇੱਥੇ ਹੀ ਵੇਚੋ, ਬਾਹਰ ਨਹੀਂ ਵੇਚਣਾ। ਬਿਲਕੁਲ। ਤਾਂ ਇਹਦੇ ਵਿੱਚ ਕੁਝ ਹੋਰ ਗੱਲਾਂ, ਕਈ ਵਾਰੀ ਹੁਣ ਸਾਡੇ ਕਿਸਾਨਾਂ ਨੂੰ ਇਹਨਾਂ ਬਰੀਕੀਆਂ ਦਾ ਪਤਾ ਨਹੀਂ ਲੱਗਦਾ ਵੀ ਐਕਸਪੋਰਟ ਤਾਂ ਬੈਨ ਨਹੀਂ ਕੀਤੀ। ਬਿਲਕੁਲ। ਤਾਂ ਉਹ ਇੱਕ MEP ਇਹਨਾਂ ਕੋਲ ਹਥਿਆਰ ਸੀ, ਮਿਨੀਮਮ ਐਕਸਪੋਰਟ ਪ੍ਰਾਈਸ, ਵੀ ਘੱਟ ਤੋਂ ਘੱਟ। ਹੁਣ ਮੰਨ ਲਓ ਵੀ ਕੋਈ ਚੀਜ਼ ਹੈ ਇੱਥੋਂ ਤੁਸੀਂ ਸਾਡੇ, ਆਪਾਂ ਬਠਿੰਡੇ ਦੇ ਵਿੱਚ ਤੁਸੀਂ ਮੈਨੂੰ ਭੇਜ ਦਿਓ, ਅਤੇ ਬਠਿੰਡੇ ਦੇ ਵਿੱਚ ਮੰਨ ਲਓ ਕੱਦੂ ਵਿਕ ਰਿਹਾ ਜੀ 10 ਰੁਪਏ ਕਿਲੋ,
ਤੁਸੀਂ ਮੈਨੂੰ ਟਰਾਲੀ ਭਰ ਕੇ ਕੱਦੂਆਂ ਦੀ ਦੇ ਦਿਓ ਵੀ ਭਾਈ ਆ ਜਗਤਾਰ ਸਿੰਘ ਤੂੰ ਲੈ ਜਾ ਕੱਦੂ, ਤੇ ਉੱਥੇ ਤੂੰ ਇਹ 60 ਰੁਪਏ ਕਿਲੋ ਵੇਚਣੇ ਜੀ ਬਿਲਕੁਲ ਇਦੋਂ ਘੱਟ ਵੇਚਣੇ ਨਹੀਂ, ਤਾਂ ਫਿਰ ਮੈਂ ਸ਼ਾਮ ਨੂੰ ਟਰਾਲੀ ਕੱਦੂਆਂ ਦੀ ਸਾੜ ਕੇ ਘਰੀ ਲੈ ਕੇ ਆਉਂਗਾ। ਬਿਲਕੁਲ ਇਹਨੂੰ ਕਹਿੰਦੇ ਮਿਨੀਮਮ ਐਕਸਪੋਰਟ ਪ੍ਰਾਈਸ। ਉਹ ਕਹਿੰਦੇ ਸੀ ਵੀ ਤੁਸੀਂ ਆਲੂ ਬਾਹਰ ਤਾਂ ਭੇਜ ਲਓ ਪਰ ਇਦੋਂ ਘੱਟ ਨਹੀਂ ਭੇਜਣੇ। ਉਹ ਜਿਹੜਾ ਇਹ ਭਾਅ ਲਾ ਦਿੰਦੇ ਸੀ ਉਹ ਭਾਅ ਹੀ ਨਹੀਂ ਸੀ, ਉਸ ਭਾਅ 'ਤੇ ਵਿਕ ਹੀ ਨਹੀਂ ਸਕਦੇ ਸੀ। ਬਿਲਕੁਲ ਮਤਲਬ ਵਿੰਗੇ ਟੇਢੇ ਹਥਿਆਰ, ਵਿੰਗੇ ਟੇਢੇ ਢੰਗ ਨਾਲ ਕਿਸਾਨ ਨੂੰ ਘੇਰਨਾ ਉਹ ਪਹਿਲਾਂ ਹੀ ਬਹੁਤ ਸੀਗੇ। ਤੇ ਹੁਣ ਤਾਂ ਇੱਕ ਜਮਾਂ ਹੀ ਸਿੱਧਾ ਕੰਮ ਹੋਊਗਾ ਵੀ ਜਿਹੜਾ ਵਪਾਰੀ ਹੈ ਉਹ ਮਾਲ ਜਿੰਨਾ ਮਰਜ਼ੀ ਖਰੀਦ ਕੇ ਆਪਦਾ ਸਟੋਰ ਕਰ ਲੂਗਾ, ਉਦੋਂ ਬਾਅਦ ਉਹਨੂੰ ਉਹ ਚੈਨਲਾਈਜ਼ ਕਰਕੇ ਵੱਧ ਪੈਸੇ ਕਮਾ ਸਕਦਾ। ਬਿਲਕੁਲ ਬਰਾੜ ਸਾਹਿਬ, ਮੈਂ ਦੇਖਿਆ, ਮੈਂ ਕਿਸੇ ਕੰਪਨੀ ਦਾ ਨਾਂ ਤਾਂ ਨਹੀਂ ਲਊਂਗਾ, ਪਰ ਜਿਹੜੀ ਸਾਡੀ ਮੱਕੀ ਦੀ ਛੱਲੀ ਅਸੀਂ ਬਹੁਤੇ ਵਾਰੀ ਪਸ਼ੂਆਂ ਨੂੰ ਕੁਤਰ ਕੇ ਪਾਉਣੇ ਆ, ਜਾਂ ਕਈ ਵਾਰੀ ਅਸੀਂ ਵੰਡ 'ਚ ਪਾ ਦਿੰਦੇ ਹਾਂ, ਕਈ ਵਾਰੀ ਅਸੀਂ ਸੁਕਾ ਕੇ ਉਹਦਾ ਜਿਹੜਾ ਮਤਲਬ ਕੁਛ ਵੀ ਕਿਸੇ ਵੀ ਤਰੀਕੇ ਨਾਲ ਉਹਨੂੰ ਵਰਤਦੇ ਹਾਂ, ਉਹ ਮੱਕੀ ਦੀ ਛੱਲੀ ਮੈਂ 80 ਰੁਪਏ ਵਿਕਦੀ ਵੇਖੀ ਆ। ਬਿਲਕੁਲ ਵਿਕਦੀ ਹੈ ਜੀ। ਉਹ ਤਾਂ ਤੁਸੀਂ ਛੱਲੀ ਇੱਥੇ 80 ਦੇਖੀ ਹੈ, ਜੇ ਆਪਾਂ ਤਾਂ ਚਲੋ ਜਹਾਜ਼ਾਂ 'ਚ ਚੜ੍ਹਨ ਵਾਲੇ ਹੈ ਨਹੀਂ, ਤੇ ਜਹਾਜ਼ਾਂ 'ਚ ਤਾਂ ਜਿਹੜੇ ਚੜ੍ਹਦੇ ਉਹ ਲੋਕ ਦੱਸਦੇ ਉਹ ਤਾਂ 300-400 ਦੀ ਬਣ ਜਾਂਦੀ ਹੈ ਜੀ। ਬਿਲਕੁਲ। ਤਾਂ ਚਲੋ ਦੂਸਰੀ ਗੱਲ, ਆਪਾਂ ਜਿਹੜੇ ਕਾਨੂੰਨ ਇਹਦੇ ਵਿੱਚ ਬਣੇ ਨੇ, ਜਿਵੇਂ ਵਣਜ ਵਪਾਰ ਵਾਲਾ ਕਾਨੂੰਨ ਬਣਿਆ ਵੀ ਸਾਨੂੰ ਤਾਂ ਪਹਿਲਾਂ ਵੀ ਰੁਕਾਵਟ ਨਹੀਂ ਸੀ। ਅਸੀਂ ਤਾਂ ਆਲੂ ਪਹਿਲਾਂ ਵੀ ਯੂਪੀ 'ਚ ਕਾਨਪੁਰ ਦੀ ਮੰਡੀ 'ਚ ਵੇਚਦੇ ਰਹੇ ਹਾਂ, ਅਸੀਂ ਉਦੋਂ ਵੀ ਅੱਗੇ ਜਾਂਦੇ ਰਹੇ ਹਾਂ। ਹੁਣ ਵੀ ਮੇਰੀ ਇੱਕ ਗੱਡੀ 5-4 ਦਿਨ ਪਹਿਲਾਂ ਹੀ ਮਨੀਪੁਰ ਦੇ ਵਿੱਚ ਪਹੁੰਚੀ ਆਲੂਆਂ ਦੀ ਵੇਚਣ ਵਾਸਤੇ। ਯਾਨੀ ਹੱਦਬੰਦੀ ਤਾਂ ਪਹਿਲਾਂ ਵੀ ਹੈ ਨਹੀਂ ਸੀ, ਹੁਣ ਤੁਸੀਂ ਕਦੀ ਮੁਕਾਤੀ? ਤੁਸੀਂ ਕਿਸ ਤਰੀਕੇ ਨਾਲ ਕਹਿ ਰਹੇ ਹੋ ਕਿ ਮੰਡੀ ਤੋਂ ਜਿਹੜਾ ਕਿਸਾਨ ਮੁਕਤ ਕਰਤਾ, ਜਿੱਥੇ ਮਰਜ਼ੀ ਵੇਚੇ? ਪਹਿਲਾਂ ਵੀ ਕਿਸਾਨ ਸਾਡਾ ਵੇਚ ਸਕਦਾ ਸੀ, ਕੀ ਬੰਦਿਸ਼ ਸੀ? ਨਹੀਂ, ਇਹ ਬੰਦਿਸ਼ਾਂ ਤਾਂ ਵਪਾਰੀਆਂ 'ਤੇ ਸੀ ਵੀ ਉਹ ਐ ਮਾਲ ਇਕੱਠਾ ਕਰਕੇ ਜਮਾਖੋਰੀ ਕਰਕੇ ਜਿਹੜੇ ਸਾਡੇ ਉਪਭੋਗਤਾ ਹੈ, ਜਿਹੜੇ ਸ਼ਹਿਰਾਂ 'ਚ ਵੀ ਸਾਡੇ ਕੋਈ ਭਰਾ ਬੈਠੇ ਆ, ਛੋਟੀਆਂ ਨੌਕਰੀਆਂ ਕਰਦੇ ਆ, ਮਜ਼ਦੂਰੀਆਂ ਕਰਦੇ ਆ, ਉਹਨਾਂ ਨੂੰ ਵੀ ਖਾਣ ਵਾਸਤੇ ਠੀਕ ਭਾਅ 'ਤੇ, ਵਾਜਬ ਭਾਅ 'ਤੇ ਇਹ ਸਬਜ਼ੀਆਂ, ਖਾਦ ਪਦਾਰਥਾਂ, ਅਨਾਜ ਮਿਲ ਸਕੇ। ਤਾਂ ਸਾਡੇ 'ਤੇ ਤਾਂ ਪਾਬੰਦੀ ਪਹਿਲਾਂ ਵੀ ਕੋਈ ਨਹੀਂ ਸੀ। ਮੈਂ ਤੁਹਾਨੂੰ ਦੱਸ ਰਿਹਾ, ਮੇਰੀ ਤਾਂ ਹੁਣ ਗੱਡੀ ਹਜੇ ਪਹੁੰਚੀ ਨੂੰ 3-4 ਦਿਨ ਹੀ ਹੋਇਆ ਉੱਥੇ। ਹੁਣ ਦੇਖੋ, ਉਹ ਵੀ ਇੱਕ ਕਾਰਪੋਰੇਟ ਸੈਕਟਰ ਹੈ ਜਿਹਨੇ ਆਲੂ ਨੂੰ 2 ਆਲੂਆਂ ਨੂੰ ਚੀਰ ਕੇ ਉਹਨੂੰ ਡੀਪ ਫਰਾਈ ਕਰਕੇ ਤੇ ਇੱਕ ਪੈਕਟ ਦੇ ਵਿੱਚ ਪਾ ਕੇ ਉਹ ਚੀਜ਼ 20 ਰੁਪਏ ਦੀ ਬਣਾਤੀ। ਬਿਲਕੁਲ 2 ਰੁਪਏ ਦੇ ਆਲੂ ਨੂੰ 20 ਰੁਪਏ ਦਾ ਬਣਾਤਾ। ਤੇ ਸਾਡੇ ਬੱਚੇ ਦੁੱਧ ਦਹੀਂ ਨੂੰ ਕਹਿੰਦੇ ਪਾਸੇ ਲੈ ਜਾਓ, ਤੇ ਜੇ ਚਿਪਸ ਦਾ ਪੈਕਟ ਦਿਖਾ ਦਈਏ ਕਹਿੰਦੇ ਲਿਆਓ। ਉਸ ਆਪਾਂ ਇਕੱਲੇ ਦੋਸ਼ ਸਰਕਾਰਾਂ 'ਤੇ ਜਾਂ ਉਹਨਾਂ 'ਤੇ ਨਾ ਦਿਓ। ਮੈਂ ਵੀ ਦੋਸ਼ੀ ਹਾਂ, ਸਾਡੇ ਨੁਕਸ ਵੀ। ਹਾਂ, ਸਾਡੇ 'ਚ ਵੀ ਨੁਕਸ ਹੈ, ਕਿਉਂਕਿ ਮੈਂ ਕਿਸਾਨ ਹਾਂ। ਮੈਂ ਕੋਈ ਉਹਨਾਂ ਤੋਂ ਪਾਸੇ ਨਹੀਂ, ਮੇਰੀ ਵੀ ਉਨੀ ਮਤਲਬ ਗਲਤੀਆਂ ਕੀਤੀਆਂ ਕਿ ਦੇਖੋ, ਅਸੀਂ ਜਿਹੜੇ ਸਾਡੇ ਸਿਹਤਮੰਦ ਖਾਣ ਪੀਣ ਵਾਲੀਆਂ ਚੀਜ਼ਾਂ, ਗੁੜ ਖਾਣਾ ਛੱਡਤਾ, ਦਹੀਂ ਖਾਣੀ ਛੱਡਤੀ, ਦੁੱਧ ਪੀਣਾ ਛੱਡਤਾ, ਅਸੀਂ ਤਾਂ ਜੀ ਪੀਜੇ ਬਰਗਰਾਂ ਵੱਲ ਵੜ ਗਏ, ਕਾਰਪੋਰੇਟ ਸੈਕਟਰਾਂ ਦੇ ਕੰਮ ਚਲਾਤੇ, ਤਾਂ ਉਹਨਾਂ ਨੂੰ ਵੀ ਇਹ ਲਾਲਚ ਹੋਰ ਵੱਧ ਗਏ। ਤਾਂ ਇਹਨਾਂ ਚੀਜ਼ਾਂ ਦੇ ਕੁਛ ਕਿਤੇ ਨਾ ਕਿਤੇ ਅਸੀਂ ਵੀ ਜ਼ਿੰਮੇਵਾਰ ਹੈਗੇ। ਪਰ ਇਹ ਜਿਹੜੇ ਗੌਰਮੈਂਟ ਨੇ ਇੱਕ ਸੋਚੇ ਸਮਝੇ ਤਰੀਕੇ ਨਾਲ, ਪਹਿਲਾਂ ਤਾਂ ਆਰਡੀਨੈਂਸ ਬਰਾੜ ਸਾਹਿਬ ਉਦੋਂ ਦਿੱਤੇ ਜਾਂਦੇ ਆ ਜਦੋਂ ਕੋਈ ਬਹੁਤ ਐਮਰਜੈਂਸੀ ਹੋਵੇ। ਬਿਲਕੁਲ। ਵੀ ਐਡੀ ਕਿਹੜੀ ਐਮਰਜੈਂਸੀ ਆ ਗਈ ਸੀ ਵੀ ਅਸੀਂ ਇਹ ਖੇਤੀ ਕਾਨੂੰਨਾਂ ਦੇ ਵਾਸਤੇ ਅਸੀਂ ਆਰਡੀਨੈਂਸ ਜਾਰੀ ਕਰਨਾ ਪੈ ਗਿਆ? ਤੇ ਨਾਲੇ ਕਿਹੜੇ ਕਿਸਾਨ ਯੂਨੀਅਨ ਨੇ ਜਾਂ ਕਿਸਾਨਾਂ ਨੇ ਮੰਗਿਆ ਸੀ ਸਿਸਟਮ ਬਦਲ ਦਿਓ? ਬਰਾੜ ਸਾਹਿਬ, ਐਮਰਜੈਂਸੀ ਹੋਵੇ ਤੇ ਨਾਲੇ ਇਹ ਹੁੰਦਾ ਵੀ ਆਰਡੀਨੈਂਸ ਜੇ ਜਾਰੀ ਕੀਤਾ ਤਾਂ ਅਗਲੇ ਨੂੰ ਜਿਹੜਾ ਡਿੱਗਦੇ ਨੂੰ ਸਹਾਰਾ ਮਿਲੇ, ਥੋੜ੍ਹਾ ਵੀ ਡਿੱਗਦੇ ਨੂੰ ਤੁਸੀਂ ਹੋਰ ਦਬ ਲਓ। ਬਿਲਕੁਲ ਜੀ। ਹੁਣ ਜਿਹੜਾ ਆਪਾਂ ਅਗਲੀ ਚਲੋ ਵਣਜ ਵਪਾਰ ਦੀ ਇਹ ਗੱਲ ਹੈ, ਇਹਦੇ 'ਚ ਕੀ ਹੈ ਵੀ ਕੋਈ ਵੀ ਵਪਾਰੀ ਜਿਹਦੇ ਕੋਲ ਪੈਨ ਨੰਬਰ ਹੈ ਤਾਂ ਉਹ ਜਾਂ ਜੋ ਟੈਕਸ ਪ੍ਰਣਾਲੀ ਦਾ ਸਾਰਾ ਸਿਸਟਮ ਨੈਚੁਰਲੀ ਉਹ ਵਪਾਰੀ ਬਣਾ ਕੇ ਚੱਲਦਾ, ਉਹ ਜਿੱਥੋਂ ਮਰਜ਼ੀ ਖਰੀਦ ਸਕਦਾ। ਉਹਦੇ ਨਾਲ ਦੇਖੋ 2 ਘਾਟੇ, ਇੱਕ ਤਾਂ ਸਾਡੇ ਸਟੇਟ ਨੂੰ ਜਿਹੜੀ ਆ ਮਾਰਕੀਟ ਮੰਡੀ ਬੋਰਡਾਂ ਨੂੰ ਆਮਦਨ ਹੁੰਦੀ ਸੀ, ਉਹ ਪਿੰਡਾਂ 'ਚ ਸਾਨੂੰ ਸੜਕਾਂ ਚੱਲ ਜਿਹੇ ਜਿਹੀਆਂ ਵੀ ਬਣਾ ਕੇ ਦਿੰਦੀ ਸੀ ਵੀ ਫਸਲਾਂ ਕਿਸਾਨ ਲੈ ਕੇ ਆ ਸਕਣ ਉੱਥੋਂ ਦੀ। ਤਾਂ ਜਦੋਂ ਕੋਈ ਜਿਹੜਾ ਵਪਾਰੀ ਸਾਡੇ ਕੋਲੋਂ ਫਸਲ ਖਰੀਦ ਕੇ ਲੈ ਗਿਆ, ਉਹਨੇ ਸਾਡੇ ਪਿੰਡਾਂ ਦੀ ਤਰੱਕੀ ਤੋਂ ਕੀ ਲੈਣਾ? ਬਿਲਕੁਲ। ਤਾਂ ਉਹ ਇੱਕ ਬੰਦ ਹੋ ਜਾਣਾ। ਦੂਜੀ ਗੱਲ ਇਹ ਹੈ, ਜਦੋਂ ਇੱਕ ਵਾਰੀ ਸਾਡੇ ਕਹਿੰਦੇ ਹੁੰਦੇ ਆ ਨਾ ਸਿਆਣੇ ਵੀ ਜਦੋਂ ਹੱਥ ਛੁੱਟ ਜਾਣ, ਵੀ ਸਾਡਾ ਅਸੀਂ ਦਰਖਤ ਤੇ ਬੈਠੇ ਆ, ਸਾਡਾ ਹੱਥ ਛੁੱਟ ਗਿਆ ਤੇ ਫਿਰ ਦੜੰਬ ਦੇਣੇ, ਅਸੀਂ ਥੱਲੇ ਡਿੱਗਣਾ। ਬਿਲਕੁਲ। ਤਾਂ ਇਹ ਸਿਸਟਮ ਕੀ ਹੋਣਾ, ਇਹ 1-2 ਸਾਲ ਸਾਨੂੰ ਲਾਲਚ ਦੇਣਗੇ, ਕਿਉਂਕਿ ਜਿਹੜਾ ਉਹਨਾਂ ਨੂੰ ਹੁਣ ਕਣਕ ਦੇ ਕੁਆਂਟਲ ਤੇ ਵੀ 150-55 ਰੁਪਏ ਜਿਹੜਾ ਉਹਨਾਂ ਨੂੰ ਟੈਕਸ ਪੇ ਕਰਨਾ ਪੈਂਦਾ ਜਦੋਂ ਖਰੀਦਦੇ ਹੈ। ਬਿਲਕੁਲ। ਤਾਂ ਉਹ 50-60 ਰੁਪਏ ਸਾਨੂੰ ਪਾਸ ਕਰ ਦੇਣਗੇ। ਤਾਂ ਅਸੀਂ ਸੋਚਾਂਗੇ ਵੀ ਯਾਰ ਇਹ ਤਾਂ ਐਵੇਂ ਹੀ ਕਰੀ ਗਏ, ਸਾਡੇ ਵਿੱਚੋਂ ਕੁਝ ਕਿਸਾਨ ਜਾਂ ਮੈਂ ਹੀ ਤੁਰਪਾ ਮੰਨ ਲਓ ਵੀ ਆਪਾਂ ਤਾਂ ਇਹ ਤਾਂ ਯਾਰ ਐਵੇਂ ਗੱਲਾਂ ਸੀ, ਕਿਸਾਨ ਯੂਨੀਅਨ ਵੀ ਐਵੇਂ ਕਰਦੀ ਸੀ, ਲੋਕ ਕਹਿੰਦੇ ਸੀ, ਤਾਂ ਵਧੀਆ ਗੱਲ ਹੈ ਸਾਨੂੰ ਪੈਸੇ। ਪਰ 1-2 ਸਾਲਾਂ ਬਾਅਦ ਕੀ ਹੋਊ ਵੀ ਮੰਡੀਆਂ ਦੇ ਵਿੱਚ ਉਹ ਕਹਿਣਗੇ ਇਹ ਤਾਂ ਬੇਕਾਰ ਹੈ, ਮੰਡੀਆਂ ਵੀ ਇਹਨਾਂ ਨੂੰ ਵੇਚ ਦਿਓ। ਇਹ ਉਵੇਂ ਹੀ ਹੋਊਗਾ ਬਰਾੜ ਸਾਹਿਬ। ਮੈਂ ਮਿਸਾਲ ਦਿੰਦਾ, ਮਿਸਾਲ ਸਾਰੇ ਸਮਝ ਵੀ ਜਾਣਗੇ ਬੜੇ ਸੌਖੇ ਤਰੀਕੇ ਨਾਲ। ਜਿਵੇਂ ਇੱਕ ਕੰਪਨੀ ਨੇ ਪਹਿਲਾਂ ਸਿਮ ਵੰਡੇ, ਕਹਿੰਦੇ ਵੀ ਲਓ ਫ੍ਰੀ ਡਾਟਾ ਤੇ ਲਓ ਨਜ਼ਾਰੇ, ਤੇ ਉਹ ਨਜ਼ਾਰੇ ਹੁਣ ਸਾਨੂੰ ਵੇਖੋ ਕਿੰਨੇ ਕੁ ਮਹਿੰਗੇ ਪੈਣੇ ਸ਼ੁਰੂ ਹੋ ਗਏ ਆ। ਤੇ ਉਹ ਮਤਲਬ ਉਸੇ ਕੰਪਨੀ ਦੇ ਜਿਹੜੇ ਸਿਮ ਆ ਹੁਣ ਤੋੜਨ ਦੀ ਗੱਲ ਹੋ ਰਹੀ ਹੈ। ਤੇ ਉਸ ਕੰਪਨੀ ਨੇ ਪਹਿਲਾਂ ਸਾਨੂੰ ਮੁਫਤ ਜਿਹੜਾ ਉਸ ਚਾਰਟ ਤੇ ਲਾਇਆ, ਤੇ ਉਸ ਤੋਂ ਬਾਅਦ ਉਸ ਕੰਪਨੀ ਨੇ ਹੌਲੀ ਹੌਲੀ ਜਿਹੜਾ ਸਾਡੇ ਜੇਬ 'ਚ ਹੱਥ ਪਾਉਣਾ ਸ਼ੁਰੂ ਕੀਤਾ। ਮੇਰੇ ਖਿਆਲ ਉਸੇ ਤਰੀਕੇ ਨਾਲ ਸਾਡੇ ਜਿਹੜੇ ਜਿਨਸਾਂ ਨਾਲ ਫਸਲਾਂ ਨਾਲ ਵੀ ਹੋਊਗਾ। ਨਹੀਂ, ਬਿਲਕੁਲ ਇਸੇ ਤਰ੍ਹਾਂ ਹੋਣਾ ਜੀ, ਕਿਉਂਕਿ ਉਹਨਾਂ ਨੇ ਤਾਂ ਦੇਖੋ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਵੀ ਜਿਨਸ ਇਕੱਠੀ ਕਰਕੇ ਉਨੀ ਜਿਨਸ ਰਿਲੀਜ਼ ਕਰਨੀ ਹੈ ਜਿਹੜੀ ਪੂਰੇ ਮਹਿੰਗੇ ਭਾਅ 'ਤੇ ਵਿਕੇ। ਤੇ 1-2 ਸਾਲ ਜਦੋਂ ਸਾਨੂੰ
ਚਾਹ ਜਾਂ ਚੜੂ ਵੀ ਸਾਡੀ ਤਾਂ ਜੀ ਫਸਲ ਵਿਕ ਰਹੀ ਆ, ਉਦੋਂ ਬਾਅਦ ਉਹਨਾਂ ਨੇ ਸਾਡੇ ਤੇ ਇੰਨੀਆਂ ਬੰਦਸ਼ਾਂ ਲਾ ਦੇਣੀਆਂ ਵੀ ਤੁਹਾਡਾ ਤਾਂ ਜੀ ਅਸੀਂ ਫਸਲ ਲੈ ਕੇ ਗਏ ਨਾ ਜੀ ਇਹਦੀ ਤਾਂ ਜਿਹੜੀ ਕਾਸਮੈਟਿਕ ਵੈਲਿਊ ਹੀ ਵਧੀਆ ਨਹੀਂ, ਸਾਡਾ ਸਾਰਾ ਕੁਝ ਠੀਕ ਆ, ਉਹਨਾਂ ਨੇ ਕਹਿਣਾ ਇਹਦੀ ਤਾਂ ਦਿੱਖ ਵਧੀਆ ਨਹੀਂ, ਇਹ ਤਾਂ ਦੇਖਣ ਨੂੰ ਨਹੀਂ ਸੋਹਣਾ ਲੱਗਦਾ। ਬਿਲਕੁਲ ਬਿਲਕੁਲ ਪੜ੍ਹ ਲਓ ਪੁੱਛ ਕੀ ਕਰ ਲਾਂਗੇ ਅਸੀਂ ਉਹਨਾਂ ਦਾ। ਬਿਲਕੁਲ ਤਾਂ ਉੱਥੋਂ ਅਸੀਂ ਜੋ ਟਰਾਲੀ ਮੋੜਨ ਲੱਗਾਂਗੇ ਤਾਂ ਅਸੀਂ ਲੋਕਾਂ ਤੋਂ ਜਿਨ੍ਹਾਂ ਤੋਂ ਉਧਾਰ ਰੇਹਾਂ ਚੱਕੀਆਂ, ਸਪਰੇਹਾਂ ਚੱਕੀਆਂ, ਉਹਨਾਂ ਦਾ ਖਿਆਲ ਜਿਨ੍ਹਾਂ ਤੋਂ ਅਸੀਂ ਸੌਦਾ ਪੱਤਾ ਚੱਕਿਆ ਆਪਦੇ ਘਰ ਦੀ ਚੁੱਲ੍ਹਾ ਤਪਾਉਣ ਵਾਸਤੇ, ਤਾਂ ਸਾਡੇ ਉਹ ਮੂਹਰੇ ਦਿਸਣਗੇ, ਫਿਰ ਅਸੀਂ ਉੱਥੇ ਸਸਤੇ ਭਾਅ ਸਿੱਟ ਕੇ ਆਵਾਂਗੇ, ਮਜਬੂਰੀ ਹੋਊ ਸਾਡੀ ਸਿੱਟਣ। ਦਿਸਣਗੇ ਕਿ ਬਰਾੜ ਸਾਹਿਬ ਉਦੋਂ ਪਹਿਲਾਂ 20 ਫੋਨ ਆ ਚੁੱਕੇ ਹੋਣਗੇ ਵੀ ਬਰਾੜ ਸਾਹਿਬ ਤੁਸੀਂ ਗਏ ਵੇ ਸੀ ਗੁਜਰਾਤ, ਯਾਰ ਤੁਹਾਡੇ ਆਲੂ ਗਏ ਵੇ ਸੀ, ਕੀ ਬਣਿਆ? ਹਾਂ ਬਿਲਕੁਲ, ਲੈਣਦਾਰ ਦੇ ਤਾਂ ਫੋਨ ਆ ਰਹੇ ਹੋਣਗੇ। ਨਹੀਂ, ਉਹਦਾ ਹੱਕ ਵੀ ਬਣਦਾ ਹਾਂ ਹੈ। ਬਿਲਕੁਲ। ਇੱਕ ਬੰਦਾ ਸਾਨੂੰ 6 ਮਹੀਨੇ ਉਧਾਰ ਦਿੰਦਾ ਹੈ ਤੇ ਜਦੋਂ ਸਾਡੀ ਫਸਲ ਆਉਂਦੀ ਹੈ ਜੇ ਅਸੀਂ ਉਹਦੇ ਪੈਸੇ ਨਹੀਂ ਦਿੰਦੇ ਤਾਂ ਸਾਡੀ ਬਹੁਤ ਮਾੜੀ ਗੱਲ ਹੈ। ਬਿਲਕੁਲ। ਤਾਂ ਪਰ ਉਧਰੋਂ ਸਾਨੂੰ ਉਹਨਾਂ ਨੂੰ ਵੀ ਇਹ ਪਤਾ ਹੋਊ ਵੀ ਇਹ ਤਾਂ ਫਸੇ ਹੋਏ ਆ, ਇਹਨੇ ਕਿੱਥੇ ਜਾਣਾ, ਇਹਨੇ ਕਿੱਥੇ ਜਾਣਾ। ਇਹ ਸਾਡੀਆਂ ਹੁਣ ਛੋਟੀਆਂ ਮੰਡੀਆਂ 'ਚ ਵੀ ਹੁਣ ਤੱਕ ਇਹੀ ਹੁੰਦਾ, ਜੇ ਛੋਟੀ ਮਿਸਾਲ ਅਸੀਂ ਦੇਖੀਏ ਆਪਦੀ ਕੋਈ ਸਬਜ਼ੀ ਲੈ ਕੇ ਆਇਆ ਜਾਂ ਕੁਝ ਵੀ ਲੈ ਕੇ ਆਇਆ, ਉਹਨੂੰ ਵੀ ਪਤਾ ਹੁੰਦਾ ਵੀ ਇਹਨੇ ਕਿੱਥੇ ਜਾਣਾ, ਜਾ ਸਕਦਾ ਨਹੀਂ ਇਹ, ਤੇ ਇੱਥੇ ਆਉਣਾ ਇਹਨੇ। ਸ਼ੋਸ਼ਣ ਤਾਂ ਉਹ ਛੋਟੇ ਪੱਧਰ ਤੇ ਸੀ, ਹੁਣ ਬਹੁਤ ਵੱਡੇ ਪੱਧਰ ਤੇ ਹੋ ਜਾਣਾ। ਬਿਲਕੁਲ, ਉਹ ਸ਼ੋਸ਼ਣ ਇਹ ਸੀ ਜੀ, ਉਹ ਸ਼ੋਸ਼ਣ ਮੈਂ ਕੱਲ ਮੰਨ ਲਓ ਕਿਸੇ ਮੰਡੀ 'ਚ ਆਪਾਂ ਇਹ ਮੰਨ ਲਓ ਵੀ ਸ਼ੋਸ਼ਣ ਹੀ ਸੀ। ਬਿਲਕੁਲ। ਤਾਂ ਮੰਡੀ ਦੇ ਵਿੱਚ ਜੇ ਕਿਸਾਨ ਦਾ ਘੱਟ ਤੋਂ ਘੱਟ 500 ਬੰਦਾ ਸ਼ੋਸ਼ਣ ਕਰਨ ਵਾਲਾ ਸੀ, ਉਹ 500 ਘਰ ਦਾ ਚੁੱਲ੍ਹਾ ਤਾਂ ਤਪਦਾ ਸੀ। ਇਹ ਤਾਂ ਸਾਰੇ ਜਿਵੇਂ ਅਮਰੀਕਾ ਦੇ ਵਿੱਚ ਵਾਲਮਾਰਟ ਵਗੈਰਾ ਆਏ, ਉੱਥੇ ਸਿਸਟਮ ਹੋਇਆ, ਇਹ ਤਾਂ ਫਿਰ 3-4 ਘਰਾਣੇ ਹੋਣਗੇ ਹਿੰਦੁਸਤਾਨ 'ਚ, ਹੱਦ 5-7 ਹੋ ਜਾਣਗੇ ਜਿਹੜੇ ਖਾ ਜਾਣਗੇ, ਤੇ ਬਾਕੀ ਸਾਡੇ ਦੁਕਾਨਦਾਰ ਭਰਾ ਵੀ ਮਰ ਜਾਣਗੇ, ਤੇ ਛੋਟੇ ਦੁਕਾਨਦਾਰ, ਛੋਟੇ ਬਿਜ਼ਨਸ ਕਰਨ ਵਾਲੇ, ਤੇ ਇਹ ਤਾਂ ਸਾਰੇ ਹੀ ਕਾਰੋਬਾਰ ਮਤਲਬ ਫੇਲ ਹੋ ਜਾਣੇ। ਇਕੱਲੇ ਕਿਸਾਨਾਂ ਵਾਸਤੇ ਮਾੜੇ ਨਹੀਂ, ਇਹ ਕਿਸਾਨਾਂ ਨਾਲ ਸੰਬੰਧਿਤ ਜਿੰਨਾ ਵਪਾਰ, ਕਿਸਾਨਾਂ ਨਾਲ ਸੰਬੰਧਿਤ ਜਿੰਨੀ ਇੰਡਸਟਰੀ। ਦੇਖੋ ਜਦੋਂ ਅਸੀਂ ਜ਼ਮੀਨਾਂ ਠੇਕੇ 'ਤੇ ਦੇ ਦਿੱਤੀਆਂ ਤੇ ਉਹਨਾਂ ਨੇ ਵੱਡੀਆਂ ਮਸ਼ੀਨਰੀਆਂ ਲਿਆਂਦੀਆਂ। ਹੁਣ ਸਾਡੇ ਤੁਸੀਂ ਖੇਤਾਂ 'ਚ ਆਮ ਦੇਖਿਆ ਵੀ ਮਜ਼ਦੂਰ ਲੋਕ ਸਪਰੇਆਂ ਕਰਦੇ ਫਿਰਦੇ ਆ, ਇੱਕ ਪੰਪ ਦਾ ਉਹ 30 ਰੁਪਏ ਲੈਂਦੇ ਆ, 1000 ਰੁਪਏ ਦਿਹਾੜੀ ਵੀ ਪਾਉਂਦੇ ਆ, ਤਾਂ ਚਲੋ ਮਿਹਨਤ ਕਰਦੇ ਆ, ਉਹਨਾਂ ਦਾ ਹੱਕ ਵੀ ਬਣਦਾ। ਤਾਂ ਉਹਨਾਂ ਨੇ ਤਾਂ ਜਿਸ ਤਰ੍ਹਾਂ ਆਪਾਂ ਕੇਰਲਾ ਦੇ ਵਿੱਚ ਕੰਪਨੀਆਂ ਉੱਥੇ ਕਾਜੂ ਦੀ ਖੇਤੀ ਕਰਦੀਆਂ, ਉਹ ਤਾਂ ਹਵਾਈ ਜਹਾਜ਼ ਦੇ ਨਾਲ ਸਪਰੇਆਂ ਕਰਦੀਆਂ, ਉਹ ਤਾਂ ਦੇਖੋ ਬੰਦੇ ਵਿਹਲੇ ਕਰ ਦੇਣੇ ਉਹਨਾਂ ਨੇ। ਤੇ ਵਿਹਲਾ ਬੰਦਾ ਫਿਰ ਕੀ, ਜਦੋਂ ਉਹਦਾ ਘਰ ਪਰਿਵਾਰ ਨਾ ਚੱਲੂ ਤਾਂ ਜਿੱਥੇ ਉਹ 500 ਰੁਪਈਆ ਕਮਾਉਣਾ ਚਾਹੁੰਦਾ ਹੈ ਉਹਨੂੰ ਤਾਂ ਉੱਥੇ ਜੀ 300 ਰੁਪਈਏ ਤੇ ਵੀ ਜਾਣਾ ਪਊ। ਬਿਲਕੁਲ। ਨੁਕਸਾਨ ਮਜ਼ਦੂਰ ਦਾ ਵੀ ਹੋਣਾ ਇਹਦੇ ਵਿੱਚ। ਬਿਲਕੁਲ। ਇਹ ਮਤਲਬ ਬਹੁਤ ਹੀ ਘਾਤਕ ਇੱਕ ਇਤਿਹਾਸ ਦੇ ਵਿੱਚ ਇਹ ਸਾਡੀ ਖੇਤੀ ਦੇ, ਕਿਸਾਨਾਂ ਦੇ, ਸਾਡੇ ਵਣਜ ਵਪਾਰ ਦਾ ਜਿਹੜਾ ਖੇਤੀਬਾੜੀ ਹੈ, ਇਹ ਸਿਸਟਮ ਨੂੰ ਤਬਾਹ ਕਰਕੇ ਰੱਖਦਾ ਜੀ। ਬਰਾੜ ਸਾਹਿਬ ਹੋਰ ਜਿਹੜੀਆਂ ਇਸ ਕਾਨੂੰਨ ਦੇ ਵਿੱਚ ਹੋਰ ਵੀ ਪਹਿਲੂ ਹੈਗੇ ਨੇ, ਜਿਸ ਤਰ੍ਹਾਂ ਕਰਜ਼ ਦਾ ਪਹਿਲੂ ਆ, ਪਰਨੋਟ ਤੇ ਸਾਡੇ ਕਿਸਾਨ ਦਾ ਬਹੁਤ ਅਰਥਚਾਰਾ ਜਿਹੜਾ ਚੱਲਦਾ, ਪਰਨੋਟ ਤੇ ਕਰਜ਼ਾ ਲਿਆ ਜਾਂਦਾ। ਅਸੀਂ ਵੀ ਦੇਖਦੇ ਹਾਂ ਛੋਟੇ ਕਿਸਾਨ ਸਾਡੇ ਪਰਨੋਟ ਤੇ ਹੁਣ ਤੱਕ ਜਿਹੜਾ ਲੈਣਾ ਦੇਣਾ ਚੱਲਦਾ ਆ, ਉਹਦੇ 'ਚ ਕੋਈ ਮਾੜੀ ਗੱਲ ਨਹੀਂ, ਕਾਰ ਵਿਹਾਰੇ ਚੱਲਦਾ ਆ, ਪਰ ਉਹਦੇ ਤੇ ਲਿਖਿਆ ਜਾਂਦਾ ਕਿ ਘਰ ਦੀ ਜ਼ਰੂਰਤ ਵਾਸਤੇ ਜਾਂ ਘਰੇਲੂ ਕੰਮ ਵਾਸਤੇ ਫਲਾਣਾ ਸਿੰਘ ਨੇ ਕਰਜ਼ਾ ਲਿਆ। ਇਸ ਤੋਂ ਬਾਅਦ ਤੁਸੀਂ ਆ ਜਾਓ ਸਹਿਕਾਰੀ ਬੈਂਕ ਦੇ ਨਾਲ ਸਾਡੇ ਕਿਸਾਨ ਦਾ ਬਹੁਤ ਨੇੜੇ ਦਾ ਵਾਸਤਾ। ਇਸ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਵਿੱਤੀ ਅਜਿਹੀਆਂ ਸੰਸਥਾਵਾਂ ਨੇ ਜਿਹਦੇ ਨਾਲ ਸਾਡੇ ਕਿਸਾਨ ਦਾ ਲੈਣ ਦੇਣ ਚੱਲਦਾ, ਬਹੁਤ ਸਾਰੀਆਂ ਕਾਰਪੋਰੇਸ਼ਨਾਂ, ਉਹਨਾਂ ਨਾਲ ਸਾਡੇ ਕਿਸਾਨ ਦਾ ਜਿਹੜਾ ਲੈਣ ਦੇਣ ਚੱਲਦਾ। ਪਰ ਇਹਨਾਂ ਸਾਰੀਆਂ ਚੀਜ਼ਾਂ ਨੂੰ ਜਿਹੜਾ ਕਿਸਾਨੀ ਕਰਜ਼ੇ ਤੋਂ ਪਾਸੇ ਰੱਖਿਆ ਗਿਆ। ਇਹਨਾਂ ਸਾਰੀਆਂ ਸੰਸਥਾਵਾਂ ਤੋਂ ਵਿੱਚੇ ਪਰਨੋਟ ਨੂੰ ਤੁਸੀਂ ਗਿਣ ਲਓ, ਇਹਨਾਂ ਤੋਂ ਲਿਆ ਗਿਆ ਕਰਜ਼ਾ ਜਿਹੜਾ ਉਹ ਕਿਸਾਨ ਦੇ ਸਿਰ ਭਾਰ ਨਹੀਂ ਮੰਨਿਆ ਗਿਆ ਇਸ ਕਾਨੂੰਨ ਦੇ ਵਿੱਚ। ਬਿਲਕੁਲ ਜੀ, ਇਹ ਤਾਂ ਦੇਖੋ 2-3 ਚੀਜ਼ਾਂ ਦੀ ਤੇ ਇਹਦੇ 'ਚ ਗੱਲ ਹੀ ਨਹੀਂ ਹੋਈ। ਨਹੀਂ, MSP ਦੀ ਜਿਵੇਂ ਕਹਿੰਦੇ ਵੀ MSP ਮਿਲਦੀ ਰੂ, MSP ਦੇ ਵਿੱਚ ਕਿਤੇ ਨਹੀਂ ਲਿਖਿਆ ਹੋਇਆ। ਤੇ ਇੱਕ ਤੁਸੀਂ ਹੋਰ ਦੇਖੋ, ਜਿਹੜੀ ਕਰਜ਼ਿਆਂ ਦੀ ਗੱਲ ਚੱਲੀ ਵੀ ਇੱਕ ਉਹਨਾਂ ਨੇ ਇਹ ਕੀਤਾ ਹੈ ਵੀ ਜੇ ਕਿਸਾਨਾਂ ਦੀ ਜ਼ਮੀਨ ਜਿਹੜੀ ਵੀ ਕਿਸੇ ਕੰਪਨੀ ਨੇ ਕੰਟਰੈਕਟ ਤੇ ਲੈ ਲਈ, ਠੇਕੇ ਤੇ ਲੈ ਲਈ, ਉਹ ਉਹਦੇ ਤੇ ਲੋਨ ਲੈ ਸਕਦਾ। ਸਾਨੂੰ ਆਪਦੀਆਂ ਜ਼ਮੀਨਾਂ ਤੇ ਲੋਨ ਨਹੀਂ ਮਿਲਦਾ, ਉਹਨਾਂ ਨੂੰ ਜਿਹੜੀ ਜ਼ਮੀਨ ਠੇਕੇ ਤੇ ਲਈ ਹੋਊ ਉਹਦੇ ਤੇ ਲੋਨ ਮਿਲੂਗਾ। ਤੇ ਮਿਲੂਗਾ ਵੀ ਮਿੰਟੋ ਮਿੰਟੀ ਬਰਾੜ ਸਾਹਿਬ। ਬਿਲਕੁਲ ਜੀ, ਮੈਂ ਤੁਹਾਨੂੰ ਇੱਕ ਗੱਲ ਦੱਸਦਾ ਵੀ ਅਸੀਂ ਟਰੈਕਟਰ ਲੈਣਾ ਕਿਸਾਨ ਨੇ, ਤਾਂ ਉਹਦੇ 8-10 ਕਿੱਲੇ ਉਹਨੂੰ ਪਲੱਜ ਕਰਨੇ ਪੈਂਦੇ ਆ। ਬਿਲਕੁਲ। ਜੇ ਕਿਸੇ ਇੰਡਸਟਰੀ ਵਾਲੇ ਨੇ ਉਹ ਟਰੈਕਟਰ ਲੈਣੇ ਆ ਤਾਂ ਉਹ ਫਾਈਨੈਂਸ ਕੰਪਨੀਆਂ ਉਹਨਾਂ ਨੇ ਖੋਲ੍ਹੀਆਂ, ਅਤੇ ਉਹ ਮਿੰਟੋ ਮਿੰਟੀ ਉਹਨਾਂ ਨੂੰ ਹੋ ਜਾਂਦਾ, ਲੋਨ ਅਪਲਾਈ ਹੋ ਜਾਂਦਾ। ਫਿਰ ਇੱਕ ਮੈਂ ਤੁਹਾਨੂੰ ਹੋਰ ਵੱਡੀ ਉਦਾਹਰਨ ਦਿੰਦਾ, ਹੁਣ ਪਿੰਡਾਂ 'ਚ ਵੀ ਕਿਸਾਨਾਂ ਦੇ ਘਰ 10-10, 15-15 ਲੱਖ ਦੇ, 20-20 ਲੱਖ ਦੇ ਹੈਗੇ। ਜੇ ਉਹੀ ਘਰ ਜਿਹਦਾ ਸ਼ਹਿਰ 'ਚ ਹੈ, ਉਹਨੂੰ ਸ਼ਹਿਰ ਵਾਲੇ ਨੂੰ ਉਸ ਘਰ 'ਤੇ ਮਿੰਟ 'ਚ ਲੋਨ ਮਿਲਦਾ। ਕਿਸਾਨ ਦੇ ਘਰ ਨੂੰ ਕਿਹੜੀ ਖੰਘ ਹੋਈ ਹੈ, ਕਿਸਾਨ ਦੇ ਘਰ 'ਤੇ 100 ਰੁਪਈਆ ਵੀ ਲੋਨ ਨਹੀਂ ਮਿਲਦਾ। ਬਿਲਕੁਲ। ਫਿਰ ਤੁਹਾਨੂੰ ਇੱਕ ਮੈਂ ਹੋਰ ਨਵੀਂ ਗੱਲ ਦਾ, ਕਿਉਂਕਿ ਮੈਂ ਆਲੂਆਂ ਨਾਲ ਜੁੜਿਆ ਹੋਇਆ ਵੀ ਆਲੂਆਂ ਦਾ ਕੋਲਡ ਸਟੋਰ ਬਣਾਉਣਾ, ਤਾਂ ਉਹਦੇ ਵਾਸਤੇ ਬੈਂਕ ਜਿਹੜੀ ਜ਼ਮਾਨਤ, ਜਿਹਨੂੰ ਕੋਲੈਟਰਲ ਪ੍ਰਾਪਰਟੀ ਕਹਿੰਦੇ ਆ, ਉਹ ਸਾਡੇ ਪੇਂਡੂ ਜ਼ਮੀਨ ਨੂੰ ਗਿਣਦੀ ਨਹੀਂ ਗਿਣਦੇ।
ਤਾਂ ਇਹ ਗੱਲ ਮੈਂ ਤਾਂ ਇਹ ਸੋਚਦਾ ਵੀ ਜਿਹੜੇ ਸਾਡੇ ਲੀਡਰ ਚੁਣ ਕੇ ਅਸੀਂ ਜਿਨ੍ਹਾਂ ਨੂੰ ਭੇਜਦੇ ਆਂ ਵੀ ਜਾਂ ਤਾਂ ਉਹਨਾਂ ਨੂੰ ਪਤਾ ਹੀ ਨਹੀਂ, ਜੇ ਪਤਾ ਨਹੀਂ ਤਾਂ ਉਹਨਾਂ ਨੂੰ ਕਿਉਂ ਨਹੀਂ ਪਤਾ, ਉਹ ਪੜ੍ਹਦੇ ਕਿਉਂ ਨਹੀਂ ਇਹੋ ਜਿਹੀਆਂ ਗੱਲਾਂ। ਤੇ ਜੇ ਉਹਨਾਂ ਨੂੰ ਪਤਾ ਸੀ ਤਾਂ ਉਹਨਾਂ ਨੇ ਮੁੱਦੇ ਉਠਾਏ ਕਿਉਂ ਨਹੀਂ। ਬਿਲਕੁਲ। ਹੁਣ ਦੇਖੋ ਇੱਕ ਬੰਦੇ ਮੈਂ ਕਹਿੰਦੇ ਸਾਡੀ ਇੱਕ ਆਲੂ ਲਾਉਣ ਵਾਲੇ ਅਸੀਂ 500 ਕਿੱਲਾ ਜ਼ਮੀਨ ਅਸੀਂ ਜੇ ਪਲੈਜ ਕਰ ਦਈਏ ਤਾਂ ਵੀ ਅਸੀਂ ਅਕੋਰਡਿੰਗ ਟੂ ਲਾ ਕਾਨੂੰਨ ਦੇ ਮੁਤਾਬਕ ਅਸੀਂ ਕੋਲਡ ਸਟੋਰ ਵਾਸਤੇ ਲੋਨ ਲੈਣ ਵਾਸਤੇ ਨਹੀਂ ਲੈ ਸਕਦੇ। ਤੇ ਜਿਹਦੇ ਕੋਲੇ ਸ਼ਹਿਰ 'ਚ ਇੱਕ ਘਰ ਹੈ ਜਾਂ ਕੋਈ ਹੋਰ ਹੈ ਉਹ ਉਹਦੇ ਬੇਸ ਤੇ ਲੋਨ ਲੈ ਸਕਦਾ। ਤੇ ਯਾਰ ਸਾਡੀ ਜ਼ਮੀਨ ਐਡੀ ਮਾੜੀ ਹੋ ਗਈ ਜਿਹਦੇ ਤੇ ਸਾਰਾ ਦੇਸ਼ ਚੱਲਦਾ, ਜਿਹਦੇ ਤੇ ਸਰਕਾਰਾਂ ਬਣਦੀਆਂ। ਸਾਡੀਆਂ ਜ਼ਮੀਨਾਂ ਕਰਕੇ ਜਿਹੜੇ ਵੱਡੇ ਵੱਡੇ ਮਾਲ ਚੱਲਦੇ ਆ, ਵੱਡੇ ਵੱਡੇ ਮਾਲਸ ਦੇ ਵਿੱਚ ਸਾਡਾ ਜਿਹੜਾ ਆਲੂ 1 ਰੁਪਏ ਖਰੀਦ ਕੇ 20 40 ਰੁਪਏ ਵੇਚਿਆ ਜਾਂਦਾ, ਤੇ ਫਿਰ ਅਸੀਂ ਐਡੇ ਮਾੜੇ ਹੋ ਗਏ। ਨਹੀਂ ਇਹ ਤਾਂ ਫਿਰ ਹੁਣ ਹੋਰ ਕੀ ਕਹਿ ਸਕਦੇ ਹਾਂ ਆਪਾਂ, ਇਹ ਤਾਂ ਪਹਿਲਾਂ ਤੋਂ ਹੀ ਮਾੜੇ ਆ। ਇਹ ਤਾਂ ਨਹੀਂ ਹੁਣ ਚਲੋ ਹੁਣ ਸਮਾਂ ਦੀ ਆਪਾਂ ਸਮੇਂ ਦੀ ਵੀ ਵੈਲਿਊ ਨੂੰ ਕੀਮਤ ਨੂੰ ਸਮਝਦੇ ਹਾਂ, ਪਰ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਗੱਲ ਵੀ ਦੀ ਹੋਰ ਕਰਨਾ ਚਾਹੁੰਦਾ ਜੀ ਵੀ ਜੇ ਆਪਾਂ ਆਜ਼ਾਦੀ ਤੋਂ ਬਾਅਦ ਦੀ ਆਪਾਂ ਗੱਲ ਕਰੀਏ ਉਦੋਂ ਕੀ ਸੀ, ਉਦੋਂ ਸਾਡੀ ਸਰਕਾਰ ਕਹਿੰਦੀ ਸੀ ਵੀ ਅਨਾਜ ਪੈਦਾ ਕਰੋ ਜਿਵੇਂ ਮਰਜ਼ੀ ਕਰੋ। ਉਦੋਂ ਅਨਾਜ ਦੀ ਪ੍ਰੋਬਲਮ ਸੀ ਤੇ ਨਾਰਾ ਸੀ ਸਾਡਾ ਫੂਡ ਸਿਕਿਉਰਿਟੀ ਦਾ ਜੀ, ਵੀ ਸਾਡਾ ਭੋਜਨ ਕੰਨਿਓ ਅਸੀਂ ਸੁਰੱਖਿਅਤ ਹੋ ਜਾਈਏ। ਹੌਲੀ ਹੌਲੀ ਕੀ ਹੋਇਆ, ਅਸੀਂ ਜਦੋਂ ਉਧਰ ਭਰਤਾ ਫਿਰ ਚੇਂਜ ਦੇਖੋ ਕਿਵੇਂ ਆਉਂਦੀ ਹੈ। ਫਿਰ ਇਹਨਾਂ ਨੇ ਕੀ ਕੀਤਾ, ਉਹ ਜਦੋਂ ਸਾਡਾ ਅਸੀਂ ਫਸਲਾਂ ਬਹੁਤ ਜ਼ਿਆਦਾ ਪੈਦਾ ਕਰਤੀਆਂ, ਅਨਾਜ ਪੈਦਾ ਕਰਤਾ, ਫਲ ਪੈਦਾ ਕਰਤੇ, ਸਬਜ਼ੀਆਂ ਪੈਦਾ ਕਰਤੀਆਂ, ਤਾਂ ਕਿਸਾਨ ਨੂੰ ਇਹ ਘਾਟੇ ਪੈਣੇ ਸ਼ੁਰੂ ਹੋ ਗਏ। ਸਾਡੇ ਖਰਚੇ ਵੱਧ ਗਏ, ਅਸੀਂ ਮਸ਼ੀਨਰੀਆਂ ਖਰੀਦ ਲਈਆਂ, ਅਸੀਂ ਕੈਮੀਕਲ ਯੂਜ਼ ਕਰਨ ਲੱਗ ਗਏ। ਤਾਂ ਅੱਛਾ ਸਾਡਾ ਕਿਸਾਨ ਉਦੋਂ ਵੀ ਭੁੱਖਾ ਨਹੀਂ ਸੀ ਮਰਦਾ ਜਦੋਂ ਸਾਡੇ ਗ੍ਰੀਨ ਰੈਵੋਲੂਸ਼ਨ ਨਹੀਂ ਆਇਆ ਸੀ। ਅੱਜ ਬੜੀਆਂ ਸੋਸ਼ਲ ਆਰਗੇਨਾਈਜੇਸ਼ਨਸ ਆਈਆਂ ਜਿਹੜੀਆਂ ਕਹਿੰਦੀਆਂ ਜੀ ਕਿਸਾਨ ਜ਼ਹਿਰ ਖਵਾ ਰਹੇ ਆ, ਕਿਸਾਨ ਤਾਂ ਰੇਹਾਂ ਖਵਾ ਰਹੇ ਆ, ਕਿਸਾਨ ਆਹ ਕਰ ਰਹੇ ਆ, ਕਿਸਾਨ ਉਹ ਕਰ ਰਹੇ ਆ। ਬਿਲਕੁਲ। ਅੱਜ ਹੁਣ ਸਾਡੀਆਂ ਸਰਕਾਰਾਂ ਵੀ ਕਹਿੰਦੀਆਂ ਵੀ ਹੁਣ ਕੁਆਂਟੀਟੀ ਨਹੀਂ ਕੁਆਲਿਟੀ ਪੈਦਾ ਕਰੋ। ਹਾਂ, ਪਹਿਲਾਂ ਤੁਸੀਂ ਕਹਿੰਦੇ ਸੀ ਕੁਆਂਟੀਟੀ ਦਿਓ ਜਿਵੇਂ ਮਰਜ਼ੀ ਦਿਓ, ਬਿਲਕੁਲ। ਤੇ ਜ਼ਹਿਰ ਘਰੇ ਸਿੱਟ ਕੇ ਜਾਂਦੇ ਸੀ ਵੀ ਤੁਸੀਂ ਪਾਓ ਤੇ ਸਾਨੂੰ ਕੁਆਂਟੀਟੀ ਦਿਓ, ਅਸੀਂ ਢਿੱਡ ਭਰਨਾ। ਤੇ ਜਦੋਂ ਅਸੀਂ ਢਿੱਡ ਭਰਨ ਵਾਲੇ ਹੋ ਗਏ ਫਿਰ ਤੁਹਾਨੂੰ ਇਹ ਹੋ ਗਿਆ ਵੀ ਇਹਨਾਂ ਦੇ ਢਿੱਡ 'ਚ ਛੁਰਾ ਮਾਰ ਗਈ। ਬਿਲਕੁਲ ਜੀ, ਹੁਣ ਉਹੀ ਹਾਲਾਤ ਹੋ ਗਏ ਵੀ ਅਸੀਂ ਭੋਜਨ ਅਨਾਜ ਵਾਧੂ ਕਰਤਾ। ਹੁਣ ਉਹਨਾਂ ਨੂੰ ਇਹ ਹੈ ਵੀ ਹੁਣ ਆਬਾਦੀ ਵੀ ਸਾਡੀ ਵੱਧ ਗਈ ਖਾਣ ਵਾਲੀ। ਹੁਣ ਜਦੋਂ ਪ੍ਰਾਈਵੇਟ ਅਦਾਰੇ ਸਾਡੀਆਂ ਚੀਜ਼ਾਂ ਖਰੀਦ ਕੇ ਉੱਥੇ ਗੱਲ ਫੇਰ ਆਉਂਦੀ ਹੈ, ਉਹ ਆਪਦਾ ਉਹਨਾਂ ਕੁ ਰਿਲੀਜ਼ ਕਰਿਆ ਕਰਨਗੇ ਜਿੰਨੇ ਕਿ ਤੂੰ ਵੀ ਭੱਜ ਆਪਾਂ ਚਿੰਬੜ ਗਈ। ਤੇ ਬਾਕੀ ਜਿਹੜੇ ਮਤਲਬ ਇਹ ਤਾਂ ਇੱਕ ਬੜੀ ਲੰਮੀ ਚੌੜੀ ਕਹਾਣੀ ਹੈ। ਦੇਖੋ ਖੇਤੀ ਸੰਕਟ ਤੋਂ ਕਿਸਾਨੀ ਸੰਕਟ ਤੱਕ ਅਸੀਂ ਕਿਵੇਂ ਆਏ, ਕਿਉਂਕਿ ਜਿਹੜੇ ਸਾਡੇ ਸਮਾਜ ਦੇ ਦੂਜੇ ਵਰਗ ਸਾਡੀ ਕੋਈ ਉਹਨਾਂ ਨਾਲ ਦੁਸ਼ਮਣੀ ਨਹੀਂ। ਅਸੀਂ ਇਹ ਨਹੀਂ ਕਹਿੰਦੇ ਵੀ ਜਿਹੜੇ ਮੁਲਾਜ਼ਮ ਇਹਨਾਂ ਦੀਆਂ ਤਨਖਾਹਾਂ ਕਿਉਂ ਵੱਧ ਰਹੀਆਂ ਜੀ, ਪਰ ਅਸੀਂ ਕਹਿੰਦੇ ਵੀ ਸਾਡੀ ਵੀ ਤਾਂ ਆਮਦਨ ਵਧਣੀ ਚਾਹੀਦੀ ਹੈ। ਬਿਲਕੁਲ, ਅਸੀਂ ਵੀ ਇੱਕ ਸੋਸ਼ਲ ਕੰਮ ਕਰ ਰਹੇ ਹਾਂ। ਬਾਕੀ 65% 60 ਤੋਂ 65% ਆਬਾਦੀ ਹੈ ਜਿਹੜੀ ਉਹ ਸਾਡੀ ਖੇਤੀ ਤੇ ਡਿਪੈਂਡ ਹੈ। ਉਹਨਾਂ ਦੇ ਤਾਂ ਇਹ ਜ਼ਿੰਦਗੀ ਦਾ ਸਵਾਲ ਹੈ। ਬਿਲਕੁਲ। ਹੁਣ ਇਹ ਬਾਹਰਲੇ ਵਿਦੇਸ਼ਾਂ ਦੀਆਂ ਗੱਲਾਂ ਕਰਦੇ ਆ, ਅਮਰੀਕਾ 'ਚ ਤਾਂ 1% ਲੋਕ ਖੇਤੀ ਕਰਦੇ ਆ, ਉੱਥੇ ਪ੍ਰੋਗਰਾਮ ਕ੍ਰੌਪਸ ਹੈ। ਇੱਥੇ ਸਾਡੇ ਕੋਈ ਕ੍ਰੌਪ ਪ੍ਰੋਗਰਾਮ ਹੀ ਹੈ ਨਹੀਂ, ਉੱਥੇ 6 ਫਸਲਾਂ ਦੀਆਂ ਪ੍ਰੋਗਰਾਮ ਕ੍ਰੌਪਸ ਹੈ। ਬਹੁਤ ਕੁਛ ਹੈ ਬਰਾੜ ਸਾਹਿਬ, ਖੁੱਲੀਆਂ ਜ਼ਮੀਨਾਂ, ਉੱਥੇ ਮਸ਼ੀਨਰੀ ਹੈ, ਹਰੇਕ ਚੀਜ਼ ਉੱਥੇ ਇੰਡਸਟਰੀ ਆ। ਤੁਸੀਂ ਆਪਦੇ ਆਲੂ ਪੱਟੋ ਤੇ ਨਾਲ ਦੀ ਨਾਲ ਤੁਸੀਂ ਇੰਡਸਟਰੀ 'ਚ ਮਾਰੋ, ਨਾਲ ਦੀ ਨਾਲ ਤੁਹਾਨੂੰ ਮਤਲਬ ਜਿਹੜੇ ਪੈਸੇ ਅਗਲੇ ਮੇਜ਼ ਤੇ ਧਰ ਦੇਣਗੇ। ਬੜਾ ਕੁਛ ਆ। ਅਸੀਂ ਮੁਕਾਬਲਾ ਤਾਂ ਉਹਨਾਂ ਮੁਲਕਾਂ ਨਾਲ ਕਰਨ ਜਾ ਰਹੇ ਹਾਂ, ਪਰ ਅਸੀਂ ਆਪਦਾ ਇਨਫਰਾਸਟ੍ਰਕਚਰ ਤਾਂ ਦੇਖੀਏ, ਅਸੀਂ ਆਪਦੇ ਸਾਧਨ ਦੇਖੀਏ, ਅਸੀਂ ਆਪਦੇ ਜਿਹੜੇ ਕਿਸਾਨ ਦੀ ਹਾਲਤ ਦੇਖੀਏ, ਉਹਦੇ ਸਾਧਨ ਦੇਖੀਏ, ਗਾ ਉਹਦਾ ਅਸੀਂ ਮਾਨਸਿਕ ਸਿਸਟਮ ਦੇਖੀਏ। ਜੇ ਮਨ ਨਾ ਠੀਕ ਹੋਊਗਾ, ਬੰਦੇ ਦਾ ਦਿਮਾਗੀ ਤਵਾਜ਼ਨ ਨਾ ਠੀਕ ਹੋਊਗਾ, ਤੇ ਕਿਵੇਂ ਕੰਮ ਕਰੂਗਾ ਉਹ ਇਹੋ ਜਿਹੀ ਮੰਡੀ ਵਾਸਤੇ ਜਾਂ ਇਹੋ ਜਿਹੀਆਂ ਪਾਲਿਸੀਆਂ ਨੂੰ ਅੱਗੇ ਵਧਾਉਣ ਵਾਸਤੇ। ਨਹੀਂ ਇਹ ਤਾਂ ਦੇਖੋ ਜੀ ਬਰਾੜ ਸਾਹਿਬ, ਬੜੀ ਲੰਮੀ ਚੌੜੀ ਕਹਾਣੀ ਹੈ। ਜਿਹੜੀ ਮਾਨਸਿਕਤਾ ਦੀ ਆਪਾਂ ਗੱਲ ਕਰਦੇ ਹਾਂ, ਇਹ ਵੀ ਗੱਲ ਬਿਲਕੁਲ ਠੀਕ ਹੈ, ਕਿਉਂਕਿ ਉੱਥੋਂ ਦੀਆਂ ਸਰਕਾਰਾਂ ਵੀ ਕਿਸਾਨ ਦੀ ਸਪੋਰਟ ਕਰਦੀਆਂ। ਇੱਥੇ ਸਰਕਾਰਾਂ ਵਾਸਤੇ ਕਿਸਾਨ ਇੱਕ ਵੋਟ ਤੋਂ ਸਿਵਾਏ ਕੁਛ ਨਹੀਂ। ਬਿਲਕੁਲ। ਅਸੀਂ ਕਿਸੇ ਪਾਰਟੀ ਦੀ ਗੱਲ ਨਹੀਂ ਕਰਦੇ, ਅਸੀਂ ਟੋਟਲ ਸਾਰੀਆਂ ਸਮੁੱਚੀ ਪੋਲੀਟੀਕਲ ਸੈਟਅਪ ਰਾਜਨੀਤਿਕ ਢਾਂਚੇ ਦੀ ਗੱਲ ਕਰਦੇ ਹਾਂ। ਇਹ ਕਿਸਾਨਾਂ ਨੂੰ ਆਪਦੀ ਇੱਕ ਵੋਟ ਸਮਝਦੇ ਆ। ਉਸ ਵੋਟ ਦੀ ਖਾਤਰ ਜੇ ਤਾਂ ਦੇਖੋ ਜੀ ਅਸੀਂ ਵੋਟਾਂ ਵਾਲੇ ਦਿਨ ਸ਼ਰਾਬ ਮੰਗਾਂਗੇ ਤਾਂ ਸਾਨੂੰ ਸ਼ਰਾਬ ਦੇ ਦੇਣਗੇ। ਜੇ ਅਸੀਂ ਮੰਨ ਲਓ ਵੀ ਮੈਂ ਪਿੰਡ ਦਾ ਕੋਈ ਲੀਡਰ ਹੈ, ਮੈਂ ਕਹੂੰ ਵੀ ਮੈਨੂੰ ਇਸ ਫੰਡ ਵਾਸਤੇ ਪੈਸੇ ਮਿਲ ਜਾਣੇ, ਇਹਦੇ 'ਚੋਂ ਮੈਂ ਕੁਛ ਖਾ ਪੀ ਲੂੰਗਾ, ਤਾਂ ਉਹ ਦੇ ਦੇਣਗੇ। ਜੇ ਅਸੀਂ ਆਪਦੇ ਹੱਕਾਂ ਦੀ ਗੱਲ ਕਰਾਂਗੇ, ਇਹ ਬੜੀ ਖੁਸ਼ੀ ਦੀ ਗੱਲ ਆ ਵੀ ਆ ਹੁਣ ਪਿਛਲੇ ਦਿਨਾਂ 'ਚ ਹੱਕਾਂ ਦੀ ਗੱਲ ਹੋਈ ਹੈ, ਤਾਂ ਹੁਣ ਤੁਸੀਂ ਦੇਖੋ ਰਾਜਨੀਤਿਕ ਪਾਰਟੀਆਂ ਨਾਲ ਭੱਜੀਆਂ ਨਹੀਂ ਫਿਰਦੀਆਂ। ਬਿਲਕੁਲ। ਅੱਜ ਕੋਈ ਵੋਟਾਂ ਦਾ ਸੀਜ਼ਨ ਤਾਂ ਹੈ ਨਹੀਂ, ਪਰ ਉਹਨਾਂ ਨੂੰ ਇਹ ਲੱਗ ਰਿਹਾ ਵੀ ਇਹ ਵੋਟਾਂ ਸਾਡੇ ਹੱਥੋਂ ਜਾਣਗੀਆਂ, ਵੀ ਲੋਕ ਚੇਤਨ ਹੋ ਰਹੇ ਆ। ਚੇਤਨ ਤਾਂ ਅਕਸਰ ਤਾਂ ਕਿਤੇ ਨਾ ਕਿਤੇ ਤਾਂ ਆਉਣੀ ਹੈ। ਜੇ ਹੁਣ ਨਾ ਆਊ ਤਾਂ ਅਸੀਂ 100 ਸਾਲ ਫੇਰ ਪਿੱਛੇ ਪੈ ਜਾਵਾਂਗੇ। ਬਿਲਕੁਲ। ਕਿਤੇ ਨਾ ਕਿਤੇ ਫੇਰ ਸਾਡੀ ਅਗਲੀ ਪੀੜ੍ਹੀਆਂ ਪਤਾ ਹੀ ਨਹੀਂ ਕਿੰਨਾ ਦੁਖੀ ਹੋ ਕੇ ਫੇਰ ਇਹ ਕੋਈ ਕਿੱਡਾ ਕੁ ਯੁੱਧ ਉਹਨਾਂ ਨੂੰ ਇਹ ਸੰਘਰਸ਼ ਕਰਨੇ ਪੈਣਗੇ। ਸਭ ਤੋਂ ਵੱਡੀ ਪ੍ਰੋਬਲਮ ਹੈ, ਇੱਕ ਬਰਾੜ ਸਾਹਿਬ ਹੋਰ ਵੀ ਸਮਝਦਾ ਵੀ ਜਿਹੜੀ ਸਾਡੇ ਆਹ ਮੋਬਾਈਲ ਫੋਨ ਆ ਗਏ, ਹੋਰ ਆ ਗਏ, ਕਿਤਾਬਾਂ ਸਾਡੇ ਘਰਾਂ 'ਚੋਂ ਨਿਕਲ ਗਈ ਜੀ। ਅੱਗੇ ਪੁਰਾਣੇ ਜ਼ਮਾਨੇ ਜਦੋਂ ਆਪਾਂ, ਮੇਰੀ ਵੀ ਹੁਣ ਉਮਰ ਬਹੁਤ ਹੈ, 62 ਸਾਲ ਦੀ ਹੋ ਗਈ ਹੈ, ਵੀ ਅੱਗੇ ਬੋੜਾਂ ਪਿੱਪਲਾਂ ਥੱਲੇ ਬਿਜਲੀਆਂ ਉਦੋਂ ਹੁੰਦੀਆਂ ਨਹੀਂ ਸੀ, ਦੁਪਹਿਰੇ ਉੱਥੇ ਬਹਿ ਜਾਂਦੇ ਤਾਂ ਕੋਈ ਨਾ ਕੋਈ ਜਿਹੜਾ ਪੜ੍ਹਿਆ ਲਿਖਿਆ ਬੰਦਾ ਹੁੰਦਾ ਉਹਨੂੰ ਕਹਿੰਦੇ ਵੀ ਤੂੰ ਭਾਈ ਸਾਨੂੰ ਚਿੱਠਾ ਸੁਣਾ, ਰੂਪ ਬਸੰਤ ਦਾ ਸੁਣਾ, ਫਲਾਨਾ ਸੁਣਾ, ਕੋਈ ਨਾ ਕੋਈ ਹੀਰ ਰਾਂਝਾ ਸੁਣਾ।
ਯਾਨੀ ਸਾਹਿਤ ਦੀ ਗੱਲ ਤਾਂ ਹੁੰਦੀ ਸੀ। ਹਾਂ, ਸਾਹਿਤ ਦੀ ਗੱਲ ਹੁੰਦੀ, ਉਸ 'ਚੋਂ ਗਿਆਨ ਵੀ ਮਿਲਦਾ ਸੀ। ਬਿਲਕੁਲ। ਤਾਂ ਹੁਣ ਸਾਡੇ ਕੋਲੇ ਅਸੀਂ ਇੰਨੇ ਕੁ ਆਪਣੇ ਆਪ ਨੂੰ ਕਿਤਾਬਾਂ ਤੋਂ, ਸਾਹਿਤ ਤੋਂ ਦੂਰ ਕਰ ਲਿਆ, ਤਾਂ ਇਹਦੇ ਵਿੱਚ ਸਾਡੀ ਅਗਿਆਨਤਾ ਵੱਧ ਗਈ ਵੀ ਜਿਹਦੇ ਨਾਲ ਸਾਨੂੰ ਪਤਾ ਹੀ ਨਹੀਂ ਦੁਨੀਆ ਤੇ ਹੋ ਕੀ ਰਿਹਾ। ਤੇ ਦੋਸਤੋ, ਬਰਾੜ ਸਾਹਿਬ ਨੂੰ ਜਿਹੜਾ ਅੱਜ ਰਿਕਾਰਡ ਕਰਨ ਦਾ ਇਸ ਚੈਨਲ ਦੇ ਰਾਹੀਂ, ਈਟੇਸ਼ਨ ਚੈਨਲ ਦੇ ਮਾਧਿਅਮ ਦੇ ਰਾਹੀਂ ਮੇਰਾ ਮਕਸਦ ਇਹੀ ਹੈ ਕਿ ਜਿਹੜੀਆਂ ਤਿੰਨ ਮੁੱਖ ਬਿੱਲ ਜਿਹੜੇ ਖੇਤੀ ਦੇ ਵਿੱਚ ਪਾਸ ਹੋਏ ਨੇ, ਉਹਨਾਂ ਦੇ ਵਿੱਚ ਕੀ ਕੁਛ ਆ, ਅਸੀਂ ਦੇਸੀ ਭਾਸ਼ਾ ਦੇ ਵਿੱਚ ਤੁਹਾਡੇ ਨਾਲ ਸਾਂਝਾ ਕਰ ਸਕੀਏ। ਬਰਾੜ ਸਾਹਿਬ, ਹੁਣ ਜਿਹੜੀ ਗੱਲ ਰਹੇਗੀ ਅਖੀਰ ਤੇ ਆ ਕੇ, ਉਹ ਆ ਕਿ ਇੱਕ ਤਾਂ ਜਿਹੜਾ ਜ਼ਿਲ੍ਹਾ ਫੋਰਮ ਬਣਾ ਦਿੱਤਾ ਜਾਊਗਾ, ਇੱਕ ਸਟੇਟ ਟ੍ਰਿਬਿਊਨਲ ਬਣਾ ਦਿੱਤਾ ਜਾਊਗਾ। ਜੇ ਕਿਸੇ ਦੇ ਕਰਜ਼ੇ ਦਾ ਨਿਪਟਾਰਾ ਨਹੀਂ ਹੁੰਦਾ, ਕੋਈ ਕਿਸੇ ਦਾ ਕਰਜ਼ਾ ਉਲਝਿਆ ਹੋਇਆ ਜਾਂ ਕਿਸਾਨ ਬਾਹਲਾ ਹੀ ਫਸਿਆ ਹੋਇਆ, ਦਿਖਾਇਆ ਯਾਨੀ ਇਹ ਹੈ ਕਿ ਕਿਸਾਨ ਦਾ ਭਾਰ ਅਸੀਂ ਲਾਉਣਾ, ਪਰ ਉਹਦੀ ਤਹਿ ਤੱਕ ਜਾਈਏ ਤਾਂ ਐਉਂ ਲੱਗਦਾ ਕਿ ਕਿਸਾਨ ਦੇ ਜੇ ਪਹਿਲਾਂ ਗੱਲ ਨੂੰ ਇੱਕ ਹੱਥ ਸੀ ਨਾ, ਤੇ ਹੁਣ ਪਿੱਛੋਂ ਵੀ ਪਾਲਿਆ ਵੀ ਜ਼ੋਰ ਨਾਲ ਘੁੱਟਣਾ। ਜ਼ਿਲ੍ਹਾ ਫੋਰਮ ਉਹ ਕਹਿੰਦੇ ਬਣਾਵਾਂਗੇ ਅਸੀਂ, ਇੱਕ ਜਿਹੜਾ ਜ਼ਿਲ੍ਹਾ ਸੈਸ਼ਨ ਜੱਜ ਲਿਆ ਜਾਊਗਾ ਜਾਂ ਕੋਈ ਰਿਟਾਇਰਡ ਜੱਜ ਲਿਆ ਜਾਊਗਾ, ਉਹਦੇ ਤਹਿਤ ਇੱਕ ਕਮੇਟੀ ਬਣਾਈ ਜਾਊਗੀ, ਇੱਕ ਜਿਹੜਾ ਕਿਸਾਨ ਲਿਆ ਜਾਊਗਾ ਤੇ ਇੱਕ ਜਿਹੜਾ ਸ਼ਾਹੂਕਾਰ ਪੱਖ ਤੋਂ ਇੱਕ ਬੰਦਾ ਲਿਆ ਜਾਊਗਾ। ਇਸੇ ਤਰਜ਼ ਤੇ ਜਿਹੜਾ ਬਣਾਇਆ ਜਾਊਗਾ ਸਟੇਟ ਟ੍ਰਿਬਿਊਨਲ, ਇੱਕ ਹਾਈ ਕੋਰਟ ਦਾ ਜੱਜ ਲਿਆ ਜਾਊਗਾ ਜਾਂ ਕੋਈ ਰਿਟਾਇਰਡ ਜੱਜ ਦੀਆਂ ਸੇਵਾਵਾਂ ਲਈਆਂ ਜਾਣਗੀਆਂ। ਇਸ ਤੋਂ ਇਲਾਵਾ ਕੋਈ ਜਿਹੜਾ ਖੇਤੀਬਾੜੀ ਦੇ ਵਿੱਚ ਕਿਸਾਨਾਂ ਦੀ ਨੁਮਾਇੰਦਗੀ ਕਰਦਾ ਅਜਿਹਾ ਬੰਦਾ ਲਿਆ ਜਾਊਗਾ, ਤੇ ਇਸ ਤੋਂ ਇਲਾਵਾ ਇੱਕ ਜਿਹੜਾ ਅਜਿਹਾ ਬੰਦਾ ਲਿਆ ਜਾਊਗਾ ਜਿਹੜੇ ਸ਼ਾਹੂਕਾਰ ਪੱਖ ਦੀ ਜਾਂ ਉੱਚੇ ਘਰਾਣਿਆਂ ਦੀ ਨੁਮਾਇੰਦਗੀ ਕਰਦਾ। ਹੁਣ ਅਸੀਂ ਵੀ ਦੇਖਦੇ ਹਾਂ, ਅਸੀਂ ਕਿਹੜਾ ਕੋਈ ਮੂਰਖ ਹਾਂ, ਸਾਰੇ ਕਿਸਾਨ ਆ, ਮੈਂ ਵੀ ਕਿਸਾਨ ਆ, ਬਰਾੜ ਸਾਹਿਬ ਵੀ ਕਿਸਾਨ ਆ, ਤੁਸੀਂ ਸੁਣਨ ਵਾਲੇ ਵੀ ਕਿਸਾਨ। ਹੁਣ ਕਿਸ ਤਰ੍ਹਾਂ ਜਿਹੜਾ ਇਹ ਕਮੇਟੀਆਂ ਕੰਮ ਕਰਦੀਆਂ ਸਾਨੂੰ ਕਿਹੜਾ ਪਤਾ ਨਹੀਂ, ਸਾਰਿਆਂ ਨੂੰ ਸਾਨੂੰ ਪਤਾ। ਕਿਵੇਂ ਇਹਨਾਂ ਦੇ ਚੇਅਰਮੈਨ ਲੱਗਦੇ ਆ ਉਹ ਵੀ ਤੁਹਾਨੂੰ ਸਾਰਿਆਂ ਨੂੰ ਪਤਾ। ਉਸ ਤੋਂ ਇਲਾਵਾ ਹੁਣ ਜੇ ਕੋਈ ਕਿਸਾਨ ਪੱਖ ਦਾ ਕੋਈ ਨੁਮਾਇੰਦਾ ਲਿਆ ਜਾਊਗਾ, ਉਹ ਕਿਹੜਾ ਲਾਇਆ ਜਾਊਗਾ ਉਹ ਵੀ ਤੁਹਾਨੂੰ ਪਤਾ। ਉਸ ਤੋਂ ਇਲਾਵਾ ਜਿਹੜਾ ਸ਼ਾਹੂਕਾਰ ਜਾਂ ਸਰਮਾਏਦਾਰੀ ਪੱਖ ਦਾ ਜਿਹੜਾ ਕੋਈ ਨੁਮਾਇੰਦਾ ਹੋਊਗਾ ਉਹ ਵੀ ਤੁਹਾਨੂੰ ਪਤਾ। ਉਹ ਨਿਪਟਾਰਾ ਕਰਨਗੇ ਰਲ ਕੇ ਕਿਸਾਨ ਦੇ ਕਰਜ਼ੇ ਦਾ। ਕਿਸਾਨ ਦੇ ਸਿਰ ਜਿਹੜਾ ਕਰਜ਼ਾ, ਉਹ ਸਾਰੀਆਂ ਧਿਰਾਂ ਬੈਠਣਗੀਆਂ, ਵਿਚਾਰਾ ਆ ਕੇ ਕਿਸਾਨ ਬਹਿ ਜਾਊਗਾ ਤੇ ਉਹਦਾ ਫੈਸਲਾ ਕਰਨਗੇ ਇਹ ਤਿੰਨ ਬੰਦੇ। ਹੁਣ ਤਿੰਨ ਬੰਦੇ ਕਿਹਦੇ ਇਸ਼ਾਰਿਆਂ ਤੇ ਚੱਲਣਗੇ ਤੁਹਾਨੂੰ ਸਾਰਿਆਂ ਨੂੰ ਪਤਾ। ਇਸ ਕਰਕੇ ਮੁੜ ਘੜ ਕੇ ਗੱਲ ਦੋਸਤੋ ਆ ਜਾਣੀ ਆ ਸਿਆਸੀ ਸਿਸਟਮ ਤੇ। ਸਿਆਸੀ ਬੰਦੇ ਜਿਵੇਂ ਨਚਾਉਣਗੇ, ਇਹ ਸਾਰੀਆਂ ਕਮੇਟੀਆਂ, ਇਹ ਸਾਰੀਆਂ ਫੋਰਮਾਂ, ਇਹ ਸਾਰੇ ਟ੍ਰਿਬਿਊਨਲ ਉਵੇਂ ਨੱਚਣਗੇ। ਇਹਦਾ ਬਹੁਤ ਵੱਡਾ ਨੁਕਸਾਨ ਆ। ਬਰਾੜ ਸਾਹਿਬ ਨੂੰ ਵੀ ਪੁੱਛਦੇ। ਦੇਖੋ ਜੀ, ਚਲੋ ਇਹ ਗੱਲਾਂ ਤਾਂ ਪਹਿਲਾਂ ਤੋਂ ਹੀ ਹੋ ਰਹੀਆਂ, ਆਪਾਂ ਇਹਨਾਂ ਨੂੰ ਜੇ ਪਾਸੇ ਰੱਖ ਦਈਏ, ਜਿਹੜਾ ਕਾਨੂੰਨ ਦੇ ਵਿੱਚ, ਆਰਡੀਨੈਂਸ ਦੇ ਵਿੱਚ ਲਿਖਿਆ, ਜੋ ਮੈਂ ਉਹਦੇ ਵਿੱਚ ਪੜ੍ਹਿਆ ਜੀ, ਉਹਦੇ 'ਚ ਇਹ ਲਿਖਿਆ ਹੈ ਵੀ ਜਦੋਂ ਮੰਨ ਲਓ ਅਸੀਂ ਕਿਸੇ ਨਾਲ ਵਾਅਦਾ ਖੇਤੀ ਕਰ ਲਈ, ਬਿਲਕੁਲ, ਤਾਂ ਮੈਂ ਤਾਂ ਉਸ ਤੋਂ ਬਾਅਦ ਚਲੋ ਮੈਂ ਤੁਹਾਨੂੰ ਐਗਜ਼ਾਮਪਲ ਵੀ ਦਿੰਦਾ, ਮੈਂ ਜਿਹਦੀ ਕੰਪਨੀਆਂ ਨਾਲ ਮੈਂ ਵਾਅਦਾ ਖੇਤੀ ਕੀਤੀ, ਜੀ, ਕਿਉਂ ਮੈਨੂੰ ਕੋਈ ਡਰ ਨਹੀਂ ਉਹਨਾਂ ਦਾ ਨਾਂ ਲੈਣ ਦਾ, ਹੱਡ ਬੀਤੀ ਦੱਸ ਦਿਓ। ਹਾਂ ਨਹੀਂ, ਚਲੋ ਪਹਿਲਾਂ ਮੈਂ ਤੁਹਾਨੂੰ ਉਹ ਦੱਸਦਾ। ਉਹਦੇ 'ਚ ਲਿਖਿਆ ਵੀ ਤੁਸੀਂ SDM ਕੋਲੇ ਜਾਓਗੇ, ਬਿਲਕੁਲ, SDM ਸਾਹਿਬ ਉਹਦਾ ਫੈਸਲਾ ਕਰਨਗੇ ਜੀ। SDM ਸਾਹਿਬ ਕੋਲੋਂ ਜੇ ਨਹੀਂ, ਉਦੋਂ ਬਾਅਦ ਫਿਰ ਤੁਸੀਂ DM ਸਾਹਿਬ ਕੋਲੇ, ਉਹਦੇ 'ਚ 30 ਦਿਨ ਦੀ ਹੈਗਾ, ਉਦੋਂ ਬਾਅਦ 30 ਦਿਨ ਦਾ ਹੋ ਰਿਹਾ। ਮੰਨ ਲਓ ਵੀ ਮੈਂ ਆਲੂਆਂ ਦਾ ਵਾਅਦਾ ਕਰ ਲਿਆ ਜੀ, ਤੇ ਆਲੂ ਜਦੋਂ ਅਸੀਂ ਪੱਟ ਲੈਂਦੇ ਹਾਂ, ਸਾਡਾ ਅਸੀਂ ਸਬ ਟ੍ਰੋਪੀਕਲ ਏਰੀਏ 'ਚ ਰਹਿੰਦੇ ਹਾਂ, ਸਾਡਾ ਜਿੰਨਾ ਆਲੂ ਪੈਦਾ ਕਰਨ ਵਾਲਾ ਬੈਲਟ ਆ ਸਾਡੀ, ਪੰਜਾਬ ਤੋਂ ਲੈ ਕੇ ਪੰਜਾਬ, UP, ਹਰਿਆਣਾ, ਬਿਹਾਰ, ਵੈਸਟ ਬੰਗਾਲ ਤੇ ਇਹ ਸਾਰੇ ਜਿੰਨੇ ਹੈਗੇ ਜੀ, ਤਾਂ ਉਹਦੇ ਵਿੱਚ ਕੀ ਹੈ ਵੀ ਅਸੀਂ ਫਟਾਫਟ ਉਹਨੂੰ ਗਲਣ ਤੋਂ ਬਚਾਉਣਾ ਹੁੰਦਾ। ਤੇ ਮੰਨ ਲਓ ਸਾਡਾ ਉਹ ਆਲੂ ਨਹੀਂ ਚੱਕਦੇ, ਵੀ ਅਸੀਂ ਕੀ ਕਰਾਂਗੇ, ਆਲੂ ਦਾ ਢੇਰ ਅਸੀਂ ਉਵੇਂ ਪਿਆ ਰਹਿਣ ਦੇਂਗੇ ਕਿ ਅਸੀਂ SDM ਕੋਲ ਜਾਵਾਂਗੇ। SDM ਸਾਹਿਬ ਨੇ 30 ਦਿਨ, SDM ਹੁਣ ਮੇਰੀ ਸੁਣੂ ਇੱਕ ਸਧਾਰਨ ਜਿਹੇ ਕਿਸਾਨ ਦੀ, ਕਿ SDM ਇੱਕ ਬਹੁਤ ਵੱਡਾ ਵਾਨੀ, ਅਦਾਨੀ, ਟਾਟਾ, ਬਿਰਲਾ ਜੋ ਵੀ ਹੋਊ, ਅਸੀਂ ਕਿਸੇ ਨੂੰ ਵਿਸ਼ੇਸ਼ ਦੀ ਗੱਲ ਨਹੀਂ ਕਰਦੇ, ਐਗਜ਼ਾਮਪਲ ਦੇ ਰਹੇ, ਕਿਉਂਕਿ ਸਾਡੇ ਤਾਂ ਹੁਣ ਜਦੋਂ ਇਹਨਾਂ ਨੂੰ ਜਾਣਦੇ, ਇਹਨਾਂ ਦੇ ਨਾਂ ਲੈਣੇ ਅਸੀਂ, ਬਿਲਕੁਲ, ਕੋਈ ਵੀ ਉਹ ਜਿਹੜੀ ਉਸ ਸਮੇਂ ਦੀ ਕੰਪਨੀ ਹੋਊ, ਵੀ ਅਸੀਂ 30 ਦਿਨ ਇਹਦਾ ਮਤਲਬ ਆਲੂ ਨੂੰ ਲੈ ਕੇ ਬੈਠੇ ਰਹਾਂਗੇ ਵੀ ਇਹ ਕੰਪਨੀ ਸਾਡਾ ਚੱਲਦੀ ਨਹੀਂ। ਉਹ ਉਨਾ ਚਿਰ ਉਸ ਸਟਾਕ ਨੂੰ ਕਿੱਥੇ, ਇਹ ਕਾਨੂੰਨ ਦੇ ਵਿੱਚ ਕੋਈ ਪ੍ਰੋਵੀਜ਼ਨ ਨਹੀਂ ਵੀ ਤੁਸੀਂ ਉਹਨੂੰ ਕਿੱਥੇ ਰੱਖੋਗੇ, ਕੌਣ ਸੰਭਾਲੂਗਾ। ਬਿਲਕੁਲ, ਤਾਂ ਉਦੋਂ ਬਾਅਦ 30 ਦਿਨਾਂ ਬਾਅਦ ਮੰਨ ਲਓ ਫੈਸਲਾ ਮੇਰੇ ਵਿਰੁੱਧ ਹੋ ਗਿਆ, ਮੈਂ ਕਿਹੜੇ ਖੂਹ 'ਚ ਡਿੱਗੂਗਾ। ਹਾਂ, ਬਿਲਕੁਲ। ਚਲੋ ਉਦੋਂ ਬਾਅਦ ਚੱਲ ਮੈਂ ਸੋਚਦਾ ਵੀ ਮੈਂ DM ਸਾਹਿਬ ਦੇ ਜਾਵਾਂ, ਉੱਥੇ ਵੀ ਜਾ ਵੜੇ, ਉਦੋਂ ਤਾਂ ਨਸ਼ਟ ਹੋ ਜੂ, ਕਹਾਣੀ ਖਤਮ ਹੋ ਜੂ। ਤਾਂ ਜਿਹੜੀਆਂ ਦੇਖੋ ਵੀ ਮੈਂ ਵਾਅਦਾ ਖੇਤੀਆਂ ਕੀਤੀਆਂ, ਮੈਂ ਨੈਸ਼ਨਲ ਸੀਡ ਕਾਰਪੋਰੇਸ਼ਨ ਨਾਲ ਵੀ ਸੀਡ ਪ੍ਰੋਡਕਸ਼ਨ ਦਾ ਕੰਮ ਕੀਤਾ ਜੀ, ਮੈਂ NHRDF, ਇੱਕ ਨੈਸ਼ਨਲ ਮਤਲਬ ਹਾਰਟੀਕਲਚਰ ਰਿਸਰਚ ਐਂਡ ਡਿਵੈਲਪਮੈਂਟ ਫਾਊਂਡੇਸ਼ਨ ਹੈ, ਸੈਮੀ ਗਵਰਨਮੈਂਟ, ਉਹਨਾਂ ਨੂੰ ਅਸੀਂ ਆਲੂਆਂ ਦਾ ਬੀਜ ਪੈਦਾ ਕਰਕੇ ਦਿੰਦੇ ਰਹੇ ਹਾਂ। ਹਾਂਜੀ, ਅਸੀਂ ਪਨਸੀਡ ਨੂੰ ਵੀ ਦਿੱਤਾ ਹੈ, ਅਸੀਂ ਪ੍ਰਾਈਵੇਟ ਅਦਾਰਿਆਂ ਨੂੰ ਵੀ ਦਿੱਤਾ ਜੀ। ਪਰ ਮੈਂ ਇੱਕ ਚੀਜ਼ ਦੇਖਿਆ, ਜਦੋਂ ਵੀ ਕਿਸੇ ਨੂੰ, ਭਾਵੇਂ ਉਹ ਸਰਕਾਰੀ ਹੈ, ਭਾਵੇਂ ਅਰਧ ਸਰਕਾਰੀ ਹੈ, ਭਾਵੇਂ ਪ੍ਰਾਈਵੇਟ ਹੈ, ਜੀ, ਜੇ ਉਹਨਾਂ ਨੂੰ ਘਾਟਾ ਪੈਂਦਾ ਦੀਦਾ
ਤਾਂ ਉਹ ਕੋਈ ਨਾ ਕੋਈ ਨੁਕਸ ਕੱਢ ਕੇ ਸਾਡੀ ਫਸਲ ਨੂੰ ਛੱਡ ਜਾਂਦੇ। ਜੀ ਤੇ ਸਭ ਤੋਂ ਪਹਿਲਾਂ ਹੁਣ ਤੁਸੀਂ ਦੇਖੋ ਵੀ ਉਹ ਹੱਥ ਵਢਾਉਂਦੇ ਆ ਆਪਦੇ ਵੱਲੋਂ, ਇੰਨਾ ਕੁਝ ਲਿਖ ਕੇ ਲਿਆਉਂਦੇ ਆ ਜਿਹਨੂੰ ਸਮਝਣ ਵਾਸਤੇ ਤੁਹਾਨੂੰ ਵਕੀਲ ਕਰਨਾ ਪਊ। ਬਿਲਕੁਲ ਮੈਂ ਪੋਸਟ ਗ੍ਰੈਜੂਏਟ ਹਾਂ, ਮੈਨੂੰ ਤਾਂ ਆਪ ਨਹੀਂ ਸੀ ਉਹਦੀ ਸਾਰੀ ਸਮਝ ਆਉਂਦੀ। ਬਿਲਕੁਲ। ਤੇ ਤੇ ਤੁਸੀਂ ਬਰਾੜ ਸਾਹਿਬ ਡਾਕਟਰ ਨਾ, ਮੈਂ ਤੁਹਾਨੂੰ ਨਾ ਤੁਹਾਡੀ ਗੱਲ ਦੇ ਵਿੱਚ ਮੈਨੂੰ ਵੀ ਗੱਲਾਂ ਕਈ ਵਾਰੀ ਜੋੜਨੀਆਂ ਪੈ ਜਾਂਦੀਆਂ ਸੌਖੇ ਤਰੀਕੇ ਨਾਲ। ਬਹੁਤੀ ਵਾਰੀ ਦੋਸਤੋ ਨਾ, ਮੈਂ ਪਿੱਛੇ ਜੇ 골ਡ ਲੋਨ ਲਿਆ ਤੇ ਉਹ 골ਡ ਲੋਨ ਨੂੰ ਘਰ ਦੀ ਜ਼ਰੂਰਤ ਸੀ, ਲੈਣਾ ਪਿਆ। ਤੇ ਉਹ ਜਦੋਂ ਸਾਈਨ ਕਰਾਉਂਦੇ ਨਾ ਤੇ ਅਸੀਂ ਦੇਖਦੇ ਨਹੀਂ ਵੀ ਕੀ ਕੁਛ ਆ, ਬਰੀਕ ਜਿਹੇ ਅੱਖਰਾਂ ਦੇ ਵਿੱਚ ਲਿਖਿਆ ਹੁੰਦਾ। ਤੇ ਉੱਥੇ ਉਹ ਕਹਿੰਦੇ ਜੀ ਇੱਥੇ ਸਾਈਨ ਕਰੋ। ਜਿਵੇਂ ਅਸੀਂ ਕਈ ਵਾਰੀ, ਮੈਂ ਸੌਖੇ ਤਰੀਕੇ 'ਚ ਦੱਸਦਾ, ਸੌਖੇ ਸ਼ਬਦਾਂ ਦੇ ਵਿੱਚ ਤੁਹਾਨੂੰ ਮੈਂ ਦੱਸਦਾ, ਕਈ ਵਾਰੀ ਅਸੀਂ ਨਾ ਸਿਮ ਲੈਂਦੇ ਹਾਂ ਕਿਸੇ ਕੰਪਨੀ ਦਾ, ਉੱਥੇ ਵੀ ਸਾਨੂੰ 1000 ਸ਼ਰਤ ਦੇ ਉੱਤੇ ਉਹ ਸਾਈਨ ਕਰਾਉਂਦੇ ਵੀ ਇੱਥੇ ਸਾਈਨ ਕਰੋ ਜੀ, ਇੱਥੇ। ਅਸੀਂ ਕਦੇ ਪੜ੍ਹੀਆਂ ਉਹ? ਇਸੇ ਤਰ੍ਹਾਂ ਇਹ ਸ਼ਰਤਾਂ ਹੁੰਦੀਆਂ, ਬਰੀਕ ਜਿਹੇ ਅੱਖਰਾਂ ਦੇ ਵਿੱਚ ਲਿਖੀਆਂ ਹੁੰਦੀਆਂ, ਨਾ ਅੰਗਰੇਜ਼ੀ ਦੇ ਵਿੱਚ ਸਾਨੂੰ ਸਮਝ ਆਵੇ, ਅਸੀਂ ਤਾਂ ਉੱਥੇ ਚੁੱਪ ਕਰਕੇ ਜਾਂ ਤਾਂ ਅੰਗੂਠਾ ਲਾ ਦੇਣਾ ਜਾਂ ਫਿਰ ਸਾਈਨ ਕਰ ਦੇਣਾ। ਇਹ ਚੀਜ਼ਾਂ ਵੀ ਸਾਡੇ ਵਾਸਤੇ ਘਾਤਕ ਸਾਬਤ ਹੋਣਗੀਆਂ। ਅੱਛਾ, ਹੁਣ ਮੈਂ ਤੁਹਾਨੂੰ ਇਹ ਗੱਲ ਵੀ ਹੁਣ ਤੁਹਾਨੂੰ ਦੱਸ ਦਊਂ ਕਿਵੇਂ ਹੁੰਦੀ ਹੈ। ਹੁਣ ਜਿਵੇਂ ਮੈਂ NHRDF ਨੂੰ ਆਲੂ ਦਾ ਬੀਜ ਪੈਦਾ ਕਰਕੇ ਦੇਣਾ, ਤਾਂ ਮੈਂ ਆਲੂ ਤਿਆਰ ਕਰ ਦਿਆਂਗਾ, ਪਹਿਲਾਂ ਉਹਨੂੰ ਸੀਡ ਟੈਸਟ ਅਥਾਰਟੀ ਆਉਂਦੀ ਹੈ, ਉਹ ਹੋਣੀ ਚਾਹੀਦੀ ਹੈ, ਕਿਉਂਕਿ ਅੱਗੇ ਕਿਸਾਨਾਂ ਨੇ ਵਰਤਣਾ ਤੇ ਸਾਡੀ ਨੈਤਿਕ ਡਿਊਟੀ ਵੀ ਹੈ। ਜੇ ਮੇਰਾ ਬੀਜ ਖਰਾਬ ਹੈ ਮੈਂ ਉਹਨੂੰ ਕੈਂਸਲ ਕਰਾ ਦਿਆਂ। ਚਲੋ ਪਾਸ ਵੀ ਹੋ ਗਿਆ, ਸਭ ਕੁਝ ਹੋ ਗਿਆ, ਭਰਤਾ। ਉਦੋਂ ਬਾਅਦ ਕੀ ਹੈ, ਮੈਂ ਸਟੋਰ 'ਚ ਵੀ ਰੱਖ ਕੇ ਆਉਣਾ, ਮੈਂ ਸਟੋਰ 'ਚ ਰੱਖਤਾ। ਉਦੋਂ ਬਾਅਦ ਉਹ ਟੈਸਟਿੰਗ ਵਾਸਤੇ ਜਾਂਦਾ CPRI ਦੇ ਵਿੱਚ। ਹਾਂਜੀ। ਜੇ ਉਹਦਾ ਸੈਂਪਲ ਫੇਲ ਹੋ ਗਿਆ ਤਾਂ ਮੈਂ ਉਹਨੂੰ ਉਹਦਾ ਜ਼ਿੰਮੇਵਾਰ ਮੈਂ ਆ ਜੀ। ਉਹਦੇ ਪੈਸੇ ਮੈਨੂੰ ਕਿਤੇ ਉਹ ਪਾਸ ਹੋਏ ਤੋਂ ਬਾਅਦ ਮਿਲਣੇ ਜੀ। ਹੁਣ ਤੁਸੀਂ ਇੱਧਰ ਦੇਖੋ, ਜਿਵੇਂ NSC ਹੈ, ਉਹ ਕੀ ਕਹਿੰਦੀ ਹੈ ਜੀ, ਕਣਕ ਸੀਡ ਵਾਸਤੇ ਮੈਂ ਬੀਜ ਲਈ, ਸੀਡ ਵਾਲਾ ਮੇਰੀਆਂ ਜ਼ਿੰਮੇਵਾਰੀਆਂ ਵੱਧ ਗਈਆਂ, ਨਾਲ ਟੈਗ 'ਚ ਮੇਰਾ ਨੰਬਰ ਵੀ ਲੱਗਦਾ ਜੀ। ਤਾਂ ਉਹਦੇ ਜਿਹੜੇ ਪੈਸਿਆਂ ਦਾ ਹਿਸਾਬ ਹੈ ਨਾ, ਜੇ ਮੰਨ ਲਓ ਹੁਣ ਆਹ ਝੋਨੇ ਦੀ ਫਸਲ ਹੈ, ਤਾਂ ਇਹਦੇ ਜਿਹੜੀ ਸਾਰੀ ਉਹ 90% MSP ਦਾ ਦਿੰਦੇ ਆ, ਜਿਹੜਾ ਉੱਤੇ ਸਾਨੂੰ 100 ਰੁਪਈਆ ਜਾਂ ਵਧਾਰਾ ਦੇਣਾ ਹੁੰਦਾ, ਉਹਦੇ 'ਚ ਇੰਨੇ ਖਰਚੇ ਪਾ ਕੇ ਵੀ ਪੱਲੇ ਕੱਖ ਨਹੀਂ ਰਹਿੰਦਾ। ਬਿਲਕੁਲ। ਤੇ ਜੇ ਉਹਨਾਂ ਨੂੰ ਲੱਗਿਆ ਵੀ ਘਾਟਾ ਪੈਂਦਾ ਤਾਂ ਉਹਨਾਂ ਨੇ ਕਹਿ ਦੇਣਾ ਜੀ ਤੁਹਾਡੀ ਤਾਂ ਗ੍ਰੈਵਿਟੀ ਘੱਟ ਹੈ ਦਾਣਿਆਂ ਦੀ। ਬਿਲਕੁਲ ਬਿਲਕੁਲ। ਹੁਣ ਮੈਂ ਤੁਹਾਨੂੰ ਇੱਕ ਹੋਰ ਵੀ, ਮੈਂ ਬਹੁਤ ਪਹਿਲਾਂ ਕਿਉਂਕਿ ਪਹਿਲਾਂ ਹੁਣ ਸਿਹਤ ਦੀਆਂ ਕੁਝ ਪ੍ਰੋਬਲਮਸ ਆਈਆਂ, ਤਾਂ ਜਿੰਨੀਆਂ ਨੈਸ਼ਨਲ ਕਾਨਫਰੰਸਿਸ, ਇੰਟਰਨੈਸ਼ਨਲ ਕਾਨਫਰੰਸਿਸ ਇੱਥੇ ਹੁੰਦੀਆਂ ਸੀ, ਤਾਂ ਸਾਡਾ ਇੱਕ ਬਠਿੰਡਾ ਹਾਰਟੀਕਲਚਰਲ ਐਸੋਸੀਏਸ਼ਨ ਬਣੀ ਸੀ, ਜਿਹਦੇ ਵਾਸਤੇ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਵੀ ਅਸੀਂ ਕਿਸੇ ਅੱਗੇ ਝੋਲੀ ਨਹੀਂ ਅੱਡੀ। ਹਰਮੀਤ ਸਿੰਘ ਗਰੋਵਰ ਸਾਡੇ ਉਹਦੇ ਪ੍ਰਧਾਨ ਹੈਗੇ ਤੇ ਮੈਂ ਉਹਦਾ ਸੈਕਟਰੀ ਹਾਂ। ਅਸੀਂ ਅੱਜ ਤੱਕ ਇੱਕ ਨਵਾਂ ਪੈਸਾ ਵੀ ਕਿਸੇ ਨਾ ਮਹਿਕਮੇ ਤੋਂ ਨਾ ਸਰਕਾਰ ਤੋਂ ਅਸੀਂ ਨਹੀਂ ਮੰਗਿਆ। ਜੋ ਕੁਛ ਵੀ ਕਰਦੇ ਹਾਂ ਅਸੀਂ ਆਪਦੇ ਖਰਚਿਆਂ 'ਤੇ ਕਰਦੇ ਹਾਂ। ਕਿਉਂ ਅਸੀਂ ਜੇ 125 ਕਰੋੜ ਆਬਾਦੀ ਨੂੰ ਭੋਜਨ ਛਕਾਉਂਦੇ ਹਾਂ, ਤਾਂ ਅਸੀਂ ਜੇ ਕਿਸੇ ਜਾਣਾ ਸਿੱਖਣ ਕੁਛ, ਤਾਂ ਅਸੀਂ ਕਿਸੇ ਅੱਗੇ ਹੱਥ ਨਹੀਂ ਅੜਨਾ ਚਾਹੁੰਦੇ। ਬਿਲਕੁਲ। ਇਹ ਸਾਡੀ ਅਣਖ ਹੈ, ਅਣਖ ਨੂੰ ਅਸੀਂ ਜਾਗਦੀ ਰੱਖਦੇ ਜੀ। ਤਾਂ ਉੱਥੇ ਅਸੀਂ ਇੱਕ ਟ੍ਰੇਨਿੰਗ ਲੱਗੀ 2011 'ਚ, ਸਭ ਤੋਂ ਪਹਿਲੀ ਟ੍ਰੇਨਿੰਗ ਲੱਗੀ। ਉਹ ਟ੍ਰੇਨਿੰਗ ਦਾ ਨਾਂ ਸੀ ਵੀ ਟ੍ਰੇਨਿੰਗ ਜਿਹੜੀ ਉਹਨਾਂ ਨੇ ਦੇਣੀ ਸੀ ਵੀ ਪੋਸਟ ਹਾਰਵੈਸਟ ਮੈਨੇਜਮੈਂਟ ਆਫ ਫਰੂਟ ਐਂਡ ਵੈਜੀਟੇਬਲਸ ਫਾਰ ਐਕਸਪੋਰਟ। ਵੀ ਜੇ ਅਸੀਂ ਬਾਹਰਲੇ ਦੇਸ਼ਾਂ ਦੇ ਵਿੱਚ ਭੇਜਣੀਆਂ, ਵੇਚਣੀਆਂ ਆਪਣੀਆਂ ਸਬਜ਼ੀਆਂ ਤੇ ਫਲ, ਤਾਂ ਅਸੀਂ ਉਹ ਕਿਵੇਂ ਪੈਦਾ ਕਰਨੀਆਂ, ਕਿਵੇਂ ਸਾਂਭ ਸੰਭਾਲ ਕਰਨੀ ਹੈ। ਬਿਲਕੁਲ। ਤਾਂ ਉੱਥੇ ਸਾਨੂੰ ਵੱਡੇ ਬਿਗ ਪਲੇਅਰਸ ਕੋਲੇ ਵੀ ਲੈ ਕੇ ਗਏ। ਡਾਕਟਰ ਪਾਲ, ਉਸ ਸਮੇਂ ਮੈਂ ਬੜਾ ਫੈਨ ਉਹਨਾਂ ਦਾ, ਬੜੇ ਹੀ ਕਾਬਲ ਇੱਕ ਸਾਇੰਸਦਾਨ ਸੀਗੇ। ਹੈਡ ਸੀ ਉਹ ਪੋਸਟ ਹਾਰਵੈਸਟ ਡਿਵੀਜ਼ਨ ਦੇ IARI ਦੇ ਵਿੱਚ, ਸਾਡੇ ਦੇਸ਼ ਦਾ ਸਭ ਤੋਂ ਵੱਡਾ ਇੰਸਟੀਚਿਊਟ ਹੈ ਜੀ। ਤਾਂ ਉਹ ਸਾਨੂੰ ਸਫਲ ਵਾਲਿਆਂ ਦੇ ਲੈ ਕੇ ਗਏ, ਜਿਹੜੀ ਦਿੱਲੀ ਦੇ ਵਿੱਚ ਤੁਹਾਨੂੰ ਪਤਾ ਹੀ ਉੱਥੇ ਵੇਚਦੀ ਹੈ। ਮਤਲਬ ਡੇਅਰੀ ਨਾਲ ਵੀ ਟਾਈ ਆਪਾਂ ਉਹਨਾਂ ਦਾ ਸਬਜ਼ੀਆਂ ਦਿੰਦੇ ਆ, ਮਟਰ ਵੀ ਆਉਂਦਾ ਸਫਲ ਦਾ। ਹਾਂ ਉਹਨਾਂ ਦਾ ਆਉਂਦਾ ਜੀ। ਇੱਕ ਸਾਨੂੰ ਉਹ ਕੰਕਰ ਦੇ ਵਿੱਚ ਲੈ ਕੇ ਗਏ, ਜਿਹਦਾ ਪੂਰਾ ਨਾਂ ਕੰਟੇਨਰ ਕਾਰਪੋਰੇਸ਼ਨ ਆਫ ਇੰਡੀਆ। ਉਹ ਇੰਡੀਅਨ ਰੇਲਵੇ ਦਾ ਇੱਕ ਸਬਸਿਡੀਅਰੀ ਹੈ। ਉਹਦਾ ਹੀ ਇੱਕ ਮਹਿਕਮਾ ਹੈ ਜਿਹੜਾ ਸੇਬ ਤੇ ਗਾਜਰਾਂ ਖਰੀਦ ਕੇ ਸਟੋਰ ਕਰਕੇ ਵੇਚਦਾ ਜੀ। ਇਹ ਆਪਣੇ ਸੋਨੀਪਤ ਕੋਲੇ ਆ ਰਾਏ, ਇਹ ਸ਼ਹਿਰ ਦੇ ਵਿੱਚ ਹੀ ਹੈ ਸਫਲ। ਜਦੋਂ ਸਾਨੂੰ ਸਫਲ ਵਾਲਿਆਂ ਦੇ ਲੈ ਕੇ ਗਏ, ਉਹਨਾਂ ਦੇ MD ਸਾਹਿਬ ਸਾਨੂੰ ਦੱਸੀ ਗਏ ਵੀ ਅਸੀਂ ਐਂ ਕਰਦੇ ਹਾਂ। ਉਹ ਕਹਿੰਦੇ ਸਾਡੇ ਰਾਜਸਥਾਨ ਦੇ ਵਿੱਚ ਐਂ ਫਾਰਮਰ ਹੈ, ਅਸੀਂ ਉਹਨਾਂ ਦੀਆਂ ਸਬਜ਼ੀਆਂ ਅਤੇ ਜੋ ਖਾਣ ਪੀਣ ਵਾਲੀਆਂ ਚੀਜ਼ਾਂ ਉਹਨਾਂ ਤੋਂ ਖਰੀਦਦੇ ਹਾਂ। ਅਤੇ ਉਹ ਫਿਰ ਅਸੀਂ ਕੁਐਸਚਨ ਤਾਂ ਕਰਨੀ ਸੀ। ਉਹਦੇ 'ਚ ਅਸੀਂ ਸਾਰੇ 15 ਬੰਦੇ ਸੀ ਸਾਰੇ ਇੰਡੀਆ 'ਚੋਂ, ਜਿਹਦੇ 'ਚੋਂ ਲੱਕੀਲੀ ਅਸੀਂ ਪੰਜਾਬ ਦੇ 4 ਬੰਦੇ ਸੀ ਜੀ ਸਿਲੈਕਟ ਹੋਏ ਉਹਦੇ 'ਚ ਜੀ। ਤਾਂ ਮੈਂ ਉਹਨਾਂ ਨੂੰ MD ਸਾਹਿਬ ਨੂੰ ਪੁੱਛਿਆ, ਮੈਂ ਸਰ ਵੀ ਜਦੋਂ ਉਹਨੇ ਸਾਰੀ ਗੱਲ 'ਤੇ ਉਹ ਕਹਿੰਦੇ ਵੀ ਹਾਂ ਕੋਈ ਤੁਹਾਡਾ ਵਿਚਾਰ। ਮੈਂ ਸਰ ਮੇਰਾ ਇੱਕ ਵਿਚਾਰ ਹੈ ਜੀ, ਅਤੇ ਤੁਸੀਂ ਗੁੱਸਾ ਕਰਿਓ ਚਾਹੇ ਨਾ ਕਰਿਓ, ਮੈਂ ਇੱਥੇ ਕਿਸਾਨਾਂ ਨੂੰ ਰੀਪ੍ਰਜੈਂਟ ਕਰ ਰਿਹਾ, ਮੈਂ ਸੱਚ ਬੋਲੂੰਗਾ। ਹਾਂਜੀ। ਉਹ ਕਹਿੰਦੇ ਵੀ ਦੱਸੋ। ਮੈਂ ਕਿਹਾ ਤੁਸੀਂ ਕਿਸਾਨਾਂ ਨੂੰ ਸ਼ਰੇਆਮ ਲੁੱਟ ਰਹੇ ਆ ਜੀ। ਉਹਨੂੰ ਮਤਲਬ ਉੱਥੇ ਹੁਣ ਮੇਰੇ ਕੋਲ ਮਾਰ ਤਾਂ ਸਕਦਾ ਨਹੀਂ, ਤਲਖ ਹੋ ਗਿਆ, ਪਰ ਅੰਦਰ ਤਲਖ ਹੋ ਗਿਆ। ਤਾਂ ਉਹ ਕਹਿੰਦਾ ਵੀ ਬਰਾੜ ਸਾਹਿਬ ਵੀ ਤੁਸੀਂ ਇਹ ਗੱਲ ਕਿਵੇਂ ਕਹਿ ਸਕਦੇ, ਹਾਊ ਯੂ ਕੈਨ ਸੀ ਦਿਸ। ਮੈਂ ਕਿਹਾ ਸਰ ਤੁਸੀਂ ਗੱਲ ਸੁਣੋ, ਤੁਸੀਂ ਆਪ ਦੱਸਿਆ ਵੀ ਤੁਸੀਂ ਪਹਿਲਾਂ ਤਾਂ ਤੁਸੀਂ ਏਰੀਏ ਉਹ ਟਾਰਗੇਟ ਕੀਤੇ ਜਿਹੜੇ ਬਿਲਕੁਲ ਅਨਪੜ੍ਹ ਕਿਸਾਨ ਹੈ, ਸਾਡੇ ਨਾਲੋਂ ਦੂਰ ਕੀਤੇ ਹੈ। ਅਸੀਂ ਬਠਿੰਡੇ ਤੁਹਾਡੇ ਤੋਂ 350 ਕਿਲੋਮੀਟਰ ਦੇ ਬੈਠੇ ਸਾਨੂੰ ਕਰ ਲੈਂਦੇ। ਹਾਂ ਬਿਲਕੁਲ। ਸਾਡੇ ਕੋਲ ਪਾਣੀ ਦੇ ਸਾਧਨ ਹੈ, ਮਸ਼ੀਨਰੀ ਹੈ, ਰਾਜਸਥਾਨ 'ਚ ਤਾਂ ਫਸਲ ਫੇਲ ਵੀ ਹੋ ਸਕਦੀ ਹੈ। ਤਾਂ ਤੁਸੀਂ ਉਹ ਏਰੀਏ ਟਾਰਗੇਟ ਕੀਤੇ ਜਿਹੜੇ ਗਰੀਬ ਨੇ ਅਤੇ ਮਜਬੂਰ ਨੇ, ਜਿਨ੍ਹਾਂ ਨੂੰ
ਨੌਲੇਜ ਦੀ ਕਮੀ ਹੈ। ਅਧਿਕਾਰਾਂ ਨੂੰ ਹਾਂ, ਜਾਣਦੇ ਤੁਸੀਂ ਨਹੀਂ ਕੀ ਜਿਹੜੇ ਕੀਤਾ ਮਾਰਕੀਟਿੰਗ, ਜਿਹੜਾ ਤੁਸੀਂ ਪ੍ਰਾਈਸ ਮੈਕੈਨਿਜ਼ਮ ਹੈ ਉਹ ਕੀ ਮਿਥਿਆ ਵੀ ਆਜ਼ਾਦਪੁਰ ਦੀ ਮੰਡੀ 'ਚ ਮੰਨ ਲਓ ਉਹਨਾਂ ਤੋਂ ਤੁਸੀਂ ਕਰੇਲਾ ਲੈ ਲਿਆ, ਜੀ ਆਜ਼ਾਦਪੁਰ ਦੀ ਮੰਡੀ 'ਚ ਇੱਕ ਕਰੇਲਾ ਵਿਕਿਆ 100 ਰੁਪਏ, ਇੱਕ ਵਿਕਿਆ 20 ਰੁਪਏ, ਤੁਸੀਂ 20 ਤੇ 100 ਜੋੜੇ 120, ਤੁਸੀਂ ਉਹਨਾਂ ਨੂੰ ਦੇ ਰਹੇ ਆ 60 ਰੁਪਏ। ਪਹਿਲਾਂ ਤਾਂ ਤੁਸੀਂ 20 ਰੁਪਏ ਮੰਦਾ ਲੈ ਰਹੇ ਆ, ਫਿਰ ਕਿਰਾਇਆ ਵੀ ਉਹਨਾਂ ਤੋਂ ਵਸੂਲ ਰਹੇ ਆ, ਜੇ ਕੋਈ ਉਹਦੇ 'ਚ ਪ੍ਰੋਬਲਮ ਆ ਗਈ ਉਹ ਰਿਜੈਕਟ ਵੀ ਕਰ ਰਹੇ ਆ, ਤੁਸੀਂ ਕਿਹੜੇ ਪਾਸੇ ਉਹਨਾਂ ਦੀ ਮਦਦ ਕਰ ਰਹੇ ਆ? ਬਿਲਕੁਲ। ਤਾਂ ਇਸੇ ਤਰ੍ਹਾਂ ਅਸੀਂ ਜਦੋਂ ਕੰਕਰ 'ਚ ਗਏ, ਚਲੋ ਆਏ ਨਹੀਂ ਹੋ, ਉੱਥੇ ਜਿਹੜੇ ਐਮਡੀ ਸਾਹਿਬ ਸੀਗੇ ਉਹ ਹਰਿਆਣੇ ਦੇ ਕਿਸੇ ਜੱਟ ਫੈਮਿਲੀ 'ਚੋਂ ਸੀ, ਜੀ ਉਹਨਾਂ ਨੇ ਸਾਨੂੰ ਸਾਰਾ ਦਿਖਾਇਆ ਕਰਿਆ। ਬਾਅਦ 'ਚ ਸਾਨੂੰ ਚਲੋ ਚਾਹ ਪਾਣੀ ਪਿਆਉਣ ਵਾਸਤੇ ਉਹਨਾਂ ਨੇ ਉੱਥੇ ਬਿਠਾਇਆ, ਜੀ ਤਾਂ ਉਹ 2-3 ਘੰਟੇ ਵੇਖਿਆ, ਬਹੁਤ ਵੱਡਾ ਉਹ ਹੈਗਾ ਜਿਹੜਾ ਸਿਸਟਮ ਹੈ ਉੱਥੇ ਉਹਨਾਂ ਦਾ। ਤਾਂ ਉਹ ਮੈਨੂੰ ਕਹਿੰਦੇ ਵੀ ਬਰਾੜ ਸਾਹਿਬ ਕਿਵੇਂ ਲੱਗਿਆ ਆਪਣਾ ਇਹ ਸਿਸਟਮ? ਮੈਂ ਕਿਹਾ ਸਿਸਟਮ ਤਾਂ ਬਹੁਤ ਵਧੀਆ ਪਰ ਸਾਡੇ ਵੱਸ ਤੋਂ ਬਾਹਰ। ਜੀ ਉਹ ਕਹਿੰਦਾ ਯਾਰ ਤੁਸੀਂ ਪੰਜਾਬ ਦੇ ਕਿਸਾਨਾਂ ਦੇ ਮੁੰਡੇ ਆ ਅਤੇ ਮੈਂ ਹਰਿਆਣੇ ਦੇ ਕਿਸਾਨਾਂ ਦਾ, ਵੀ ਭਾਵੇਂ ਮੈਂ ਜੋਬ ਕਰਦਾ ਇੱਥੇ, ਪਰ ਇਹ ਕਹਿੰਦਾ ਇਹ ਗੱਲ ਨਾ ਮੈਨੂੰ ਚੰਗੀ ਨਾ ਲੱਗੀ। ਕਹਿੰਦਾ ਵੀ ਤੁਸੀਂ ਰਲ ਕੇ ਕਿਉਂ ਨਹੀਂ ਬਣਾ ਸਕਦੇ? ਮੈਂ ਕਿਹਾ ਜੀ ਇਹ ਤੁਹਾਡਾ 360 ਕਰੋੜ ਦਾ ਇਹ ਬਣਿਆ ਤੁਸੀਂ ਦੱਸਿਆ, ਤੇ ਅਸੀਂ ਤਾਂ ਕਿਸਾਨ ਤਾਂ ਅਸੀਂ ਤਾਂ ਪਿੰਡ 'ਚ ਜਿੱਦੇ ਸਾਡੇ ਚੋਣਾਂ ਸੁਸਾਇਟੀ ਦੀ ਹੁੰਦੀਆਂ ਉਹਦੇ ਵੀ ਲੜਦੇ ਹਾਂ, ਤੇ ਜਿਹਦੇ ਪੰਚਾਇਤਾਂ 'ਚ ਤਾਂ ਸਾਡੇ ਲੜਾਈਆਂ ਹੁੰਦੀਆਂ ਹੀ ਆ, ਅਸੀਂ ਤਾਂ ਆਪਦਾ ਦਿਮਾਗ ਹੀ ਨਹੀਂ ਵਰਤ ਰਹੇ, ਇਸ ਤਾਂ ਰਾਜਨੀਤਿਕ ਲੋਕਾਂ ਦੇ ਮਗਰ ਲੱਗੇ ਹੋਏ ਆ। ਫਿਰ ਉਹਨੇ ਦੱਸਿਆ, ਉਹ ਕਹਿੰਦਾ ਬਰਾੜ ਸਾਹਿਬ ਮੈਨੂੰ ਤਕਲੀਫ ਹੁੰਦੀ ਹੈ, ਕਹਿੰਦਾ ਅਸੀਂ ਨਾ ਹਿਮਾਚਲ 'ਚੋਂ ਸੇਬ 20 ਰੁਪਏ ਕਿਲੋ ਖਰੀਦਦੇ ਜੀ, ਤੇ ਕਹਿੰਦਾ ਇੱਥੇ ਆਉਂਦਿਆਂ ਦਾ ਕਿਰਾਇਆ ਵੀ ਉਹਨਾਂ ਨੂੰ ਪਾਉਂਦੇ ਆ, ਦਵਾਈਆਂ ਵੀ ਅਸੀਂ ਦਿੰਦੇ ਆ, ਕਹਿੰਦਾ ਜਿਹੜੀਆਂ ਦਵਾਈਆਂ ਇਨਪੁਟ ਇੰਡਸਟਰੀ ਹੈ ਉਹ ਵੀ ਕਹਿੰਦਾ ਸਾਡੇ ਹੱਥ 'ਚ ਹੈ, ਉਹਦੇ 'ਚ ਵੀ ਪੈਸਾ ਕਮਾਉਂਦੇ ਆ ਜੀ। ਤੇ ਉਹ ਕਹਿੰਦਾ ਵੀ ਹੁਣ ਤੁਸੀਂ ਇੱਥੇ ਖੜ੍ਹ ਜਾਓ, ਉਦੋਂ ਦੁਪਹਿਰ ਜੇ ਦਾ ਟਾਈਮ ਸੀ, ਉਹ ਕਹਿੰਦਾ 4 ਵਜੇ ਇੱਥੇ ਟਰੱਕ ਆਉਣਗੇ, ਅਸੀਂ 20 ਰੁਪਏ ਕਿਲੋ ਵਾਲਾ ਖਰੀਦ ਕੇ 10 ਰੁਪਏ ਕਿਲੋ ਇਹਦੇ ਤੇ ਸਾਡਾ ਖਰਚਾ ਹੈ, 30 ਰੁਪਏ ਖਰਚ ਕਰਕੇ 130 ਰੁਪਏ ਕਿਲੋ ਧੱਕੇ ਮਾਰ ਕੇ ਵੇਚਾਂਗੇ। ਬਿਲਕੁਲ। ਹੁਣ ਆਹ ਤਾਂ ਦੇਖੋ ਜੀ, ਜੋ ਮੈਂ ਹੋਰ ਵੀ ਕਾਰਪੋਰੇਟ ਦੇ ਮੈਕੈਨਿਜ਼ਮ ਮੈਂ ਬੜੇ ਦੇਖੇ ਹੈ, ਵੀ ਮੈਨੂੰ ਨਹੀਂ ਲੱਗਦਾ ਵੀ ਜਦੋਂ ਇਸ ਤਰ੍ਹਾਂ ਹੁਣ ਤਾਂ ਕਿਸਾਨਾਂ ਨੂੰ ਖੁੱਲ੍ਹ ਸੀ ਜਿੱਥੇ ਮਰਜ਼ੀ ਵੇਚ ਲਓ, ਬਿਲਕੁਲ ਠੀਕ ਹੈ ਜੀ, ਇਹ ਸਾਨੂੰ ਖੁੱਲ੍ਹ ਸੀ, ਇਹ ਸਾਨੂੰ ਇਹਦੀ ਲੋੜ ਨਹੀਂ ਸੀ। ਤੇ ਜਦੋਂ ਉਹਨਾਂ ਨੂੰ ਟੈਕਸ ਮਾਫ, ਉਹਨਾਂ ਨੂੰ ਖੁੱਲ੍ਹਾ ਹੋ ਗਿਆ ਜਿੱਥੋਂ ਮਰਜ਼ੀ ਖਰੀਦੋ, ਫਿਰ ਮੈਨੂੰ ਇਹ ਨਹੀਂ ਸਮਝ ਆਉਂਦੀ ਵੀ ਹੁਣ ਨਹੀਂ ਗੌਰਮੈਂਟ ਤੋਂ ਟੈਕਸ ਚੋਰੀ ਕਰਨ ਵਾਲੇ ਲੋਟ ਆਉਂਦੇ, ਜਦੋਂ ਥਾਂ-ਥਾਂ ਤੇ ਮੰਡੀਆਂ ਬਣ ਗਈਆਂ, ਥਾਂ-ਥਾਂ ਤੋਂ ਕਿਸਾਨਾਂ ਦੇ ਖੇਤਾਂ 'ਚੋਂ ਖਰੀਦਣ ਲੱਗ ਗਏ। ਇਹ ਗੌਰਮੈਂਟ ਮੇਰੀ ਸਮਝ ਤੋਂ ਬਾਹਰ ਹੈ, ਕਿਸਾਨਾਂ ਦੀ ਲੁੱਟ ਤਾਂ ਹੋਣੀ ਹੈ। ਮੈਨੂੰ ਤਾਂ ਲੱਗਦਾ ਵੀ ਦੇਸ਼ ਦੇਸ਼ ਦੀ ਆਰਥਿਕਤਾ ਨੂੰ ਦਿਵਾਲੀਆਪਣ 'ਚ ਲਿਜਾਣ ਦੀ ਗੱਲ ਇਹ ਉਧਰ ਨੂੰ ਲੈ ਕੇ ਜਾਊਗਾ, ਕਿਉਂਕਿ ਸਾਰੀ ਇਹ ਜਿਹੜੀ ਸਾਡਾ ਅਰਥਚਾਰਾ ਹੈ ਇਹ ਐਗਰੀਕਲਚਰ ਬੇਸਡ ਹੈ ਜੀ। ਮੰਨ ਲਓ ਇੱਥੇ ਸਾਡੇ ਕਿਸਾਨ ਸਾਰੇ ਖਤਮ ਹੋ ਜਾਂਦੇ, ਜਿਹੜੀਆਂ ਮੰਡੀਆਂ ਦੇ ਵਿੱਚ ਜਿਹੜੇ ਦਵਾਈਆਂ ਵੇਚਣ ਵਾਲੇ, ਚਾਹ ਗੁੜ ਵੇਚਣ ਵਾਲੇ, ਕੱਪੜਾ ਵੇਚਣ ਵਾਲੇ, ਸਾਡੇ ਘਰ ਦਾ ਹੋਰ ਭਾਂਡਾ ਟੀਂਡਾ ਵੇਚਣ ਵਾਲੇ, ਉਹ ਕੀ ਕਰਨਗੇ? ਜੇ ਕਿਸਾਨ ਹੀ ਮਰ ਗਿਆ, ਉਹ ਸਿਆਣੇ ਇੱਕ ਕਹਾਵਤ ਹੈ ਨਾ ਆਪਣੇ ਵੀ, ਜੇ ਬੋਡਾ ਮਰ ਜੇ ਚਿੱਚੜ ਵੀ ਮਰ ਜਾਂਦੇ ਆ, ਪਰ ਅਸੀਂ ਚਿੱਚੜ ਤਾਂ ਨਹੀਂ ਕਹਿੰਦੇ, ਸਾਡੇ ਭਰਾ। ਇੱਕ ਐਗਜ਼ਾਮਪਲ ਮਿਸਾਲ ਹੈ ਜੀ, ਮਿਸਾਲ ਹੈ ਵੀ ਸਾਡਾ ਅਸੀਂ ਇੱਕ ਦੂਜੇ ਨਾਲ ਜੁੜੇ ਹੋਏ। ਹਿੰਦੀ ਦੀ ਮਿਸਾਲ ਆ ਵੀ ਗੇਹੂੰ ਕੇ ਸਾਥ ਗੁਣ ਵੀ ਪਿਸ ਜਾਂਦਾ ਹੈ। ਬਾਕੀ ਇੱਕ ਗੱਲ ਹੋਰ ਵੀ ਹੈ ਜਿਹੜੀ ਇਹ ਕਹਿੰਦੇ ਵੀ ਅਸੀਂ ਆੜਤੀਏ ਚੋਂ ਕੱਢ ਰਹੇ ਹਾਂ, ਆੜਤੀਆਂ ਨਾਲ ਦੇਖੋ ਸਾਡਾ ਹੱਡ ਮਾਸ 9 ਮਾਸ ਦਾ ਰਿਸ਼ਤਾ ਹੈ। ਮੈਂ ਤਾਂ ਇਦੋਂ ਕਹਿੰਦਾ ਵੀ ਸਾਡਾ ਤਾਂ ਖੂਨ ਦਾ ਰਿਸ਼ਤਾ ਇੱਕ ਤਰੀਕੇ ਨਾਲ। ਉਹ ਕਿਵੇਂ ਹੈ ਵੀ ਅਸੀਂ ਸਾਨੂੰ ਰਾਤ ਨੂੰ ਕੋਈ ਸਾਡਾ ਬਿਮਾਰ ਹੋ ਗਿਆ, ਕੋਈ ਹੋਰ ਹੋ ਗਿਆ, ਤਾਂ ਅਸੀਂ ਉਹਦੇ ਕੋਲੇ ਜਾਂਦੇ। ਬੈਂਕਾਂ ਤਾਂ ਖੁੱਲ੍ਹੀਆਂ ਨਹੀਂ ਹੁੰਦੀਆਂ ਉਦੋਂ। ਬਿਲਕੁਲ। ਇਹ ਜਿਹੜੇ ਆਰਡੀਨੈਂਸ ਨੇ 65% ਕਿਸਾਨ ਤੇ ਇਹਦੇ ਨਾਲ 20% ਜੁੜੀ ਆਬਾਦੀ ਜਿਹੜੀ ਕਿਸਾਨੀ ਤੇ ਡਿਪੈਂਡ ਹੈ, 85% ਲੋਕਾਂ ਦੇ ਲਗਭਗ ਇੱਕ ਆਰਥਿਕ ਗੁਲਾਮੀ ਦਾ ਸੰਗਲ ਗਲ 'ਚ ਪੈਣ ਜਾ ਰਿਹਾ। ਤੇ ਇਹ ਗੁਲਾਮੀ ਨੂੰ ਤੋਂ ਨਿਕਲਣ ਵਾਸਤੇ ਵੀ ਸਾਨੂੰ ਸੰਘਰਸ਼ ਕਰਨਾ ਚਾਹੀਦਾ। ਪਰ ਇੱਕ ਸਾਡੇ ਕੋਲ ਹਥਿਆਰ ਹੈ ਇਸ ਦੇਸ਼ ਦੇ ਵਿੱਚ, ਡੈਮੋਕ੍ਰੈਟਿਕ ਸੈਟਅਪ, ਪਰ ਸਾਨੂੰ ਬਹਿ ਕੇ ਨਾ ਪਿੰਡਾਂ 'ਚ ਮੀਟਿੰਗਾਂ ਕਰਨ ਦੀ, ਸੋਚਣ ਦੀ। ਅਸੀਂ ਕਿਉਂ ਨਾ ਅਸੀਂ ਇਲੈਕਸ਼ਨ ਲੜੀਏ, ਕੀ ਹੈ ਸਾਡੇ ਤੇ ਤੋਪ ਚਲਾ ਦੇਣਗੇ ਜੇ ਅਸੀਂ ਆਪਦੇ ਬੰਦੇ ਖੜ੍ਹ ਕੇ ਕਰਕੇ ਉਹਨਾਂ ਨੂੰ ਵੋਟਾਂ ਪਾ ਕੇ ਸਰਕਾਰ ਹੀ ਕਿਸਾਨਾਂ ਦੀ ਬਣਾ ਲਈ। ਤੇ ਮੁੱਢ ਦੋਸਤੋ ਫੇਰ ਵੱਜੂਗਾ ਜੇ ਪਿੰਡਾਂ 'ਚੋਂ ਅਸੀਂ ਇਹਨਾਂ ਬੰਦਿਆਂ ਦੀ ਪੈਦਾ ਕੀਤੀ ਹੋਈ ਧੜੇਬੰਦੀ 'ਚੋਂ ਨਿਕਲਾਂਗੇ, ਅਸੀਂ ਆਪਦੇ ਭਾਈਚਾਰੇ ਦੇ ਵਿੱਚ ਦੁਬਾਰੇ ਵੜਾਂਗੇ। ਅਸੀਂ ਆਪਦੇ ਚਾਚੇ ਤਾਇਆਂ ਦੇ ਨਾਲ, ਅਸੀਂ ਆਪਦੇ ਸ਼ਰੀਕੇ ਦੇ ਵਿੱਚ ਅਸੀਂ ਦੁਬਾਰੇ ਵਰਤਣਾ ਸ਼ੁਰੂ ਕਰਾਂਗੇ। ਤੇ ਅਸੀਂ ਜਿਹੜੀਆਂ ਆਪਦੇ ਘਰਾਂ ਦੇ ਵਿੱਚ, ਛੋਟੇ ਛੋਟੇ ਘਰਾਂ ਦੇ ਵਿੱਚ ਅਸੀਂ ਕੱਢੀਆਂ ਕੰਧਾਂ ਨੂੰ ਅਸੀਂ ਆਪਦੇ ਹੱਥਾਂ ਨਾਲ ਢਾਵਾਂਗੇ। ਇਹ ਕੰਮ ਫੇਰ ਹੋਊਗਾ। ਜਿਸ ਤਰ੍ਹਾਂ ਤੁਸੀਂ ਕੀ ਇਹ ਗੱਲ ਕੀ ਹੈ ਰਾਜਦੀਪ ਜੀ, ਵੀ ਇਹ ਕੰਧਾਂ ਹੁਣ ਸਾਨੂੰ ਢਾਹ ਦੇਣ ਸਮਾਂ ਆ ਗਿਆ। ਬਿਲਕੁਲ। ਮੈਂ ਕਹਿੰਦਾ ਵੀ ਕੰਧਾਂ ਢਾਹ ਕੇ ਅਸੀਂ ਇਹਨੂੰ ਡਲੇ ਕਿਉਂ ਬਣਾਈਏ, ਇਹਨਾਂ ਇੱਟਾਂ ਦੇ ਅਸੀਂ ਪੁਲ ਬਣਾਈਏ। ਬਿਲਕੁਲ। ਸਾਨੂੰ ਇਹ ਕੰਧਾਂ ਜਿਹੜੀਆਂ ਇੱਟਾਂ ਅਸੀਂ ਕੰਧਾਂ ਬਣਾਉਣ ਵਾਸਤੇ ਵਰਤੀਆਂ, ਉਹਨਾਂ ਦੇ ਸਾਨੂੰ ਪੁਲ ਬਣਾਉਣੇ ਚਾਹੀਦੇ ਸੀ। ਇੱਕ ਦੂਜੇ ਨਾਲ ਅਸੀਂ ਜੁੜ ਜਗੇ, ਬਜਾਏ ਇਸ ਦੇ ਕਿ ਉਸ ਕੰਧ ਤੋਂ ਅਸੀਂ ਪੱਟ ਕੇ ਕਈ ਵਾਰੀ ਦੇਖਿਆ ਡਲੇ ਮਾਰਦੇ ਵੀ ਇੱਕ ਦੂਜੇ ਦੇ ਅਸੀਂ ਦੇਖਿਆ, ਸਿਰ ਪਾੜਦੇ ਦੇਖਿਆ। ਹਾਂ, ਉਹ ਕੰਧਾਂ ਦੇ ਡਲਿਆਂ ਨੂੰ ਇੱਕ ਦੂਜੇ ਦੇ ਸਿਰ ਪਾੜਨ ਵਾਸਤੇ ਨਹੀਂ, ਅਸੀਂ ਪੁਲ ਬਣਾਈਏ, ਬ੍ਰਿਜ ਬਣਾਈਏ, ਆਪਣੇ ਗਿਲੇ ਸ਼ਿਕਵੇ ਦੂਰ ਕਰਕੇ ਜਿਹੜੀਆਂ ਇਹ ਤੋਂ ਪਹਿਲਾਂ ਗਲਤੀਆਂ ਹੋ ਗਈਆਂ ਇੱਕ ਉਹਨਾਂ ਨੂੰ ਜਨਰਲ ਮਾਫੀ ਦੇ ਦਈਏ ਵੀ ਸਾਥੋਂ ਗਲਤੀਆਂ ਸਭ ਤੋਂ ਹੋ ਗਈਆਂ। ਤੇ ਗੁਰੂ ਸਾਹਿਬ ਅੱਗੇ ਆਪਾਂ ਅਰਦਾਸ ਕਰੀਏ ਵੀ ਸੱਚੇ ਪਾਤਸ਼ਾਹ ਜਿਵੇਂ ਗੁਰੂ ਗੋਬਿੰਦ ਸਿੰਘ ਨੇ ਉਦੋਂ ਵਿਖਰੇ ਸਾਰੀਆਂ ਕੌਮ ਨੂੰ ਇਕੱਠਾ ਕਰਕੇ, ਤੇ ਕਿਵੇਂ ਸਾਨੂੰ ਦੇਖੋ
ਉਦੋਂ ਕੋਈ ਸੋਚ ਸਕਦਾ ਸੀ ਵੀ ਇੰਨੀ ਕੀ ਗਿਣਤੀ ਦੇ ਸਿੱਖ ਤੇ ਇਹ ਜਿਹੜੇ ਮੁਗਲਾਂ ਦੀ ਗੁਲਾਮੀ ਤੋਂ ਹੋ ਜਾਣਗੇ। ਸਭ ਕੁਝ ਹੋ ਸਕਦਾ। ਲੋੜ ਹੈ ਸਾਨੂੰ ਸਿਆਣੇ ਹੋਣ ਦੀ, ਇਕੱਠੇ ਬੈਠ ਕੇ ਸਿਰ ਜੋੜ ਕੇ ਪਿੰਡਾਂ ਦੇ ਵਿੱਚ। ਮੈਂ ਤਾਂ ਇਹ ਕਹਿਣਾ ਪਹਿਲਾਂ ਕਿਸਾਨ ਯੂਨੀਅਨ 'ਚ ਜਿਹੜੇ ਪੜ੍ਹੇ ਲਿਖੇ ਸਿਆਣੇ ਬੰਦੇ ਹੈ ਉਹ ਪਿੰਡਾਂ ਦੇ ਵਿੱਚ ਇਹਨੂੰ ਪੰਜਾਬੀ ਦੇ ਵਿੱਚ ਟਰਾਂਸਲੇਸ਼ਨ ਕਰਾ ਕੇ ਦੀ ਜੀ। ਹੁਣ ਕਈਆਂ ਨੇ ਕਰਤੀ ਹੈ, ਸੋਸ਼ਲ ਮੀਡੀਆ ਤੇ ਅਵੇਲੇਬਲ ਵੀ। ਆ ਵੀ ਜਿਹੜਾ ਪਤਾ ਲੱਗੂਗਾ, ਇਹ ਜਾਣਕਾਰੀ ਵੀ ਦੋਸਤੋ ਤੁਸੀਂ ਸਾਂਝੀ ਵੀ ਕਰੋ ਇਹ ਜਾਣਕਾਰੀ, ਹੈ ਨਾ, ਜਿੰਨੀ ਵੀ ਤੁਸੀਂ ਕਰ ਸਕਦੇ ਹੋ। ਕਿਉਂਕਿ ਮੇਰੀ ਵੀ ਕੋਸ਼ਿਸ਼ ਇਹ ਸੀ ਕਿ ਦੇਸੀ ਭਾਸ਼ਾ ਦੇ ਵਿੱਚ, ਹੈ ਨਾ, ਇੱਕ ਕਿਸਾਨ ਦੀ ਭਾਸ਼ਾ ਦੇ ਵਿੱਚ ਇਸ ਜਿਹੜੇ ਬਿੱਲ ਦੇ ਵਿੱਚ ਇਹ 3 ਜਿਹੜੇ ਬਿੱਲ ਆ ਖੇਤੀ ਆਰਡੀਨੈਂਸ ਦੇ ਵਿੱਚ ਕੀ ਕੁਛ ਹੈ ਨਾ, ਕਿੱਥੇ ਕਿੱਥੇ ਸਾਨੂੰ ਰਗੜਿਆ ਗਿਆ, ਕਿੱਥੇ ਕਿੱਥੇ ਕਿਸਾਨ ਦਾ ਗਲ ਘੁੱਟਿਆ ਗਿਆ, ਕਿੱਥੇ ਕਿੱਥੇ ਸਾਡੇ ਨਾਲ ਚਲਾਕੀ ਕੀਤੀ ਗਈ, ਸਾਰੀਆਂ ਜਿਹੜੀਆਂ ਦੇਸੀ ਭਾਸ਼ਾ ਦੇ ਵਿੱਚ ਅਸੀਂ ਗੱਲਾਂ ਬਾਤਾਂ ਕੀਤੀਆਂ। ਇਹਨੂੰ ਸ਼ੇਅਰ ਵੀ ਦੋਸਤੋ ਜ਼ਰੂਰ ਕਰਿਓ ਤੁਸੀਂ। ਹਾਂਜੀ ਬਿਲਕੁਲ। ਤਾਂ ਇਹਨੂੰ ਕੀ ਮੈਂ ਇਹ ਚਾਹੁੰਦਾ ਵੀ ਇਹ ਆਪਾਂ ਇਹਨੂੰ ਛਪਾ ਕੇ ਪਿੰਡਾਂ 'ਚ ਵੰਡ ਦਿਓ ਜੇ ਉਹਦੇ ਤੇ ਨਹੀਂ ਤਾਂ ਆਪਣੇ ਸਾਡੇ ਕੋਲੇ ਦੇਖੋ ਜੀ ਗੁਰਦੁਆਰਾ ਸਾਹਿਬ ਹਰੇਕ ਪਿੰਡ 'ਚ ਬਣੇ, ਇੱਕ ਨਹੀਂ 2-2 3-3 ਬਣੇ। ਤਾਂ ਉਹ ਗੁਰਦੁਆਰਾ ਸਾਹਿਬ ਤੋਂ ਅਸੀਂ ਇੱਕ ਹਫ਼ਤਾ ਰੋਜ਼ ਜਿਵੇਂ ਆਪਾਂ ਪਾਠ ਸੁਣਦੇ ਹਾਂ, ਬਿਲਕੁਲ ਆਪਾਂ ਜਿੰਨੀ ਸ਼ਰਧਾ ਨਾਲ ਪਾਠ ਸੁਣਦੇ ਹਾਂ, ਇਹਦੇ 'ਚ ਸਿਆਣੇ ਬੰਦੇ ਸਮਝਾਉਣ। ਜੇ ਚਲੋ ਪਿੰਡ 'ਚ ਕਿਸੇ ਬੰਦੇ ਨੂੰ ਨਹੀਂ ਤਾਂ ਆਲੇ ਦੋ ਆਸਿਓ ਪਾਸਿਓਂ ਕਿਸੇ ਪੜ੍ਹੇ ਲਿਖੇ ਬੰਦੇ ਨੂੰ ਸੱਦ ਕੇ ਵੀ ਭਾਈ ਸਾਨੂੰ ਇਹ ਸਮਝਾ। ਚੰਗੇ ਅਰਥ ਸ਼ਾਸਤਰੀ ਸਾਡੇ ਕੋਲੇ ਬਥੇਰੇ ਹੈਗੇ, ਤਾਂ ਉਹਨਾਂ ਦੀ ਰਿਕਾਰਡਿੰਗ ਬਣਾ ਕੇ ਆਪਾਂ ਪਿੰਡਾਂ ਦੇ ਵਿੱਚ ਸੁਣਾਈਏ, ਲੋਕਾਂ ਨੂੰ ਸਮਝ ਆ ਜੇ ਵੀ ਇਹ ਬਿੱਲ ਹੈ ਕੀ, MSP ਹੈ ਕੀ, ਇਹ ਵਾਅਦਾ ਖੇਤੀ ਕਿਵੇਂ ਕਰਾਉਣਗੇ, ਇਹ ਐਸੈਂਸ਼ਲੀ ਜਿਹੜਾ ਜ਼ਰੂਰੀ ਵਸਤਾਂ ਦਾ ਕਾਨੂੰਨ ਕਿਵੇਂ ਬਣਿਆ, ਕਿਵੇਂ ਲਾਗੂ ਹੋਊਗਾ, ਇਹ ਸਾਰਾ ਇਹਨਾਂ ਨੂੰ ਸਮਝਾਈ ਜਾਵੇ। ਇਹ ਤਿੰਨੇ ਕਾਨੂੰਨ ਇੱਕ ਦੂਜੇ ਦੇ ਸਾਥੀ ਹੈ, ਬਿਲਕੁਲ, ਇਹ ਰਲ ਕੇ ਆਪਣਾ ਕਚੂੰਬਰ ਕੱਢਣਗੇ। ਬਿਲਕੁਲ ਹਾਂਜੀ। ਤੇ ਬਰਾੜ ਸਾਹਿਬ MSP ਦੀ ਤੁਸੀਂ ਗੱਲ ਕੀਤੀ, ਇਸ ਬਿੱਲ ਦੇ ਵਿੱਚ ਕਿਸ ਤਰ੍ਹਾਂ ਦੀ ਮਾਦਾ ਹੈ? MSP ਪਹਿਲਾਂ ਤਾਂ ਦੇਖੋ ਜੀ, ਮੈਂ MSP ਦਾ ਕਿਸਾਨ ਵੀਰਾਂ ਨੂੰ ਮੈਂ ਦੱਸਣਾ ਚਾਹੁੰਦਾ ਇਹਦਾ ਮਤਲਬ ਕੀ ਹੈ। ਵੀ ਪਹਿਲੀ ਗੱਲ ਵੀ ਮਿਨੀਮਮ ਸਪੋਰਟ ਪ੍ਰਾਈਸ, ਘੱਟ ਤੋਂ ਘੱਟ ਸਹਾਰਾ ਜੀ ਕੀਮਤ ਵਿੱਚ ਜੀ। ਵੀ ਪਹਿਲੀ ਗੱਲ ਤਾਂ ਇਹ ਵੀ ਸਹਾਰਾ ਆਪਾਂ ਕਿਹਨੂੰ ਦਿੰਨੇ ਆ? ਬਿਲਕੁਲ ਖੂੰਡੀ ਨਾਲ ਜਾਂ ਖਰੋੜੀਆਂ ਨਾਲ ਸਾਡੇ ਬਜ਼ੁਰਗ ਬੰਦੇ ਜਾਂ ਜਿਹਦੇ 60 ਫੀਟ ਵੱਜ, ਠੀਕ ਹੈ ਜੀ। ਇਹਦਾ ਮਤਲਬ ਕਿਸਾਨੀ ਦੇ 60 ਵੱਜੀ ਸੀ ਜਾਂ ਕਿਸਾਨੀ ਕਮਜ਼ੋਰ ਸੀ ਤੇ ਉਹਨੂੰ ਸਹਾਰਾ ਦੇਣ ਦੀ ਲੋੜ ਸੀ। ਸਹਾਰਾ ਸਾਨੂੰ ਕਿੰਨਾ ਦਿੱਤਾ ਗਿਆ? ਮਿਨੀਮਮ। ਉਹ ਕਹਿੰਦੇ ਮਿਨੀਮਮ ਸਹਾਰਾ ਦੇਣਾ, ਇਹਨੂੰ ਜਿਉਂਦਾ ਰੱਖਣਾ, ਨਾ ਇਹਨੂੰ ਮਰਨ ਦੇਣਾ, ਨਾ ਇਹਨੂੰ ਜਿਉਂਦਾ ਕਾਹਦੇ ਵਾਸਤੇ ਰੱਖਣਾ ਹੈ? ਸਾਡੇ ਦੇਸ਼ ਵਾਸਤੇ ਅੰਨ ਪੈਦਾ ਕਰਦਾ ਰਹੇ। ਬਿਲਕੁਲ ਠੀਕ ਹੈ। ਬਾਕੀ ਜਿਹੜਾ ਇਹ ਕਾਨੂੰਨ ਬਣਿਆ ਹੈ, ਜਿਹੜਾ ਇਹ ਖਰੜਾ, ਹਜੇ ਤਾਂ ਇਹਨੂੰ ਡਿਟੇਲ 'ਚ ਹੋਰ ਕੁਝ ਪਤਾ ਨਹੀਂ ਕੀ ਕੁਝ ਕਰਨਗੇ, ਕਿਉਂਕਿ ਸਾਡੇ ਸੰਵਿਧਾਨ ਦੇ ਵਿੱਚ ਬੜੀ ਫਲੈਕਸੀਬਿਲਿਟੀ ਹੈ ਵੀ ਇਹਦੇ ਸਾਡੇ ਉਹਨੂੰ ਬਦਲੇ ਜਾ ਸਕਦੇ ਆ, ਬਦਲਦੇ ਰਹਿੰਦੇ ਆ। ਤਾਂ ਇਹਦੇ ਵਿੱਚ ਕਿਤੇ ਨਹੀਂ ਲਿਖਿਆ ਵੀ ਜਿਹੜੇ ਬਾਹਰੋਂ ਵਪਾਰੀ ਆਉਣਗੇ ਉਹ MSP ਤੋਂ ਥੱਲੇ ਨਹੀਂ ਖਰੀਦਣਗੇ। ਹੁਣ ਨਰਮਾ ਦੇਖ ਲਓ ਤੁਸੀਂ, ਨਰਮਾ ਵੀ MSP ਤੇ ਵਿਕ ਰਿਹਾ। ਨਰਮਾ ਹੁਣ ਸਾਡੇ 42, 43, 44, 4500 ਵਿਕ ਰਿਹਾ ਹੈ, ਔਰ ਜੇ ਉਹਦੇ 'ਚ ਮਾੜੀ ਜਿਹੀ ਵੀ ਸਿੱਕਰੀ ਹੈ ਤਾਂ ਉਹ 37, 38, 3600 ਤੇ। ਹਾਲਾਂਕਿ ਸਾਨੂੰ ਪਤਾ ਹੈ ਜਿਹੜਾ ਜਿਨਿੰਗ ਪ੍ਰੋਸੈਸ ਹੁੰਦਾ ਉਹਦੇ 'ਚ ਵੀ ਸਿੱਕਰੀ ਸੁਕਰੀ ਨਿਕਲ ਜਾਣੀ ਹੈ, ਨਿਕਲ ਜਾਂਦੀ ਕੋਈ ਉਹਦਾ ਔਰ ਅਗਲੇ ਨੇ ਕਹਿ ਹੀ ਦੇਣਾ, ਕਹਿ ਹੀ ਦੇਣਾ ਵੀ ਆ ਜੀ। ਤਾਂ ਉਹ ਇੱਕ ਬਹਾਨਾ ਬਣਾਉਣਾ ਹੁੰਦਾ ਵੀ ਇਹਦੇ ਵਿੱਚ MSP ਦੀ ਕੋਈ ਪ੍ਰੋਵੀਜ਼ਨ ਨਹੀਂ ਹੈਗੀ। ਤੇ ਇੱਕ ਇਹ ਵੀ ਕਹਿੰਦੀ ਹੈ ਸਰਕਾਰ ਵੀ MSP ਜਾਰੀ ਰਹੂ। ਉਹ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਹੈ ਵੀ ਜਦੋਂ ਸਾਡੇ ਹੱਥ ਛੜਾਤੀ, ਜਦੋਂ ਸਾਨੂੰ ਉਹਨਾਂ ਨੇ 1-2 ਸਾਲ ਮੰਡੀਆਂ 'ਚੋਂ ਜਾਣੋਂ ਬੰਦ ਕਰਤਾ। ਹੁਣ ਇੱਕ ਸਾਨੂੰ ਨਾ ਕਿਸਾਨਾਂ ਨੂੰ ਸਾਨੂੰ ਆਦਤ ਹੁੰਦੀ ਹੈ, ਹੁਣ ਅਸੀਂ ਝੋਨੇ ਵੱਢਾਂਗੇ ਵੀ ਸਾਡੀ ਕੋਸ਼ਿਸ਼ ਹੁੰਦੀ ਵੀ ਅਸੀਂ ਸ਼ੈਲਰ 'ਚ ਝੋਨਾ ਲਾ ਦਈਏ ਜੀ। ਜੋ ਸ਼ੈਲਰ ਜਾਵੜ ਗਏ, ਸ਼ੈਲਰ ਵਾਲਾ ਨਾ ਤਾਂ ਸਾਨੂੰ ਉਹਦੀ ਗਿੱਲ ਦੇਖਣੀ ਹੁੰਦੀ ਹੈ, ਮੋਇਸਚਰ ਨਹੀਂ ਦੇਖਣੀ ਹੁੰਦੀ। ਉਹ ਕਹਿੰਦਾ ਜੀ ਇੰਨੀ ਮੋਇਸਚਰ ਹੈ, ਇੰਨਾ 2%, ਚਲੋ ਝਾੜ ਤਾਂ ਘਟਣਾ ਹੀ ਅਗਲੇ। ਤਾਂ ਉਹ ਹੋਰ ਥੋੜ੍ਹਾ ਜਿਹਾ ਫਾਇਦਾ ਉਠਾ ਲੈਂਦਾ, ਕਿਉਂਕਿ ਮੈਂ ਨਹੀਂ ਦੇਖਿਆ ਅਜੇ ਤਾਈਂ ਵੀ ਕਿਸਾਨ ਸ਼ੈਲਰ 'ਚੋਂ ਟਰਾਲੀ ਮੋੜ ਲਿਆ। ਤੇ ਜਦੋਂ ਇਹਨਾਂ ਦੇ ਵੱਡੇ ਵੱਡੇ ਸੀਲੋ ਬਣ ਗਏ, ਜਿਵੇਂ ਮੋਗੇ ਬਣਿਆ ਹੋਇਆ, ਹਰਿਆਣੇ 'ਚ ਟਾਹਲੇ ਬਣਿਆ ਹੋਇਆ, ਵੀ ਕੀ ਉੱਥੋਂ ਕਿਸਾਨ ਦੀ ਇੰਨੀ ਕਿਸਾਨ ਦੇ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਉਹ ਯਾਦ ਦਿਮਾਗ 'ਤੇ ਨਾ ਉਹ ਚੜ੍ਹ ਜੂ ਵੀ ਮੈਂ ਤਾਂ ਯਾਰ ਫਲਾਣੇ ਦੇ ਪੈਸੇ ਦੇਣੇ ਜਾ ਕੇ, ਉਹ ਕਿਵੇਂ ਮੋੜ ਕੇ ਲਿਆਉ? ਚੜ੍ਹ ਵੀ ਜਾਊ ਮਗਰ 1000 ਟਰੈਕਟਰ ਵੀ ਖੜਾ ਹੋਊ, ਟਰੈਕਟਰ ਵੀ ਖੜਾ, ਔਖਾ ਹੋ ਜਾਊ। ਬਿਲਕੁਲ। ਅਤੇ ਜ਼ਿੰਮੇਵਾਰੀਆਂ ਸਾਡੀਆਂ ਆਰਥਿਕ ਤੌਰ 'ਤੇ ਪਹਿਲਾਂ ਹੀ ਕਿਸਾਨ ਨਸ਼ਟ ਹੋਇਆ ਪਿਆ। ਅਤੇ ਉਹਨਾਂ ਦੇ ਦੇਖੋ ਜੇ ਕੋਈ ਰੌਲਾ ਤਾਂ ਸਾਡੇ ਕੋਲ ਇਕੱਲੇ SDM ਸਾਹਿਬ ਕਿੰਨੇ ਕੁ ਰੌਲੇ ਨਿਬੇੜਨਗੇ? ਇਹ MSP ਵਾਲਾ ਤਾਂ ਇਹ ਅਸਲ MSP ਨੂੰ ਖਤਮ ਕਰਨ ਵਾਸਤੇ ਹੀ ਹੌਲੀ ਹੌਲੀ ਇਹਨਾਂ ਨੇ ਇਹ ਸਿਸਟਮ ਬਣਾਇਆ ਵੀ ਇਹ ਤਾਂ ਮਤਲਬ ਉਹਨਾਂ ਨੂੰ ਉੱਪਰਲੀਆਂ ਸਰਕਾਰਾਂ ਨੂੰ, ਕਾਰਪੋਰੇਟ ਸੈਕਟਰ ਨੂੰ ਪਤਾ ਲੱਗ ਗਿਆ ਵੀ ਇਹ ਤਾਂ ਬਿਲਕੁਲ ਵੇਸ ਨਹੀਂ ਹੋ ਗਏ, ਇਹਨਾਂ 'ਚ ਕੋਈ ਕਰੰਟ ਹੈ ਨਹੀਂ, ਇਹ ਨਹੀਂ ਬੋਲਣ ਵਾਲੇ। ਤਾਂ ਇਹਨਾਂ ਨੇ ਤਾਂ ਹੀ ਇਸੇ ਕਰਕੇ ਚੁੱਪ ਚਪੀਤੇ ਕਰੋਨਾ ਦੀ ਆੜ 'ਚ ਇਹ ਕਿਸਾਨਾਂ ਦੇ ਗਲਾਂ ਨੂੰ ਹੱਥ ਪਾ ਲਿਆ। ਬਿਲਕੁਲ ਕੋਈ MSP ਦੀ ਪ੍ਰੋਵੀਜ਼ਨ ਇਹਦੇ 'ਚ ਮੈਨੂੰ ਨਹੀਂ ਲੱਗਦੀ। ਅਤੇ ਜੇ ਕੋਈ ਸਾਡਾ ਫਸਲ ਦਾ ਕਿਸੇ ਵੇਚਣ ਵੱਟਣ 'ਚ ਰੌਲਾ ਪੈਂਦਾ ਹੈ ਤਾਂ ਤੁਸੀਂ ਮੈਨੂੰ ਦੱਸ ਦਿਓ SDM ਸਾਹਿਬ ਤੋਂ, ਤਾਂ ਸਾਡੇ ਹੋਰ ਨਿੱਕੇ ਨਿੱਕੇ ਰੌਲੇ ਕਿੰਨੇ ਕੁ SDM ਸਾਡੇ ਕਿੰਨੇ ਕੁ ਰੌਲੇ ਨਿਬੇੜ ਦੂ। ਬਿਲਕੁਲ। ਅਤੇ ਇੱਕ ਹੋਰ ਵੀ ਹੈ ਨਾ ਇਹਦੇ 'ਚ ਜਿਹੜੀ ਮਾੜਾ ਪੱਖ, ਜਿਵੇਂ ਉਹ ਕਹਿੰਦੇ ਨਾ ਵੀ ਧਰਤੀ 'ਤੇ ਜਦੋਂ ਤੁਸੀਂ ਤੁਰੋਗੇ ਨਾ, ਇੱਕ ਪਾਸੋਂ ਜੇ ਤੁਸੀਂ ਇੱਕ ਸੀਧ 'ਤੇ ਤੁਰੇ ਚੱਲੋਗੇ ਤੁਸੀਂ, ਤੇ ਕੋਈ ਸਮਾਂ ਹੋਊਗਾ ਜਦੋਂ ਤੁਸੀਂ ਮੁੜ ਕੇ ਉੱਥੇ ਹੀ ਆ ਜਾਓਗੇ, ਕਿਉਂਕਿ
ਧਰਤੀ ਦੇ ਧੁਰੇ ਉੱਤੋਂ ਦੀ ਘੁੰਮ ਕੇ ਤੁਸੀਂ ਸਿੱਧੇ ਉੱਥੇ ਹੀ ਆ ਜਾਓਗੇ। ਤੇ ਇਹ ਜਿਹੜੀਆਂ ਗੱਲਾਂ ਬਾਤਾਂ ਵੀ ਜਦੋਂ ਤੁਸੀਂ ਅਜਿਹੇ ਪ੍ਰਬੰਧ ਵਿੱਚ ਦੀ ਲੰਘੇ ਤੇ ਜਦੋਂ ਇਹ ਪੋਲੀਟੀਕਲ ਸਿਸਟਮ ਤੋਂ, ਸਾਡੇ ਸਿਆਸੀ ਸਿਸਟਮ ਤੋਂ ਸ਼ੁਰੂ ਹੋ ਕੇ ਇਹ ਚੀਜ਼ਾਂ ਫੇਰ ਸਾਡੇ ਸਿਆਸੀ ਸਿਸਟਮ ਨਾਲ ਆ ਜੁੜਦੀਆਂ। ਇੱਥੇ ਵੀ ਉਹੀ ਸਿਫਾਰਸ਼ੀ ਦੌਰ, ਇੱਥੇ ਵੀ ਉਹੀ ਮਿੰਨਤਾਂ ਤਰਲੇ ਵੀ ਆ ਕਰੋ ਜੀ ਫੋਨ, ਮੇਰਾ ਆਹ ਕੰਮ ਅੜਿਆ ਪਿਆ। ਇੱਥੇ ਵੀ ਉਹੀ ਅਫਸਰਾਂ ਦੇ ਮਗਰ ਚਲੋ ਚਾਲ ਅਫਸਰ ਨੂੰ ਭਾਲਣਾ, ਅੱਜ ਆਏ ਨੇ ਜੀ, ਅੱਜ ਫਲਾਣੇ ਸਿਆਸੀ ਬੰਦੇ ਦੀ ਰੈਲੀ ਹੈ ਜੀ, ਅੱਜ ਫਲਾਣੇ ਸਿਆਸੀ ਬੰਦੇ ਦਾ ਇਕੱਠ ਹੈ ਜੀ, ਅਫਸਰ ਸਾਡੇ ਉੱਥੇ ਗਏ ਆ। ਇੱਥੇ ਵੀ ਇਹ ਚੀਜ਼ਾਂ ਸਾਨੂੰ ਪਰੇਸ਼ਾਨ ਕਰਨੀਆਂ ਤੇ ਅਖੀਰ ਤੇ ਆ ਕੇ ਸਾਨੂੰ ਫੇਰ ਪੈਰੀ ਹੱਥ ਲਾਉਣਾ ਪਊ ਉਹਨਾਂ ਬੰਦਿਆਂ ਦੇ ਜਿਨ੍ਹਾਂ ਨੇ ਸਾਨੂੰ ਇੱਥੋਂ ਤੱਕ ਪਹੁੰਚਾਇਆ। ਸੋ ਬਰਾੜ ਸਾਹਿਬ, ਤੁਸੀਂ ਕੀਮਤੀ ਸਮੇਂ ਦੇ ਵਿੱਚੋਂ ਸਮਾਂ ਦਿੱਤਾ। ਸਿਹਤ ਵੀ ਤੁਹਾਡੀ ਥੋੜ੍ਹੀ ਜੀ ਨਾਸਾਜ਼ ਸੀ, ਤੇ ਕੋਈ ਹੋਰ ਗੱਲਬਾਤ ਕਰਨੀ ਚਾਹੋ? ਹੁਣ ਜਿਵੇਂ ਆਪਾਂ ਗੱਲ ਕਰ ਰਹੇ ਹਾਂ ਜੀ ਕਿਸਾਨ ਦੀ, ਹੁਣ ਦੇਖੋ ਕਿਸਾਨ ਦੀ ਕਿੱਡੀ ਕੁ ਸਾਡੀ ਵੱਡੀ ਆਰਥਿਕਤਾ ਹੈ। ਸਾਡੀ ਛੋਟੀ ਜਿਹੀ ਬਜਟ ਦੇ ਨਾਲ ਅਸੀਂ 1 ਬਿਲੀਅਨ ਪਲੱਸ 100 ਕਰੋੜ ਤੋਂ ਉੱਪਰ ਦੀ ਆਬਾਦੀ ਨੂੰ ਭੋਜਨ ਦੇ ਰਹੇ ਹਾਂ। ਅਸੀਂ ਹੁਣ ਪਿਛਲੇ ਸਾਲ 'ਚ ਅਸੀਂ ਕੀ ਹੈ ਜੀ 25,000 ਕਰੋੜ ਦੀ ਕਣਕ ਵੇਚੀ ਹੈ ਤੇ 32,000 ਕਰੋੜ ਦਾ ਝੋਨਾ ਵੇਚਿਆ, 57,000 ਕਰੋੜ ਰੁਪਈਆ ਸਾਰਾ ਬਣਦਾ ਜੀ। ਤੇ ਜੇ ਮੈਂ ਕਹਿੰਦਾ ਕੋਈ, ਮੈਂ ਇੱਥੇ ਕਿਸੇ ਵਿਸ਼ੇਸ਼ ਸਰਕਾਰ ਜਾਂ ਮੈਂ ਕਹਿੰਦਾ ਹਰ ਪਾਰਟੀ ਆਜ਼ਾਦੀ ਤੋਂ ਬਾਅਦ ਜੀ ਵੀ ਜੇ ਅਸੀਂ ਸਾਡੇ ਜਿਹੜੇ ਗੌਰਮੈਂਟ ਦੇ ਆਮਦਨ ਦੇ ਸਰੋਤ ਹੈ, ਭਾਵੇਂ ਉਹ ਐਕਸਾਈਜ਼ ਐਂਡ ਟੈਕਸੇਸ਼ਨ ਤੋਂ ਹੈ, ਭਾਵੇਂ ਉਹ ਰੇਤੇ ਬਜਰੀ ਤੋਂ ਹੈ, ਵੀ ਅਸੀਂ ਸੋਸ਼ਲ ਮੀਡੀਆ 'ਤੇ ਦੇਖਦੇ ਹਾਂ, ਸਾਨੂੰ ਇਹਦੇ ਬਾਰੇ ਪਤਾ ਨਹੀਂ, ਨਾ ਸਾਡੇ ਕੋਲ ਕੋਈ ਡਾਕੂਮੈਂਟਰੀ ਪ੍ਰੂਫ ਹੈ, ਪਰ ਉਹ ਤਾਂ ਇਹ ਦੱਸ ਰਹੇ ਨੇ ਵੀ ਜਾਂ ਜਿਸ ਤਰ੍ਹਾਂ ਜਿਹੜੇ ਸੂਬਿਆਂ ਦੇ ਵਿੱਚ ਇਹ ਮੈਕੈਨਿਜ਼ਮ ਚੱਲਿਆ, ਤਾਮਿਲਨਾਡੂ 'ਚ ਚੱਲਿਆ, ਦਿੱਲੀ 'ਚ ਚੱਲਿਆ, ਵੀ ਉੱਥੋਂ ਉਹ ਆਮਦਨ ਇੰਨੀ ਕੁ ਕਰ ਰਹੇ ਹੈ ਵੀ ਅਸੀਂ ਇੱਥੇ 5,000 ਕਰੋੜ ਜਾਂ 5500 ਕਰੋੜ ਰੁਪਈਆ ਜਿਹੜੇ ਸ਼ਰਾਬ ਤੋਂ ਕਮਾ ਰਹੇ ਹਾਂ ਤੇ ਉਹ 35,000 ਕਰੋੜ ਕਮਾ ਰਹੇ ਹੈ, ਜਾਂ ਹੋਰ ਇਹਨਾਂ ਚੀਜ਼ਾਂ 'ਚ ਵੀ ਸੁਧਾਰ ਲਿਆਉਣ ਦੀ ਲੋੜ ਹੈ। ਸਾਡਾ ਤਾਂ ਬਜਟ ਹੀ ਛੋਟਾ ਜਿਹਾ ਵੀ ਇਹਨੂੰ ਆਰਾਮ ਨਾਲ ਕਿਸਾਨਾਂ ਨੂੰ, ਮੈਂ ਤਾਂ ਕਹਿੰਦਾ ਜੇ 500 ਰੁਪਏ ਕੁਇੰਟਲ ਦੇ ਬੋਨਸ ਵੀ ਦੇਣਾ ਹੋਵੇ ਤਾਂ ਸਰਕਾਰ ਵਾਸਤੇ ਕੋਈ ਐਡੀ ਗੱਲ ਨਹੀਂ। ਇੰਨੇ ਪੈਸੇ ਲੈ ਕੇ ਤਾਂ ਨਿਰੀ ਸਾਡੇ ਇੱਥੋਂ ਭੱਜ ਗਏ ਆ ਜੀ। ਤਾਂ ਸਾਨੂੰ ਇਸ ਵੇਲੇ ਬੈਠ ਕੇ ਸਿਰ ਜੋੜ ਕੇ ਉਹ ਕੰਧਾਂ ਦੀਆਂ ਇੱਟਾਂ ਦੇ ਪੁਲ ਬਣਾ ਕੇ ਸਾਨੂੰ ਇਹਦੇ 'ਤੇ ਸੋਚਣ ਦੀ ਲੋੜ ਹੈ। ਸਾਨੂੰ ਪ੍ਰੋਗਰਾਮ ਕ੍ਰਾਪਸ ਬਣਾਉਣ ਦੀ ਲੋੜ ਹੈ। ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਵੀ ਅਸੀਂ ਇੰਨਾ ਹੀ ਪੈਦਾ ਕਰਨਾ ਹੈ। ਸਾਨੂੰ ਆਪਦੇ ਫਜ਼ੂਲ ਖਰਚੇ ਘਟਾ ਦੇਣੇ ਚਾਹੀਦੇ ਹੈ। ਕੀ ਲੈਣਾ ਅਸੀਂ ਵਾਲੇ ਮੋਬਾਈਲ ਫੋਨਾਂ ਤੋਂ, ਘਰ 'ਚ ਰੱਖ ਲਓ। ਪਹਿਲਾਂ ਵੀ ਤਾਂ ਸਰਦਾ ਸੀ, ਜ਼ਿੰਦਗੀ ਚੱਲਦੀ ਸੀ। ਮੈਂ ਤਾਂ ਸਮਝਦਾ ਸਾਡੇ ਕਮਿਊਨਿਟੀ ਦੇ ਵਿੱਚ ਤਾਂ ਜਿੰਨੇ ਜੱਟ ਕਮਿਊਨਿਟੀ ਭਾਈਚਾਰੇ 'ਚ ਮੋਬਾਈਲ ਫੋਨ ਸਾਡੀਆਂ ਲੜਕੀਆਂ ਕੋਲੇ ਵੀ ਆ ਗਏ, ਸਾਡੀਆਂ ਬਹੂਆਂ ਬੇਟੀਆਂ ਕੋਲੇ ਆ ਗਏ, ਪਰਿਵਾਰ ਦੇ ਇਕੱਲੇ ਜੀ ਕੋਲੇ ਆ। ਹਾਂ, ਤੇ ਇਹਦੇ ਕਿੰਨੇ ਪਹਿਲਾਂ ਤਾਂ ਖਰਚੇ ਕਿੰਨੇ ਆ, ਤਾਂ ਫਿਰ ਇਹਦਾ ਦੇਖੋ ਜੀ ਅੱਗੇ ਕੀ ਹੁੰਦਾ। ਜੇ ਕੋਈ ਮਾੜੀ ਮੋਟੀ ਆਪਣੀ ਗਰਮੀ ਸਰਦੀ ਹੋ ਗਈ, ਜਦੋਂ ਨੂੰ ਆਪਾਂ ਕਿਸੇ ਕੋਲ ਸ਼ਿਕਾਇਤ ਲੈ ਕੇ ਜਾਂਦੇ ਉਦੋਂ ਨੂੰ ਗੁੱਸਾ ਠੰਡਾ ਹੋ ਜਾਂਦਾ ਜੀ। ਹੁਣ ਤੱਤਾ ਬਲਦੀ ਗੱਲ ਉੱਥੇ ਜਾਂਦੀ ਹੈ ਤੇ ਸਾਡੇ ਇਹ ਘਰੇਲੂ ਕਲੇਸ਼ਾਂ ਦਾ ਕਾਰਨ ਬਣਦੀ ਹੈ। ਬਿਲਕੁਲ। ਤਾਂ ਇਹਦੀ ਯੋਗ ਵਰਤੋਂ, ਟੈਕਨੋਲੋਜੀ ਦੀ ਯੋਗ ਵਰਤੋਂ ਕਰਨ ਵੀ ਸਿੱਖੋ। ਫਜ਼ੂਲ ਜਿਹੜੀਆਂ ਮਤਲਬ ਇਹ ਕਾਰਪੋਰੇਟ ਸੈਕਟਰ ਕੀ ਹੈ, ਉਹ ਕੁਛ ਲੋਕਾਂ ਦਾ ਇਕੱਠ ਹੈ ਤੇ ਅਸੀਂ ਆਪਦਾ ਕੋਆਪਰੇਟਿਵ ਕਾਰਪੋਰੇਟ ਕਿਉਂ ਨਹੀਂ ਬਣਾ ਲੈਂਦੇ? ਅਸੀਂ ਇਕੱਠੇ ਹੋ ਜਾਈਏ। ਵਿਸ਼ਵਾਸ ਦੀ ਕਮੀ ਹੈ ਸਾਡੇ 'ਚ, ਅਸੀਂ ਇੱਕ ਦੂਜੇ 'ਤੇ ਵਿਸ਼ਵਾਸ ਨਹੀਂ ਕਰ ਰਹੇ। ਮੈਂ ਵੀ ਵਿੱਚ ਸ਼ਾਮਲ ਹਾਂ। ਸਾਨੂੰ ਇੱਕ ਦੂਜੇ 'ਚ ਵਿਸ਼ਵਾਸ ਬਣਾਈਏ, ਇਮਾਨਦਾਰੀ ਨਾਲ ਕੰਮ ਕਰਕੇ। ਮੈਨੂੰ ਨਹੀਂ ਲੱਗਦਾ ਵੀ ਸਾਨੂੰ ਕੋਈ ਸਾਡਾ ਨੁਕਸਾਨ ਕਰ ਸਕੂਗਾ, ਸਾਡਾ ਵਾਲ ਵਿੰਗਾ ਨਹੀਂ ਕਰ ਸਕਦੀ। ਅਸੀਂ ਸਭ ਕੁਛ ਆਪਦੇ ਹੱਥਾਂ 'ਚ ਲੈ ਸਕਦੇ, ਸਰਕਾਰ ਆਪਣੀ ਬਣਾ ਸਕਦੇ, ਕੀ ਨਹੀਂ ਕਰ ਸਕਦੇ ਅਸੀਂ ਜੀ। ਹਾਂ ਦੋਸਤੋ, ਇਹਨਾਂ ਚੀਜ਼ਾਂ ਨੂੰ, ਇਹਨਾਂ ਪਾਲਿਸੀਆਂ ਨੂੰ ਤੇ ਇਹਨਾਂ ਚਲਾਕੀਆਂ ਨੂੰ ਸਮਝਣ ਦੀ ਲੋੜ। ਹੁਣ ਕਹਿੰਦੇ ਵੀ ਕਿਸਾਨ ਨੂੰ ਮੰਡੀ ਤੋਂ ਮੁਕਤ ਕਰਤਾ, ਵੀ ਜਿੱਥੇ ਭਾਈ ਤੇਰੀ ਮਰਜ਼ੀ ਆ, ਤੇਰੀ ਫਸਲ ਆ, ਜਿੱਥੇ ਮਰਜ਼ੀ ਵੇਚ। ਪਰ ਨਹੀਂ, ਅੰਕੜੇ ਫਰੋਲੋਗੇ ਨਾ, ਜਿਵੇਂ ਬਰਾੜ ਸਾਹਿਬ ਨੇ ਕਿਹਾ, ਸਾਡੇ ਮਤਲਬ ਹੱਥਾਂ 'ਤੇ ਹੋਣੇ ਚਾਹੀਦਾ। ਕਿਉਂਕਿ ਹਰੇਕ ਕਾਰੋਬਾਰ ਦੇ ਵਿੱਚ ਤੁਸੀਂ ਵੇਖਿਓ, ਕੋਈ ਵੀ ਦੁਕਾਨਦਾਰ ਹੈ ਨਾ, ਉਹਦਾ ਛੋਟਾ ਜਿਹਾ ਬੱਚਾ ਬੈਠਾ ਹੋਊਗਾ ਗੱਦੀ 'ਤੇ, ਪਰ ਉਹਨੂੰ ਕੱਲੀ ਚੀਜ਼ ਦਾ ਪਤਾ ਹੋਊਗਾ ਕਿੱਥੇ ਕੀ ਪਿਆ। ਜੇ ਕੋਈ ਇੰਡਸਟਰੀਅਲਿਸਟ ਆ, ਕੋਈ ਕਾਰਖਾਨਾ ਕਿਸੇ ਦਾ ਹੈਗਾ, ਤਾਂ ਉਹਦੇ ਛੋਟੇ ਜਿਹੇ ਬੱਚੇ ਨੂੰ ਪਤਾ ਹੋਊਗਾ ਕਿ ਇਹ ਜਿਹੜੀ ਚੀਜ਼ ਬਣਦੀ ਹੈ ਨਾ, ਤੇ ਇਹਦੇ 'ਚ ਕੀ ਕੁਛ ਪੈਂਦਾ। ਸਾਡੇ ਬੱਚਿਆਂ ਨੂੰ ਵੀ ਪਤਾ ਹੋਣਾ ਚਾਹੀਦਾ ਤੇ ਸਾਨੂੰ ਵੀ ਪਤਾ ਹੋਣਾ ਚਾਹੀਦਾ ਕਿ ਸਾਡੀ ਜਿਹੜੀ ਆ ਫਸਲ ਖੜੀ ਆ, ਇਹਦੇ 'ਚ ਕੀ ਕਮੀ ਆ, ਕਿਹੜੇ ਤੱਤ ਆ। ਇਹਦਾ ਰੰਗ ਜੇ ਇਸ ਤਰ੍ਹਾਂ ਦਾ ਹੋ ਗਿਆ, ਇਹਨੂੰ ਪੱਤਾ ਮਰੋੜ ਹੋ ਗਈ ਤੇ ਇਹਨੂੰ ਕਾਂਗਿਆਰੀ ਪੈ ਗਈ, ਤਾਂ ਇਹਦੇ ਵਿੱਚ ਜਿਹੜਾ ਕਮੀ ਕਿੱਥੇ ਹੈ, ਇਹਨੂੰ ਕਿਹੜੇ ਤੱਤ ਦੀ ਘਾਟ ਆ, ਇਹਦੇ 'ਤੇ ਕਿਹੜਾ ਕੈਮੀਕਲ ਅਸੀਂ ਛਿੜਕੀਏ। ਸਾਡੇ ਨੌਹਾਂ 'ਤੇ ਹੋਣੀਆਂ ਚਾਹੀਦੀਆਂ ਇਹ ਚੀਜ਼ਾਂ। ਅੰਕੜੇ ਫਰੋਲਾਂਗੇ ਸਾਨੂੰ ਪਤਾ ਲੱਗ ਜੂਗਾ। ਅੰਕੜੇ ਫਰੋਲਾਂਗੇ ਸਾਨੂੰ ਇਹ ਵੀ ਪਤਾ ਲੱਗ ਜੂਗਾ ਕਿ ਲਗਭਗ 7.5 ਲੱਖ ਟਨ ਦੇ ਕਰੀਬ ਜਿਹੜਾ ਕੇਂਦਰ ਦੀ ਸਰਕਾਰ ਕੋਲੇ ਅਨਾਜ ਦਾ ਭੰਡਾਰ ਪਿਆ, ਜਿਹਨੇ ਤੁਹਾਨੂੰ ਕਹਿਤਾ ਕਿ ਆਪਦਾ ਅਨਾਜ ਤੁਸੀਂ ਵੇਚਣ ਵਾਸਤੇ ਆਜ਼ਾਦ। ਇਹ ਆਜ਼ਾਦ ਨਹੀਂ ਕੀਤਾ, ਇੱਕ ਤਰੀਕੇ ਨਾਲ ਉਹ ਜ਼ਿੰਮੇਵਾਰੀ ਦੇ ਵਿੱਚੋਂ ਨਿਕਲੀ ਹੈ, ਜ਼ਿੰਮੇਵਾਰੀ ਤੋਂ ਭੱਜੀ ਹੈ ਤੇ ਤੁਹਾਡਾ ਅਨਾਜ ਤੁਹਾਡੇ ਸਿਰ 'ਤੇ ਛੱਡਤਾ। ਇਹਦਾ ਤੁਸੀਂ ਜਿਹੜਾ ਕੁਛ ਮਰਜ਼ੀ ਕਰੋ। ਸਾਡੇ ਇੱਕ ਤਰੀਕੇ ਨਾਲ ਹੱਥ ਖੜੇ ਆ, ਪਰ ਹੱਥ ਖੜੇ ਇਹ ਸਰਕਾਰਾਂ ਐ ਨਹੀਂ ਕਰਦੀਆਂ। ਇਹ ਸਰਕਾਰਾਂ ਹਰੇਕ ਚੀਜ਼ ਦੇ ਵਿੱਚ
ਵੋਟ ਬੈਂਕ ਦੇਖਦੀ ਹੈ। ਇਹਨਾਂ ਨੇ ਇੱਥੇ ਵੀ ਵੋਟ ਰਾਜਨੀਤੀ ਖੇਡਣ ਦੀ ਕੋਸ਼ਿਸ਼ ਕੀਤੀ ਹੈ, ਪਰ ਜ਼ਿੰਮੇਵਾਰੀ ਤੋਂ ਇੱਕ ਨਲਾਇਕ ਇਨਸਾਨ ਵਾਂਗ, ਜਿਹੜਾ ਇੱਕ ਨਲਾਇਕ ਇਨਸਾਨ ਪਰਿਵਾਰ ਦੀ ਜ਼ਿੰਮੇਵਾਰੀ ਤੋਂ ਭੱਜ ਜਾਂਦਾ ਨਾ, ਉਸ ਤਰੀਕੇ ਨਾਲ ਭੱਜਣ ਦੀ ਕੋਸ਼ਿਸ਼ ਕੀਤੀ ਹੈ। ਪਰ ਇਹਨਾਂ ਚਲਾਕੀਆਂ ਨੂੰ ਸਮਝੋ। ਵੱਡੀ ਗੱਲ ਇਹ ਹੈ ਕਿ ਅਸੀਂ ਜਿਹੜਾ ਆ ਜਿਹੜੇ ਫਾਲਤੂ ਦੇ ਅਸੀਂ ਕਲੇਸ਼ ਵਿੱਢੇ ਆ ਨਾ, ਆਪਦੇ ਪਰਿਵਾਰਾਂ ਦੇ ਨਾਲ, ਆਪਦੇ ਸਕੇ ਸੰਬੰਧੀਆਂ ਦੇ ਨਾਲ, ਆਪਦੇ ਸ਼ਰੀਕੇ ਕਬੀਲਿਆਂ ਦੇ ਨਾਲ, ਅਸੀਂ ਪਾਰਟੀਬਾਜ਼ੀ 'ਚ ਬਿਨਾਂ ਗੱਲੋਂ ਪਏ ਹਾਂ। ਇਹਨਾਂ 'ਚੋਂ ਨਿਕਲਣਾ ਪਊਗਾ, ਏਕੇ ਦੀ ਬਾਂਹ ਫੜ ਕੇ ਅੱਗੇ ਵਧਣਾ ਪਊਗਾ, ਫਿਰ ਅਸੀਂ ਕਾਮਯਾਬ ਹੋ ਸਕਦੇ ਹਾਂ। ਸੋ ਬਰਾੜ ਸਾਹਿਬ, ਕੀਮਤੀ ਸਮਾਂ ਤੁਸੀਂ ਦਿੱਤਾ। ਬਹੁਤ ਸਾਰੀਆਂ ਗੱਲਾਂ ਬਾਤਾਂ ਚੈਨਲ ਈ-ਟੇਸ਼ਨ ਦੇ ਮਾਧਿਅਮ ਦੇ ਰਾਹੀਂ ਤੁਸੀਂ ਤਮਾਮ ਕਿਸਾਨ ਵੀਰਾਂ ਦੇ ਨਾਲ, ਤਮਾਮ ਲੋਕਾਂ ਦੇ ਨਾਲ, ਤਮਾਮ ਦਰਸ਼ਕਾਂ ਦੇ ਤੱਕ ਪਹੁੰਚਦੀਆਂ ਕੀਤੀਆਂ। ਬਹੁਤ ਬਹੁਤ ਧੰਨਵਾਦ ਜੀ। ਥੈਂਕ ਯੂ। ਇੱਕ ਵਾਰੀ ਫੇਰ ਮੇਰੇ ਕਿਸਾਨ ਭਰਾਵਾਂ ਨੂੰ ਬਹੁਤ, ਮੇਥੋਂ ਵੱਡੇ ਮੇਰੇ ਸਤਿਕਾਰਯੋਗ, ਮੇਥੋਂ ਛੋਟੇ ਮੇਰੇ ਪਿਆਰੇ ਵੀਰ ਕਿਸਾਨ, ਉਹਨਾਂ ਨੂੰ ਬੇਨਤੀ ਹੈ ਕਿ ਇੱਕ ਤਾਂ ਪੜ੍ਹਨ ਲੱਗੋ, ਸਮਝੋ ਦੁਨੀਆ ਤੇ ਹੋ ਕੀ ਰਿਹਾ। ਬਿਲਕੁਲ। ਤੁਹਾਨੂੰ ਬਰਾੜ ਸਾਹਿਬ ਦੱਸਦਾ ਵੀ ਮੈਨੂੰ ਨਾ ਕਮਲ ਉੱਠਦੇ ਰਹੇ ਆ ਪੜ੍ਹਨ ਵੇਲੇ ਤੋਂ ਹੀ ਲੈ ਕੇ। ਤਾਂ ਮੈਂ ਇੱਕ ਵਾਰੀ BBC ਬੜਾ ਸੁਣਨ ਲੱਗ ਗਿਆ ਜੀ। ਤਾਂ ਵਰਲਡ ਬੈਂਕ ਦੇ ਡਾਇਰੈਕਟਰ ਜਨਰਲ ਨੇ ਇੱਕ ਵਾਰ ਹਿੰਦੁਸਤਾਨ ਦੀ ਇਕਨੋਮੀ ਤੇ ਕਮੈਂਟ ਦਿੱਤਾ ਸੀ, ਉਹ ਵੀ ਮੈਂ ਇੱਥੇ ਕਿਸਾਨਾਂ ਨਾਲ ਸ਼ੇਅਰ ਕਰਨਾ ਚਾਹੁੰਦਾ। ਹਾਂਜੀ। ਕਿਉਂਕਿ ਉਹ ਡਾਕੂਮੈਂਟਰੀ ਪ੍ਰੂਫ ਹੈ, ਮੇਰੇ ਕੋਲ ਕਿਸੇ ਡਾਇਰੀ 'ਚ ਲਿਖਿਆ ਵੀ ਪਿਆ ਵੀ ਕਿਸ ਟਾਈਮ ਤੇ ਕਦੋਂ ਉਹਨੇ ਇਹ ਗੱਲ ਕਹੀ ਸੀ। ਤਾਂ ਉਹਨੇ ਕਿਹਾ ਸੀ ਵੀ ਹਿੰਦੁਸਤਾਨ ਦੀ ਇਕਨੋਮੀ ਜਿਹੜੀ ਵਲਗਰ ਇਕਨੋਮੀ, ਬਨਵਾਸ਼ ਅਰਥਚਾਰਾ, ਅਸੀਂ ਇਹ ਬਨਵਾਸ਼ ਅਰਥਚਾਰੇ ਦੇ ਕਿਸਾਨ ਭਰਾਵੋ ਸ਼ਿਕਾਰ ਹੋ ਰਹੇ ਹਾਂ। ਹੁਣ ਬੜੀ ਚੇਤਨ ਹੋਣ ਦੀ ਲੋੜ ਹੈ ਤੇ ਸਾਨੂੰ ਇਸ ਬਨਵਾਸ਼ ਅਰਥਚਾਰਾ ਕੀ ਹੁੰਦਾ ਹੈ ਵੀ 10-10 ਰੁਪਏ ਸਾਰਿਆਂ ਦੀਆਂ ਜੇਬਾਂ 'ਚੋਂ ਕੱਢ ਕੇ ਇੱਕ ਬੰਦੇ ਕੋਲੇ 10,000 ਕਰੋੜ ਇਕੱਠਾ ਹੋ ਜਾਣਾ। ਜਿਵੇਂ ਕਈ ਵਾਰੀ ਬਰਾੜ ਸਾਹਿਬ ਦੀਆਂ ਗੱਲਾਂ ਦੇ ਵਿੱਚ ਮੈਨੂੰ ਵੀ ਗੱਲ ਜਿਹੜੀ ਸ਼ਾਮਲ ਕਰਨ ਦੀ ਆਦਤ ਹੈ, ਉਹ ਜਿਵੇਂ ਕਈ ਵਾਰੀ ਸਵੇਰ ਉੱਠ ਕੇ ਵੇਖਦੇ ਹੋ ਨਾ ਵੀ ਆ ਯਾਰ ਫੋਨ 'ਚੋਂ 1 ਰੁਪਈਆ ਕਿਵੇਂ ਉੱਡ ਗਿਆ। ਹੁਣ ਬਹੁਤੇ ਲੋਕ ਜਿਹਦੇ ਕੋਲੇ ਫੋਨ ਆ, ਕੋਈ 15-17 ਹਜ਼ਾਰ ਦਾ, ਲੱਖ 1.5 ਲੱਖ ਰੁਪਈਏ ਦੇ ਫੋਨ, ਉਹ ਤਾਂ ਨਿਗਾਹ ਹੀ ਨਹੀਂ ਮਾਰਦੇ ਕਿ ਫੋਨ ਦੇ ਵਿੱਚੋਂ ਉੱਡੀ ਕੀ ਜਾਂਦਾ। ਤੇ ਇਹ ਜਿਹੜਾ 1 ਰੁਪਈਆ ਉੱਡਿਆ, ਇਹ 1-1 ਰੁਪਈਆ ਜੇ ਸਾਰਿਆਂ ਦਾ ਉੱਡਿਆ, ਜਾਂ 1-1 ਪੈਸਾ ਵੀ ਸਾਰਿਆਂ ਦਾ ਉੱਡਿਆ, ਤੇ ਕਰੋੜਾਂ ਜਿਹੜੇ ਉਹਨਾਂ ਦੇ ਕਸਟਮਰ ਆ ਤੇ ਅਗਲੇ ਕੋਲੇ ਕਿੰਨੇ ਬਣ ਗਏ, ਇਹ ਹਿਸਾਬ ਕਿਤਾਬ ਲਾਉਣ ਦੀ ਲੋੜ ਆ। ਉਹੀ ਗੱਲ ਮੇਰਾ ਖਿਆਲ ਬਰਾੜ ਸਾਹਿਬ ਕਰ ਰਿਹਾ। ਹਾਂ, ਤੇ ਬਾਕੀ ਮੈਂ ਇਹੀ ਕਹਿੰਦਾ ਸੀ ਵੀ ਜੇ ਪਰਮਾਤਮਾ ਇਹ ਦਿਨ ਸਾਡੇ ਤੇ ਨਾ ਲਿਆਵੇ, ਜੇ ਖੇਤੀ ਕਾਰਪੋਰੇਟ ਸੈਕਟਰ ਦੇ ਹੱਥ 'ਚ ਜਾ ਵੜੀ, ਮੈਂ ਕਈ ਵਾਰੀ ਇੱਥੇ ਕਹਿਣਾ ਹੁੰਦਾ ਵੀ ਜੇ ਕਾਰਪੋਰੇਟ ਸੈਕਟਰ ਨੇ, ਜਿਹਨੂੰ ਮਹਾਜਨ ਕਹਿ ਲਓ, ਕਾਰਪੋਰੇਟ ਸੈਕਟਰ ਕਹਿ ਲਓ, ਕੁਛ ਹੀ ਕਹਿ ਲਓ, ਜਿਹਦਾ ਕਿਸਾਨਾਂ ਨਾਲ ਕੋਈ ਪ੍ਰੇਮ ਨਹੀਂ, ਉਹ ਸਾਡੇ ਨੂੰ ਵਧੀਆ ਖੇਤੀ ਕਰੂਗਾ ਤੇ ਕਾਮਯਾਬ ਕਰੂਗਾ। ਤਾਂ ਕਈ ਕਿਸਾਨ ਮੇਰੇ ਵੀਰ ਕਹਿੰਦੇ ਵੀ ਉਹ ਕਿਵੇਂ ਕਰੂ। ਮੈਂ ਕਹਿੰਦਾ ਹੁੰਦਾ ਯਾਰ ਮੈਨੂੰ ਤੂੰ ਕਿਤਾਬ ਵਿਖਾ ਜਿਹਦੇ 'ਚ ਤੇਰੇ ਕੋਲ ਪਿਛਲੇ 6 ਸਾਲਾਂ ਦਾ ਹਿਸਾਬ ਹੋਵੇ। ਕਿਉਂਕਿ ਉਹ ਹੁਣ ਮੰਨ ਲਓ ਆਪਾਂ ਘਰ ਪਾਉਣੇ, ਹੁਣ ਆਪਾਂ ਪਿੰਡਾਂ ਵਾਲੇ ਵੀ ਨਕਸ਼ਾ ਬਣਾਉਣ ਲੱਗ ਗਏ, ਕੋਈ ਸੜਕ ਬਣਨੀ ਉਹਦਾ ਨਕਸ਼ਾ ਬਣਦਾ, ਕੋਈ ਸੂਆ ਕੱਸੀ ਨਿਕਲਣਾ ਉਹਦਾ ਨਕਸ਼ਾ ਬਣਦਾ। ਤਰਤੀਬ ਤਾਂ ਹੁੰਦੀ ਨਾ, ਤਰਤੀਬ ਉਹਦੀ ਐਕਸ਼ਨ ਪਲਾਨ ਪਹਿਲਾਂ ਕਾਗਜ਼ ਤੇ ਬਣਦੀ ਹੈ। ਮੈਂ ਕਿਹਾ ਵੀ ਜਦੋਂ ਆਪਾਂ ਫਸਲ ਬੀਜਣ ਤੋਂ ਪਹਿਲਾਂ ਆਪਾਂ ਕਦੇ ਹਿਸਾਬ ਕਿਤਾਬ ਲਾਇਆ ਵੀ ਆਪਾਂ ਕਿੰਨਾ ਖਰਚ ਹੋਊ, ਕਿੰਨੀ ਰੇਹ ਪਊ, ਕਿੰਨੀ ਸਪਰੇਅ ਪਊ, ਕਿੰਨਾ ਲੇਬਰ ਪਊ, ਜਾਂ ਇਹਦੀ ਮੰਡੀ ਦੇ ਵਿੱਚ ਅੱਗੇ ਜਾ ਕੇ ਮੰਗ ਕੀ ਹੈ। ਹੁਣ ਸਾਡੀ ਤਾਂ ਪਾਲਿਸੀ ਹੁਣ ਤੱਕ ਅਸੀਂ ਦੇਖਦੇ ਆ ਰਹੇ ਹਾਂ, ਮੈਂ ਵੀ ਬਹੁਤ ਸਾਰੇ ਕਿਸਾਨਾਂ ਨੂੰ ਰਿਕਾਰਡ ਕੀਤਾ, ਉਹਨਾਂ ਨਾਲ ਮੇਰੀ ਗੱਲਬਾਤ ਵੀ ਹੁੰਦੀ ਰਹੀ ਹੈ। ਸਾਡਾ ਤਾਂ ਮੋਟਾ ਜਿਹਾ ਹਿਸਾਬ ਇਹ ਆ ਕਿ ਯਾਰ ਮੰਡੀ 'ਚ ਆਲੂ ਦੀ ਬੜੀ ਕੀਮਤ ਆ, ਚੱਕ ਕੇ ਆਲੂ ਬੀਜ ਦਿਓ। ਐ ਨਹੀਂ ਪਤਾ ਵੀ ਆਲੂ ਦੀ ਕੀਮਤ ਹੈ ਤੇ ਹਜ਼ਾਰਾਂ ਲੱਖਾਂ ਲੋਕ ਆਲੂ ਇਸੇ ਧਾਰਨਾ ਤਹਿਤ ਬੀਜਣਗੇ ਕਿ ਆਲੂ ਦੀ ਮੰਡੀ ਦੇ ਵਿੱਚ ਕੀਮਤ ਹੈ, ਤੇ ਜਦੋਂ ਇਸੇ ਧਾਰਨਾ ਤਹਿਤ ਬੀਜਣਗੇ ਤੇ ਅੱਗੇ ਜਾ ਕੇ ਬਲਕ ਦੇ ਵਿੱਚ ਜਦੋਂ ਫਸਲ ਆਊਗੀ ਤੇ ਫਿਰ ਤੁਹਾਡੇ ਆਲੂ ਨਹਿਰਾਂ ਵੀ ਨਹੀਂ ਚੱਲਣਗੀਆਂ। ਇਸੇ ਨੂੰ ਅਸੀਂ ਪ੍ਰੋਗਰਾਮ ਕ੍ਰੌਪਸ ਕਹਿੰਦੇ ਆ ਵੀ ਅਸੀਂ ਸਾਰੇ ਕਿਸਾਨ ਇਕੱਠੇ ਹੋ ਕੇ ਵੀ ਅਸੀਂ ਪ੍ਰੋਗਰਾਮ ਬਣਾਈਏ। ਸਾਡੇ ਕੋਲ ਦੇਖੋ ਅੱਜ ਕੱਲ੍ਹ ਕੋਈ ਮੈਸੇਜ ਹੈ, ਕਮੈਂਟ 'ਚ ਵਾਇਰਲ ਹੋ ਜਾਂਦਾ, ਤਾਂ ਅਸੀਂ ਉਹਦੇ 'ਤੇ ਪ੍ਰੋਗਰਾਮ ਬਣਾ ਲਈਏ ਵੀ ਭਾਈ ਇਹ ਕਿ ਆਪਾਂ ਇੰਨਾ ਕੀ ਆਲੂ ਪੈਦਾ ਕਰਨਾ ਫਿਰ ਤੇ ਸਾਡੀ ਮਾਰਕੀਟ ਸਟੇਬਲ ਹੋ। ਇਹੀ ਮੈਂ ਲੇਖਾ ਜੋਖੇ ਦੀ ਗੱਲ ਕਰਦਾ ਹਾਂ ਵੀ ਸਾਨੂੰ ਹਰ ਚੀਜ਼ ਦਾ ਲੇਖਾ ਜੋਖਾ ਰੱਖਣਾ ਅਤੀ ਜ਼ਰੂਰੀ ਹੋ ਗਿਆ। ਸਾਨੂੰ ਆਹ ਜਿਹੜੀ ਸਾਡੇ ਸੱਟ ਵੱਜੀ ਹੈ ਇੱਥੋਂ ਸਿੱਖ ਲੈਣਾ ਚਾਹੀਦਾ। ਤੇ ਸਾਰੇ ਕਿਸਾਨ ਯੂਨੀਅਨਾਂ, ਜਿੰਨੇ ਕਿਸਾਨ ਵਿੰਗਸ, ਕਿਸਾਨ ਐਸੋਸੀਏਸ਼ਨਾਂ ਜਾਂ ਹੋਰ ਸਾਡੇ ਯੂਨੀਅਨ ਕੀ, ਅਸੀਂ ਸਾਰਾ ਕਿਸਾਨ ਹੀ ਕਹਾਂਗੇ। ਅਸੀਂ ਤਾਂ ਕਿਸੇ ਯੂਨੀਅਨ ਦਾ ਆਪਾਂ ਨਾਂ ਨਹੀਂ ਲੈਂਦੇ, ਅਸੀਂ ਤਾਂ ਹਰੇਕ ਨੂੰ ਕਿਸਾਨ ਕਹਾਂਗੇ। ਭਲਾ ਕੋਈ ਮਤਲਬ ਕੋਈ ਝੰਡੇ ਹੇਠਾਂ ਕੋਈ ਆ ਕੇ ਮਤਲਬ ਬੰਦੇ ਬੈਠਦੇ ਹੈ ਤਾਂ ਸਾਰੇ ਕਿਸਾਨ। ਮੈਂ ਵੀ ਕਿਸਾਨ ਆ, ਇਹ ਵੀ ਕਿਸਾਨ ਨੇ, ਤੁਸੀਂ ਵੀ ਕਿਸਾਨ ਹੋ। ਸਾਰੇ ਜਿਹੜੇ ਯੂਨੀਅਨਾਂ ਦੇ ਵਿੱਚ ਸਾਡੇ ਜਿਹੜੇ ਬਜ਼ੁਰਗ ਵਿਚਰਦੇ ਨੇ, ਸਾਡੇ ਜਿਹੜੇ ਉੱਥੇ ਨੌਜਵਾਨ ਪੀੜ੍ਹੀ ਆਉਂਦੀ ਆ, ਸਾਡੀਆਂ ਜਿਹੜੀਆਂ ਮਾਤਾਵਾਂ ਭੈਣਾਂ ਇਹਨਾਂ ਇਕੱਠਾਂ ਦੇ ਵਿੱਚ ਜਾਂਦੀਆਂ, ਸਾਰੀਆਂ ਕਿਸਾਨ ਆ। ਭਲਾ ਕੋਈ ਝੰਡਾ ਕਿਸੇ ਦੇ ਹੱਥ 'ਚ ਹੈਗਾ? ਭਲਾ ਨਹੀਂ। ਬਿਲਕੁਲ ਇਹੀ ਕਹਿੰਦੇ ਵੀ ਆਪਾਂ ਨੂੰ ਹੁਣ ਰਲ ਕੇ ਬੈਠਣ ਦੀ, ਸੋਚਣ ਦੀ, ਵਿਚਾਰਨ ਦੀ ਲੋੜ ਹੈ। ਤੇ ਜੇ ਆਪਾਂ ਸੋਚ ਵਿਚਾਰ ਕੇ ਚੱਲਾਂਗੇ ਤਾਂ ਆਪਣਾ ਕੋਈ ਕੁਛ, ਮੈਨੂੰ ਨਹੀਂ ਲੱਗਦਾ ਫਿਰ ਕੋਈ ਕੁਛ ਵਿਗਾੜ ਸਕੂਗਾ। ਕਿਉਂਕਿ ਰਾਜ ਇੱਕ ਨਾ ਦੇਖੋ, ਇਹ ਮਨੁੱਖ ਦਾ ਸੁਭਾਅ ਇਹੋ ਜਿਹਾ ਕੁਛ ਆਦ ਜਗਾਤ ਤੋਂ ਹੁੰਦਾ ਰਿਹਾ। ਸਾਡੇ ਦੇਖੋ ਬਾਬੇ ਨਾਨਕ ਨੂੰ ਚੱਕੀਆਂ 'ਚ ਦੇਤਾ ਸੀ, ਸਾਡੇ ਕਿੰਨੇ ਤਸ਼ੱਦਦ ਹੋਏ, ਜ਼ੁਲਮ ਹਮੇਸ਼ਾ ਹੀ ਹੁੰਦਾ। ਪਰ ਜੇ ਅਸੀਂ ਤਰੀਕੇ ਨਾਲ, ਕਿਉਂਕਿ ਸਾਡੇ ਤਾਂ ਧਰਮ ਵੀ ਕਹਿੰਦਾ ਵੀ ਤੁਹਾਨੂੰ ਰਾਜਨੀਤੀ ਵੀ ਕਰਨ ਦੀ ਲੋੜ ਹੈ, ਤੁਹਾਨੂੰ ਧਰਮ ਨਾਲ ਵੀ ਜੁੜਨ ਦੀ ਲੋੜ ਹੈ,
ਜੇ ਕੰਮ ਠੀਕ ਨਹੀਂ ਹੁੰਦਾ ਤਾਂ ਤੁਸੀਂ ਗੁਰੂ ਗੋਬਿੰਦ ਸਿੰਘ ਨੇ ਤਾਂ ਫਿਰ ਤਲਵਾਰ ਵੀ ਉਠਾਈ। ਤਾਂ ਪਰ ਅਸੀਂ ਕਹਿੰਦੇ ਸਾਨੂੰ ਉੱਥੋਂ ਤਾਈਂ ਜਾਣਾ ਹੀ ਨਾ ਪਵੇ, ਅਸੀਂ ਸੋਚ ਸਮਝ ਕੇ ਪਹਿਲਾਂ ਹੀ ਅਸੀਂ ਆਪਦਾ ਇਹਦੇ ਤੇ ਕਾਬੂ ਪਾ ਲਈਏ, ਇਸ ਪ੍ਰੋਬਲਮ ਨੂੰ ਆਪਣੇ ਹੱਥ 'ਚ ਲੈ ਲਈਏ, ਇਹਦਾ ਹੱਲ ਲੱਭ ਲਈਏ ਤਾਂ ਕਿ ਆਪਾਂ ਸੌਖੇ ਰਹੀਏ। ਤੇ ਜੇ ਵੋਟ ਬੈਂਕ ਵੀ ਜਦੋਂ ਆਪਣਾ ਇਕੱਠਾ ਹੋਊਗਾ ਤਾਂ ਰਾਜਨੀਤਿਕ ਲੋਕਾਂ ਨੂੰ ਉਹ ਗੱਲ ਕਰਨੀ ਪਊ ਜੋ ਅਸੀਂ ਕਹਾਂਗੇ। ਬਿਲਕੁਲ ਜੇ ਅਸੀਂ ਇਕੱਠੇ ਨਹੀਂ ਹੋਵਾਂਗੇ ਫਿਰ ਤਾਂ ਜੋ ਕੁਛ ਸਾਡੇ ਨਾਲ ਹੁੰਦਾ ਆ ਉਹੀ ਹੁੰਦਾ ਰਹੂਗਾ ਜੀ। ਸੋ ਬਰਾੜ ਸਾਹਿਬ ਬਹੁਤ ਬਹੁਤ ਸ਼ੁਕਰੀਆ ਜੀ। ਸੋ ਦੋਸਤੋ, ਪ੍ਰੋਗਰਾਮ ਸੁਣ ਕੇ ਕਿਹੋ ਜਿਹਾ ਲੱਗਿਆ, ਇਹ ਗੱਲਬਾਤ ਕਿਹੋ ਜਿਹੀ ਲੱਗੀ, ਕਿਉਂਕਿ ਕਿਸਾਨੀ ਦਾ ਇਹ ਮੁੱਦਾ ਤੇ ਹਰੇਕ ਕਿਸਾਨ ਤੱਕ ਇਹ ਇੰਟਰਵਿਊ ਪਹੁੰਚਣੀ ਚਾਹੀਦੀ ਆ। ਜਿਹੜੇ ਸਾਡੇ ਖੇਤੀ ਬਿੱਲ ਨੇ ਉਹਦੀਆਂ ਕਿਸ ਤਰ੍ਹਾਂ ਦੀਆਂ ਮਦਾਂ ਨੇ, ਕਿਹੜੀ ਗੱਲਬਾਤ ਉਹਦੇ 'ਚ ਕੀਤੀ ਗਈ ਆ, ਕੀ ਨਵਾਂ ਜੋੜਿਆ ਗਿਆ ਤੇ ਕਿਹੜਾ ਜਿਹੜਾ ਪੁਰਾਣਾ ਤਰੋੜ ਮਰੋੜ ਕੇ ਸਾਡੇ ਅੱਗੇ ਪੇਸ਼ ਕੀਤਾ ਗਿਆ, ਕਿਸ ਤਰ੍ਹਾਂ ਜਿਹੜਾ ਫਿਰ ਟੇਢੇ ਤਰੀਕੇ ਨਾਲ ਸਾਡਾ ਗਲ ਘੁੱਟਣ ਦੀ ਕੋਸ਼ਿਸ਼ ਕੀਤੀ ਗਈ ਹੈ। ਹਮੇਸ਼ਾ ਦੀ ਤਰ੍ਹਾਂ ਸਾਰੀਆਂ ਚੀਜ਼ਾਂ ਸਮਝਣ ਵਾਸਤੇ ਇਸ ਇੰਟਰਵਿਊ ਨੂੰ ਤੁਸੀਂ ਦੇਖਿਓ ਵੀ, ਅੱਗੇ ਵੀ ਤੁਸੀਂ ਸ਼ੇਅਰ ਕਰਿਓ। ਚੈਨਲ ਈ-ਟੇਸ਼ਨ ਤੇ ਜਾ ਕੇ ਤੁਸੀਂ ਜਿਹੜਾ ਹੋਰ ਵੀ ਵੀਡੀਓਜ਼ ਇਸ ਤਰ੍ਹਾਂ ਦੀਆਂ ਕਿਸਾਨੀ ਸੰਘਰਸ਼ ਦੇ ਸੰਬੰਧ ਦੇ ਵਿੱਚ ਤੁਸੀਂ ਦੇਖ ਸਕਦੇ ਹੋ। ਤੁਹਾਡਾ ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ।